नाटक का नाम है पुल सिरात ते इसके निर्देशक हैं केवल धालीवाल जिन्होंने साहित्य अकादमी पुरस्कार भी मिला है इस बारे। नाटक पुल सिरात उस मिथिक घटना वांगे जिस विच मौत तो बाद इंसान नूं धर्मराज के फैसले का इंतजार करदे जिथे एक पासे वाल जिन्ने महीन रस्ते विचों लंघना पैंदा है ते दूजे पासे दा रस्ता तलवार तो भी तिखा है। एक कहानी उस मुसलमान औरत दी है जिहड़ी 1947 विच दंगाइयां वालों अगवा किए जान मगरों एक सिख बंदे नाल विआह कर लैंदी है अते अपना सारा जीवन अपने पति प्रेम विच निछावर कर देंदी है। पर जदों 1984 के दंगे होंदे हन तां ओह हिंदू कट्टरपंथी दंगाइयां वालों फिर कतल हुंदी है। नाटककार ने इस घटना नूं पुल सिरात के महीन रस्ते दे तुल रख के वेख्या है। इस तरह ये नाटक एक दुखांत घटना की पेशकारी है। इनू लिखिया डॉक्टर सिराज वीर ने है ते निर्देशक हैं श्री केवल धालीवाल। उम्मीद करते हाँ कि तुहानू ये नाटक जरूर पसंद आएगा। ते आओ वेखिए पुल सिरात। रब ने सानू बख्शी के हचे तिर चढ़िया नी माए के ही आई बसाखी के हचे तिर चढ़िया नी माए के ही आई बसाखी सूहा होया अंबर साडा ते करती लो लाखी सूहा होया अंबर साडा करती लो लाकी देखो सड़ते नीर ये अग के ही आसान वाली देखो सड़ते नीर ये अग के ही आसान वाली सड़िया पत्ता पत्ता ते सड़ी है डाली डाली आई सन सन ताड़ी आई सन सन ताड़ी आई सन सन ताड़ी ओ आई सन सन ताड़ी आई सन सन ताड़ी आई सन सन ताड़ी आई सन सन ताड़ी ओ आई सन सन ताड़ी सन संताली क्या वरा चढ़ाया ही मेरे मालका क्या वरा चढ़ाया ही। वो ठीक कहता है भाई वो की नहीं होया इस बारे उपरली थले हो गई है वो किन्नी कतलो गारत हुई है ते किन्नी साड़ फूक ते किन्ने घर उजड़े ने
ਅੰਗਰੇਜ਼ ਚਲਾ ਗਿਆ। ਅੰਗਰੇਜ਼ ਤੇ ਗਿਆ ਹੀ ਗਿਆ ਏ, ਪਰ ਸਾਡੇ ਲਈ ਸਭ ਤੋਂ ਵਧੀਆ ਕੰਮ ਇਹ ਕਰ ਗਿਆ ਏ ਵੀ ਇਹਨਾਂ ਮੁਸਲਮਾਨਾਂ ਤੋਂ ਸਾਡਾ ਪਿੱਛਾ ਛੁਡਾ ਗਿਆ ਏ। ਸਾਡਾ ਇਲਾਕਾ ਸੀ ਗੁਰਦਾਸਪੁਰ, ਕਿੰਨਾ ਮੁਸਲਮਾਨ ਸੀ ਇੱਥੇ। ਅਰਾਈ, ਤੇਲੀ, ਕਮਿਆਸ, ਸਾਰੀਆਂ ਛੋਟੀਆਂ ਜਾਤਾਂ ਤੇ ਉੱਤੋਂ ਇਹਨਾਂ ਦੀ ਲੀਕ। ਕਿੰਨੀ ਅੱਤ ਚੁੱਕੀ ਸੀ ਇਹਨਾਂ ਲੋਕਾਂ ਨੇ। ਉਹ ਭਾਈ ਅੱਤ ਦੀ ਅੱਤ, ਉਹ ਹਿੰਮਤ ਦੇਖੋ। ਗੁਰਦਾਸਪੁਰ ਤਾਂ ਕਹਿੰਦੇ ਆ ਝੰਡਾ ਵੀ ਪਾਕਿਸਤਾਨ ਤੇ ਚੜ ਗਿਆ ਸੀਗਾ। ਉਹ ਭਾਈ ਜੀ 3 ਦਿਨ ਕਚਹਿਰੀ ਵਿੱਚ ਪਾਕਿਸਤਾਨ ਦਾ ਝੰਡਾ ਝੁਲਦਾ ਰਿਹਾ। ਉਹ ਇਹ ਤਾਂ ਅੰਗਰੇਜ਼ ਦੀ ਕਰਾਮਾਤ ਹੈ, ਉਹ ਜਿਹਨੇ ਇਲਾਕਾ ਸਾਫ਼ ਕਰਾਤਾ। ਗੱਲ ਸਾਡੇ ਇਲਾਕੇ ਦੀ ਨਹੀਂ ਏ, ਪੂਰੇ ਮੁਲਕ ਪੰਜਾਬ ਦੀ ਜੂਨ ਸੁਧਰ ਗਈ ਏ। ਇਹ ਇਕੱਲੇ ਅੰਗਰੇਜ਼ ਦੀ ਕਰਾਮਾਤ ਨਹੀਂ ਏ, ਸਾਡੀ ਕੌਮ ਨੇ ਹਿੰਮਤ ਕੀਤੀ ਹੈ। ਪਹਿਲਾ ਪੈਰ ਅੰਗਰੇਜ਼ ਕੱਢ ਕੇ ਇਉਂ ਮਾਰੇ ਨੇ ਜੋ ਮੱਖਣ ਚੋਂ ਵਾਲ ਕੱਢੀਦਾ ਹੈ। ਪਹਿਲਾ ਪੈਰ ਦੰਗੇ ਰਾਵਲਪਿੰਡੀ, ਫਰੰਟੀਅਰ ਵਿੱਚ ਹੋਏ ਤੇ ਫਿਰ ਸ਼ਹਿਰਾਂ 'ਚ ਅੰਮ੍ਰਿਤਸਰ, ਲਾਹੌਰ। ਕਿੰਨਾ ਜ਼ੁਲਮ ਕੀਤਾ ਇਹਨਾਂ ਨੇ। ਉਹ ਭਾਈ ਜੀ ਇਹ ਸਿਆਸੀ ਲੋਕ ਇੰਨੇ ਚਿਰ ਤੋਂ ਜੋ ਜ਼ਹਿਰ ਘੋਟ ਰਹੇ ਸੀ ਨਾ, ਉਹ ਇਦਾਂ ਹੀ ਹੋਣਾ ਸੀਗਾ। ਆਵਾਜ਼ ਹੀ ਵਿਸ਼ ਘੁਲ ਗਿਆ ਸੀ। ਓਏ ਤੂੰ ਚੁੱਪ ਰਹਿ, ਵੱਡਾ ਆ ਮੁਸਲਮਾਨਾਂ ਦਾ ਹਿਮਾਇਤੀ। ਜੋ ਜ਼ੁਲਮ ਇਹਨਾਂ ਨੇ ਕੀਤੇ ਨਾ ਭਾਈ ਮੇਰੇ, ਉਹ ਕੋਈ ਹੋਰ ਨਹੀਂ ਕਰ ਸਕਦਾ। ਪਰ ਅਸੀਂ ਵੀ ਤੇ ਬਦਲਾ ਲੈ ਲਿਆ ਨਾ। ਇੱਥੋਂ ਲੈ ਕੇ ਬਟਾਲੇ ਤੱਕ, ਬਟਾਲੇ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਜਿਹੜਾ ਵੀ ਕਾਫਲਾ ਲੰਘਿਆ ਏ, ਸਾਡੀਆਂ ਵਜ਼ੀਰਾਂ ਨੇ ਤੌਬਾ ਤੌਬਾ ਕਰਾਤੀ, ਤੌਬਾ ਤੌਬਾ। ਓਏ ਹਾਂ ਭਾਈ, ਇਸ ਕੰਮ ਵਿੱਚ ਤਾਂ ਆਪਣੇ ਇਲਾਕੇ ਦੀ ਝੰਡੀ ਹੈ ਤੇ ਆਪਣੇ ਇਲਾਕੇ ਚੋਂ ਓਏ ਆਪਣੇ ਪਿੰਡ ਦੀ। ਓਏ ਤੇ ਭਲਾ ਹੋਵੇ ਜਥੇਦਾਰ ਹਜ਼ਾਰਾ ਸਿਓ ਦਾ, ਜਿਹਨੇ ਸਮੇਂ ਸਿਰ ਸਾਰਿਆਂ ਨੂੰ ਮਤ ਦਿੱਤੀ। ਅੱਗੇ ਲੱਗਾ ਕਾਨਫਰੰਸਾਂ ਕਰਾਈਆਂ, ਬਈ ਸਿੱਖਾਂ ਨੂੰ ਦੱਸਿਆ ਵੀ ਤੁਸੀਂ ਇੱਕ ਵੱਖਰੀ ਕੌਮ ਹੋ। ਤੇ ਆਪਣਾ ਉਹ ਲੰਬੜਦਾਰ, ਉਹ ਕਿਹੜਾ ਕਿਸੇ ਤੋਂ ਘੱਟ ਹੈ। ਉਦੋਂ ਉਹਨੇ ਗੁਰਦੁਆਰੇ 'ਚ ਦੱਸਿਆ ਬਈ ਵੱਧ ਤੋਂ ਵੱਧ ਹਥਿਆਰ ਬਣਾਓ, ਵੱਧ ਤੋਂ ਵੱਧ। ਉਹ ਭਾਈ ਜੀ ਹਥਿਆਰਾਂ ਵਾਲੀ ਤੇ ਬਾਵਾ ਕਰਾਈ ਬੀਬੀ ਕਰਮੋ ਦੇ ਟੱਬਰ ਨੇ। ਓਏ ਉਹਦੇ ਵੱਡੇ ਪੁੱਤ ਨੇ ਨਾ ਦਿਨ ਵੇਖਿਆ ਨਾ ਰਾਤ, ਕਿੰਨੀਆਂ ਤਲਵਾਰਾਂ ਚੰਡੀਆਂ, ਨੇਜੇ ਬਰਸ਼ੇ, ਕੋਈ ਰਹਿ ਰੱਬ ਦਾ ਨਾ। ਓਏ 26 ਬਰਸਿਆਂ ਤੇ ਛੱਡੋ, ਅਸਲ ਚੀਜ਼ ਜੋ ਉਹਨਾਂ ਨੇ ਬਣਾਈ ਨਾ ਉਹ ਸੀ ਪਿਸਤੌਲਾਂ। ਹਾਂ। ਇੱਕ ਸਾਈਕਲ ਚੋਂ 8-8 9-9 ਪਿਸਤੌਲਾਂ ਕੱਢੀਆਂ ਉਹਨਾਂ ਨੇ। ਬਈ ਉਹ ਦੋਵੇਂ ਭਰਾ ਤੇ ਹੈ ਹੀ ਬੜੀ ਚੀਜ਼। ਨਾ ਛੋਟਾ ਜੱਸਾ, ਉਹ ਕਿਹੜਾ ਕਿਸੇ ਤੋਂ ਘੱਟ ਹੈ। ਬਈ ਉਹਨੇ ਤੇ ਜੀਤੇ ਸ਼ਾਹ ਕੋਟੀ ਨੇ ਰਲ ਕੇ ਹੋ ਤੇਗਵਾਈ, ਹੋ ਤੇਗਵਾਈ। ਮੈਂ ਕਿਹਾ ਬਈ ਤੌਬਾ ਤੌਬਾ ਕਰਾਤੀ, ਤੌਬਾ ਤੌਬਾ। ਓਏ ਭਾਈ ਓਏ ਜੀਤਾ ਸ਼ਾਹ ਕੋਟੀਆ ਤੇ ਹੈ ਹੀ ਬੜਾ ਸੂਰਮਾ ਬੰਦਾ। ਭਾਈ ਮੈਂ ਤੇ ਕਹਿੰਦਾ ਜੱਟੀਆਂ ਪੁੱਤ ਜੰਮਣ ਤੇ ਇਹੋ ਜਿਹੇ ਜੰਮਣ ਸੂਰਮੇ। ਬੜੀ ਨਚਵੀਂ ਮਿੱਟੀ ਦਾ ਬਣਿਆ ਉਹ। ਆ ਜਿਹੜਾ ਕਾਫਲਾ ਵੱਢਿਆ ਨਹਿਰ ਲਾਗੇ ਇਹਨਾਂ ਨੇ ਮੁਸਲਮਾਨਾਂ ਦਾ, ਕਹਿੰਦੇ ਆ ਵੀ ਕਮਾਦਾਂ 'ਚ ਲੋਕੇ ਬੈਠੇ ਸੀ, ਲਾ ਲੈ ਫਿਰ ਅੱਗੇ ਇਹਨਾਂ ਨੇ। ਬਈ ਦੱਸਦੇ ਆ ਜਿਹੜਾ ਜੀਤੇ ਕੋਲੋਂ ਬਚ ਕੇ ਨਹਿਰ ਵੱਲ ਭੱਜਦਾ ਸੀ ਨਾ, ਜੱਸਾ ਉਹਦਾ ਗਾਟਾ ਲਾਹਦਾ ਸੀ ਤੇ ਨਾਲ ਇਹਨਾਂ ਨੇ ਮੀਕਾ ਸੀ ਪੰਡੋਰੀ ਵਾਲਾ। ਪੂਰੇ ਦਾ ਪੂਰਾ ਜੱਥਾ ਸੀ ਇਹਨਾਂ ਦਾ। ਬਈ ਮੈਂ ਸੁਣਿਆ ਇਹ ਮੁਸਲਮਾਨਾਂ ਦੀ ਕੁੜੀ ਭੱਜਣ ਨੂੰ ਚੱਕ ਲੈ। ਹੈ ਉਹ ਕੁੜੀ ਚੱਕ ਲਿਆ। ਓਏ ਏਡਾ ਜਿਗਰਾ ਰਾਮਜਾਦੇ ਦਾ। ਉਹ ਜਿਗਰੇ ਦੀ ਕਾਹਦੀ ਗੱਲ ਭਾਈ, ਘਰੇ ਤੇ ਬੜਾ ਰਫੜ ਪਿਆ ਏ। ਹੈ ਰਫੜ ਪਿਆ? ਉਹ ਕਿਉਂ? ਬਈ ਬੀਬੀ ਕਰਮੋ ਤੇ ਦੋਵੇਂ ਵੱਡੇ ਭਰਾ ਕਹਿੰਦੇ ਆ ਵੀ ਇਹ ਮੁਸਲਮਾਨੀ ਸਾਡੇ ਘਰ ਨਹੀਂ ਵਸ ਸਕਦੀ। ਆਹੋ ਬਈ, ਸਿੱਖਾਂ ਦੇ ਘਰ ਮੁਸਲਮਾਨੀ। ਉਹ ਗੁਰੂ ਉਹ ਭਾਈ ਠੀਕ ਹੀ ਕਹਿੰਦੇ ਆ। ਓਏ ਸਾਡੇ ਘਰ ਵੀ ਧੀਆਂ ਬਣਾ ਨੇ, ਓਏ ਬੁਰਾ ਅਸਰ ਪੈਂਦਾ। ਓਏ ਮੈਂ ਤਾਂ ਕਹਿੰਦਾ ਇਸ ਬਾਰੇ ਆਪਾਂ ਸਰਦਾਰ ਜੋਗਿੰਦਰ ਸਿੰਘ ਨਾਲ ਜਾ ਕੇ ਗੱਲ ਕਰਦੇ ਆ। ਆਹੋ ਬਈ, ਇਹ ਸਰਦਾਰ ਜੋਗਿੰਦਰ ਸਿੰਘ ਹੈ ਬੜੀ ਚੀਜ਼। ਉਹ ਬੈਂਦੇ ਕੀ ਪਟਵਾਰੀ, ਕੀ ਥਾਣੇਦਾਰ, ਉਹ ਸਾਰੇ ਸਲੂਟ ਮਾਰਦੇ ਆ ਉਹਨੂੰ। ਉਹ ਕਹਿੰਦੇ ਆ ਵੀ ਡੀਸੀ ਦੇ ਬਰਾਬਰ ਕੁਰਸੀ ਡੱਟਦੀ ਆ। ਓਏ ਬਈ ਸੁਣਿਆ ਹੈ ਕਿ ਜਦੋਂ ਪਿੱਛੇ ਪੈਰ ਦੰਗੇ ਹੋਏ ਸੀ, ਬਈ ਇਹਨੇ ਕਿਹਾ ਸੀ ਬਈ ਕਾਫਲੇ ਨੂੰ ਵੱਡੀ ਨਹਿਰ ਤੇ ਘੇਰੋ। ਓਏ ਹਾਂ ਭਾਈ, ਓਏ ਸਰਦਾਰ ਜੋਗਿੰਦਰ ਸਿੰਘ ਤੇ ਹੈ ਹੀ ਬੜੀ ਚੀਜ਼। ਉਹ ਪਹਿਲਾਂ ਇਹਦੀ ਕੱਲੀ ਬੰਦੂਕ ਹੀ ਨਹੀਂ ਸੀ ਮਾਣ, ਹੁਣ ਇੱਕ ਤੂਰੀ ਜੀ ਹੋਰ ਚੁੱਕ ਲਿਆ, ਇਹ 1.5 ਫੁੱਟ ਲੰਬੀ। ਆਹੋ ਚੁੱਕੀ ਫਿਰਦਾ ਉਹ, ਮੈਂ ਵੀ ਵੇਖੀ ਆ। ਪਰ ਯਾਰ ਉਹ ਚੀਜ਼ ਕੀ ਆ? ਉਹ ਭਰਾਵਾ ਦੂਰ ਵੀ ਨਾ ਦੱਸਦੇ ਉਹਦਾ। ਕਹਿੰਦੇ ਆ ਉਹਦੇ ਵਿੱਚੋਂ ਦੂਰ ਦੀਆਂ ਚੀਜ਼ਾਂ ਨੇੜੇ ਦਿਸਦੀਆਂ। ਹੈ ਦੂਰ ਦੀਆਂ ਚੀਜ਼ਾਂ ਨੇੜੇ ਦਿਸਦੀਆਂ? ਓਏ ਆਹੋ ਭਰਾਵਾ, ਤੇਰੇ ਪੁਰਾਣੇ ਦਿਮਾਗ 'ਚ ਵਾਲੀ ਚੀਜ਼ ਨਹੀਂ ਆ। ਖਾਸ ਤਰ੍ਹਾਂ ਦੇ ਸ਼ੀਸ਼ੇ ਲੱਗੇ ਨੇ ਉੱਚ, ਇਹ ਅਗਲਾ ਵਾਲੇ ਨੇ ਬਣਾਈ ਆ। ਉਹ ਸਰਦਾਰ ਜੋਗਿੰਦਰ ਸਿੰਘ ਦੇ ਘਰ ਤੋਂ ਵੇਖੀਏ ਤੇ ਉਹੜਾ ਭੱਠਾ ਨਹੀਂ 2 ਕੋਹਾਂ ਦੇ, ਹਾਂ ਉਹਦੇ ਤੋਂ ਵੇਖੀਏ ਤੇ 2 ਕਰਮਾਂ ਦੇ ਦੇਖਦਾ। ਵਾਹ ਵੀ ਕਪਤਾਨ ਜੋਗਿੰਦਰ ਸਿੰਘ, ਤੁਹਾਡੇ ਟੱਬਰ ਦੀਆਂ ਗੱਲਾਂ ਹੀ ਅਲੋਕਾਰ ਨੇ। ਆਹੋ ਬਈ, ਉਹ ਪਹਿਲਾਂ ਤਾਂ ਲੋਕੀ ਇਹਨਾਂ ਨੂੰ ਸਰਦਾਰ ਕਹਿੰਦੇ ਸੀ, ਹੁਣ ਤੇ ਇਹਨਾਂ ਦੀ ਆਲੀ ਸਰਦਾਰ ਪੈ ਗਈ ਆ। ਓਏ ਆਹੋ ਭਾਈ, ਫਿਰ ਸਰਦਾਰ ਤਾਂ ਫਿਰ ਸਰਦਾਰ ਹੀ ਹੁੰਦੇ ਆ। ਓਏ ਚੱਲੀਏ, ਉਹ ਸਰਦਾਰ ਜੋਗਿੰਦਰ ਸਿੰਘ ਨੂੰ ਮਿਲ ਕੇ ਆਈਏ। ਉਹ ਚੱਲੀਏ, ਚਲੋ, ਓਏ ਆਜੋ ਆਜੋ।
ਹਾਂ ਸੁਪਨਾ ਆ ਰਿਹਾ ਸੀ ਜਾਂ ਜਾਗੋ ਮੀਟੀ 'ਚ ਖਿਆਲ ਹੀ ਆ ਰਿਹਾ ਸੀ ਕਿ ਸੈਕੰਡ ਵਰਲਡ ਵਾਰ, ਦੂਸਰੀ ਸੰਸਾਰ ਜੰਗ, ਇਟਲੀ ਕੈਸੀਨੋ ਦੇ ਮੋਰਚੇ ਤੇ ਸਾਡੀ ਰੈਜੀਮੈਂਟ ਤੇ ਮੇਰੀ ਪਲਟਨ ਸਭ ਤੋਂ ਅੱਗੇ ਤੇ ਜਰਮਨਾਂ ਦਾ ਕਹਿਰ। ਬਈ ਉਹ ਬੰਦਾ ਉੱਡਿਆ ਉਸ ਦਿਨ, ਓ ਮਾਈ ਗॉड, ਇੱਧਰ ਲਾਸ਼ਾਂ ਉੱਧਰ ਲਾਸ਼ਾਂ, ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ। ਅੰਗਰੇਜ਼ਾਂ ਦੀ ਤਾਂ ਬੱਤੀ ਬੰਦ ਕਰਾਤੀ ਜਰਮਨਾਂ ਨੇ ਉਸ ਦਿਨ। ਕਰਨਲ ਹੈਮਿਲਟਨ ਕਹਿੰਦਾ ਸੀ ਇੰਗਲਿਸ਼ ਨੋ ਦਾ ਬੈਸਟ ਮਾਈ ਫੁੱਟ, ਆਵਰ ਵਾਰ ਸਕੀਮ ਇਜ਼ ਦਾ ਬੈਸਟ ਮਾਈ ਫੁੱਟ। ਉਸ ਦਿਨ ਇੱਕ ਨਾ ਚੱਲੀ ਅੰਗਰੇਜ਼ਾਂ ਦੀ ਇੱਕ ਹੈਂਡ ਗ੍ਰਨੇਡ ਦੀ ਟਿੱਪਰ ਮੇਰੇ ਗੋਡੇ ਤੇ ਵੱਜੀ ਤੇ ਮੈਂ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ। ਕੈਪਟਨ ਜੋਗਿੰਦਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ, ਗੋਡੇ ਦਾ ਆਪਰੇਸ਼ਨ, ਉਹ ਗੋਰੀਆਂ ਨਰਸਾਂ ਤੇ ਕਾਣਾ ਜਿਹਾ ਅਮਰੀਕੀ ਡਾਕਟਰ। ਓ ਮਾਈ ਗॉड, ਸੱਚੇ ਪਾਤਸ਼ਾਹ, ਫੇਰ ਉਹ ਦਿਨ ਨਾ ਵਿਖਾਈ। ਐਰ ਅਸੀਂ ਸਾਰੇ ਜ਼ਖਮੀ ਬੰਦੇ ਡੀਮੋਬਲਾਈਜ਼ਡ, ਲੋ ਮੈਡੀਕਲ ਕੈਟਾਗਰੀ, ਫੌਜ ਤੋਂ ਬਾਅਦ। ਕੈਪਟਨ ਜੋਗਿੰਦਰ ਸਿੰਘ ਡੀਮੋਬਲਾਈਜ਼ਡ, ਫੌਜ ਤੋਂ ਬਾਅਦ। ਕੈਪਟਨ ਜੋਗਿੰਦਰ ਸਿੰਘ ਗੋ ਬੈਕ, ਵਾਪਸ ਜਾਓ। ਖੈਰ ਵਾਪਸ ਬੜੇ ਸਨਮਾਨ ਨਾਲ ਹੋ ਰਿਹਾ ਅੰਗਰੇਜ਼, ਬਹਾਦਰੀ ਦਾ ਪੂਰਾ ਮੁੱਲ ਪਾਇਆ। ਇਹ ਮੈਡਲ ਦਿੱਤੇ ਤੇ ਇਹ ਰਾਈਫਲ ਕਰਨਲ ਹੈਮਿਲਟਨ ਨੇ ਆਪਣੇ ਨਿੱਜੀ ਦੋਸ਼ੀਖਾਨੇ ਚ ਦਿੱਤੀ। ਮੁੰਜੇ ਅੰਗਰੇਜ਼ ਹੈ ਬੜੇ ਦਿਮਾਗੀ, ਉਸ ਦਿਨ ਤਾਂ ਹਾਰੇ ਪਰ ਜੰਗ ਤਾਂ ਇੰਨਾ ਹੀ ਜਿੱਤੀ ਨਾ। ਨਾਲੇ ਅੰਗਰੇਜ਼ਾਂ ਨੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਦੱਸਿਆ ਬਈ ਤੁਸੀਂ ਵੱਖ-ਵੱਖ ਕੌਮ ਹੋ, ਆ ਵੱਖ-ਵੱਖ ਪਲਟਨਾਂ ਬਣਾਈਆਂ ਤੇ ਵੇਖ ਲਓ ਭਾਈ, ਜਿਨ੍ਹਾਂ ਨੇ 200 ਸਾਲ ਰਾਜ ਕੀਤਾ ਅੱਜ ਛੱਡ ਕੇ ਜਾਣ ਲੱਗੇ ਤੇ 200 ਦਿਨ ਵੀ ਨਹੀਂ ਲਾਏ। ਤੇ ਜਿਨ੍ਹਾਂ ਦੇ ਰਾਜ ਵਿੱਚ ਕਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਸੀ ਨਾ ਹਿਲਦਾ, ਐਡੀ ਹਨੇਰੀ ਝੁੱਲੀ। ਓ ਮਾਈ ਗॉड, ਪਰ ਅੰਗਰੇਜ਼ ਵੀ ਤਾਂ ਇਹੀ ਚਾਹੁੰਦਾ ਸੀ, ਖਾਓ ਖਸਮਾਂ ਨੂੰ, ਲੜੋ ਮਰੋ ਆਪਣਿਆਂ ਨਾਲ। ਖੈਰ ਜੰਗ ਮੁੱਕੀ, ਮੈਂ ਵਾਪਸ ਆਇਆ ਤਾਂ ਹਰ ਕਿਸੇ ਦੇ ਮੂੰਹ ਤੇ ਇਹੋ ਗੱਲ, ਵਾਈ ਹੈਵ ਯੂ ਕਮ ਬੈਕ, ਬਈ ਤੂੰ ਵਾਪਸ ਕਿਉਂ ਆ ਗਿਆ? ਉਹ ਕੋਈ ਇਹਨਾਂ ਮੂਰਖਾਂ ਨੂੰ ਪੁੱਛੇ ਭਈ ਜਿਹੜਾ ਬੰਦਾ ਜ਼ਖਮੀ ਹੋ ਜੇ, ਡੀਮੋਬਲਾਈਜ਼, ਲੋ ਮੈਡੀਕਲ ਕੈਟਾਗਰੀ, ਉਹ ਫੌਜ ਵਿੱਚ ਨਹੀਂ ਰਹਿ ਸਕਦਾ। ਉਹ ਪਰ ਇਹ ਤਾਂ ਇਹੀ ਸਮਝਦੇ ਐ ਵੀ ਇਹਨੇ ਕੋਈ ਗਲਤੀ ਕੀਤੀ ਹੋਣੀ ਹੈ। ਕਿਹਨੂੰ ਜਵਾਬ ਦੇ? ਮੈਂ ਸੋਚਿਆ ਜੋਗਿੰਦਰ ਸਿੰਘਾਂ ਨਾ ਤੇ ਇੱਥੋਂ ਲਾਹੌਰ ਰਹਿ ਹੋਣਾ ਏ ਤੇ ਨਾ ਅੰਮ੍ਰਿਤਸਰ। ਭਈ ਸ਼ਹਿਰਾਂ ਦੀ ਤਾਂ ਵਾਹ ਹੀ ਖਰਾਬ ਹੋ ਗਈ ਆ ਮੁਸਲਿਮ ਲੀਗ, ਨੈਸ਼ਨਲ ਫਰੰਟ, ਅਕਾਲੀ ਕਾਂਗਰਸ ਤੇ RSS। ਭਈ ਸ਼ਹਿਰਾਂ 'ਚ ਤਾਂ ਕੱਖ ਨਹੀਂ ਲਿਖਿਆ। ਆਪਾਂ ਸੋਚਿਆ ਲੈਟ ਅਸ ਗੋ ਬੈਕ ਟੂ ਦਾ ਵਿਲੇਜ। ਚਲੋ ਬਈ ਆਪਣੇ ਪਿੰਡ ਵਾਪਸ ਜਾਂਦੇ ਹਾਂ। ਬਈ ਆਪਣਾ ਪਿੰਡ ਹੈ, ਸਰਦਾਰੀ ਹੈ ਆਪਣੀ, ਦਾਦਾ ਜੀ ਰਾਏ ਬਹਾਦਰ ਸੀ ਤੇ ਡੈਡੀ ਜੈਲਦਾਰ ਤੇ ਮੈਂ ਉਹਨਾਂ ਦਾ ਵਾਰਸ। ਇਹ ਜ਼ਮੀਨ ਜਾਇਦਾਦ ਵੀ ਮੇਰੀ ਹੈ। ਤੇ ਉਹ ਜਿਹੜੇ ਤਾਈ ਦੇ ਪੁੱਤ ਅੰਮ੍ਰਿਤਸਰ ਜਾ ਬੈਠੇ ਆ, ਉਹ ਕਿਤੇ ਵਾਪਸ ਆਉਣ ਲੱਗੇ ਆ, ਉਹਨਾਂ ਦੀ ਜ਼ਮੀਨ ਵੀ ਤਾਂ ਮੈਂ ਹੀ ਸਾਂਭਣੀ ਹੈ। ਜ਼ਮੀਨ ਤੇ ਜਨਾਨੀ ਸਾਂਭਣੀ ਹੋਵੇ ਨਾ, ਕਹਿੰਦੇ ਨੇ ਵੀ ਉਹਨਾਂ ਦੇ ਸਿਰ ਤੇ ਬਹਿਣਾ ਪੈਂਦਾ। ਇੱਥੇ ਆਪਣੀ ਜ਼ਮੀਨ ਹੈ, ਆਪਣਾ ਪੱਠਾ ਹੈ। ਆ ਪੱਠੇ ਤੋਂ ਮੈਨੂੰ ਯਾਦ ਆਇਆ, ਵੇਖਾਂ ਤਾਂ ਸਹੀ ਹੋਣ ਕੀ ਡਿਆ। ਪੱਠਾ ਮੀਨ ਬ੍ਰਿਕ ਕਲੀਨ, ਵੇਖਾਂ ਕਿੱਦਾਂ ਦਵਾ ਦਾ ਇੱਟਾਂ ਥੱਪਣ ਡੇ ਆ। ਮਜ਼ਬੀ ਮਾਸ਼ੇ ਤੇ ਬਾਜੀਗਰ ਉਹ ਕਾਮੇ ਚੰਗੇ ਆ। ਭਾਈ ਤੇਜਾ ਸੋ ਨੇ ਇੱਕ ਨੋਟ ਵਲੇਟ ਕੇ ਵੱਖਰਾ ਕਰ ਲਿਆ, 2 ਦਾ ਹੋਊ ਜਾਂ 5 ਦਾ, ਕੋਈ ਨਹੀਂ ਮਾਮਾ ਜੀ ਤੇਰੀ ਲੈਣਾ ਖਬਰ ਹੈ। ਤੇ ਕਾਲਾ ਮਜਬੀ ਪੱਠੇ ਵੜਦਾ ਕਿੱਧਰ ਤੁਰ ਪਿਆ, ਬੱਚੂ ਲੈਣਾ ਤੇਰੀ ਖਬਰ। ਆਪਣੀ ਕੋਠੀ ਵਾਲੇ ਕਿਹੜੇ ਤੋਂ ਤੁਰੇ ਆਉਂਦੇ ਹੋਵੇ, ਸਰਪੰਚ ਤੇ ਨੰਬਰਦਾਰ ਲੱਗਦੇ ਆ, ਦੇ ਵਿਲ ਵੇਸਟ ਮਚ ਟਾਈਮ, ਐਵੇਂ ਜੱਬਲੀਆਂ ਮਾਰੀ ਜਾਣਗੇ। ਪਿੰਡ ਦਾ ਮਸਲਾ ਹੈ, ਪਿੰਡ ਦਾ ਮਸਲਾ। ਸਤਿ ਸ੍ਰੀ ਅਕਾਲ ਸਰਦਾਰ ਜੀ। ਉਹ ਸਤਿ ਸ੍ਰੀ ਅਕਾਲ ਬਈ, ਕਿਵੇਂ ਆਉਣਾ ਹੋਇਆ ਫੌਜਾਂ ਦਾ? ਉਹ ਕੁਝ ਨਹੀਂ ਸਰਦਾਰ ਜੀ, ਆਹੋ ਹੀ ਬਸ ਪਿੰਡ ਦੇ ਟੰਟੇ। ਜੀ ਹਫ਼ਤਾ ਪਹਿਲੋਂ ਨਾਮਾ ਤੇ ਛਿੰਦਾ ਪਾਣੀ ਦੀ ਵਾਰੀ ਤੋਂ ਲੜ ਪਏ। ਪਰਸੋਂ ਦੀ ਗੱਲ ਏ, ਉਹ ਚੀਰਾਂ ਦੀ ਕੁੜੀ ਨਾਮੇ ਨੇ ਛੇੜਤੀ, ਉਹ ਰਫੜ ਪਾਇਆ। ਰਹਿ ਰੱਬ ਦਾ ਨਾਂ ਲਓ, ਉਹ ਮਹਾ ਗੱਲ ਨਿਬੇੜੀ ਜੇ। ਚਲੋ ਸਰਦਾਰ ਜੀ, ਇਹ ਤਾਂ ਇਹ ਛੋਟੀਆਂ ਮੋਟੀਆਂ ਗੱਲਾਂ, ਜਿੱਥੇ 2 ਭਾਂਡੇ ਹੋਣਗੇ ਖੜਕਣ ਗਈ, ਇਹ ਕੁਝ ਤੇ ਅਸੀਂ ਆਪ ਨਿਬੇੜ ਲੈਨੇ ਆ। ਕੁਝ ਤਾਂ ਮੈਂ ਵੀ ਸੁਣਦਾ ਹੀ ਨਾ, ਪਰ ਹੁਣ ਕੀ ਹੋਇਆ? ਉਹ ਸਰਦਾਰ ਜੀ, ਆਪਣੇ ਪਿੰਡ ਦੇ ਇੱਕ ਬੰਦੇ ਨੇ ਮੁਸਲਮਾਨਾਂ ਦੀ ਕੁੜੀ ਚੁੱਕ ਲੈਂਦੀ ਹੈ। ਕਿਹੜੇ ਬੰਦੇ ਨੇ? ਉਹ ਜਿਹੜੀ ਕੁੜੀ ਤੁਹਾਡੇ ਘਰ ਕੰਮ ਕਰਦੀ ਹੈ ਨਾ, ਉਹਦਾ ਭਰਾ ਏ ਜੱਸਾ। ਅੱਛਾ, ਯੂ ਮੀਨ ਜੱਸਾ ਸਿੰਘ ਨੇ? ਹਾਂਜੀ। ਉਹ ਜਿਹੜਾ ਰਾਜ ਮਿਸਤਰੀਆਂ ਵਾਲਾ ਕੰਮ ਕਰਦਾ। ਫਿਰ ਤੁਹਾਡੀ ਕੀ ਰਾਏ ਹੈ ਤੇ ਪਿੰਡ ਵਾਲੇ ਕੀ ਸੋਚਦੇ ਨੇ? ਸੋਚਣਾ ਕੀ ਹੈ ਸਰਦਾਰ ਜੀ, ਲੁੱਟ ਖੋ ਕਰਨੀ ਵੱਖਰੀ ਗੱਲ ਹੈ, ਪਰ ਦੂਜੇ ਧਰਮ ਦੀ ਜਨਾਨੀ ਚੁੱਕ ਲੈਣਾ। ਉਹ ਵੇਖੋ ਸਰਦਾਰ ਜੀ, ਅਸੀਂ ਵੀ ਧੀਆਂ ਭੈਣਾਂ ਵਾਲੇ ਆ, ਉਹ ਸਾਡੀਆਂ ਧੀਆਂ ਭੈਣਾਂ ਤੇ ਵੀ ਮਾੜਾ ਅਸਰ ਪੈਂਦਾ। ਸਰਟਨਲੀ ਠੀਕ ਆਖਦੇ ਹੋ ਤੁਸੀਂ।
ਬਈ ਮੀਤੋ ਦੇ ਭਰਾ ਨੇ ਮੁਸਲਮਾਨਣੀ ਚੁੱਕ ਲਿਆਂਦੀ ਤੇ ਮੈਨੂੰ ਦੱਸਿਆ ਹੀ ਨਹੀਂ ਹੈ ਸਟੂਪਿਡ ਕਰ। ਖੈਰ ਜੇ ਦੂਜੇ ਨਜ਼ਰੀਏ ਤੋਂ ਸੋਚੀਏ ਤੇ ਆਪਣੇ ਸਿੱਖਾਂ ਦੇ ਜਨਾਨੀਆਂ ਉਂ ਵੀ ਥੋੜੀਆਂ, ਜੇ ਜੱਸੇ ਦਾ ਘਰ ਵਸਦਾ ਤਾਂ ਗੱਲ ਵਿਚਾਰ ਲਓ। ਵਿਚਾਰ ਲੈ ਕੇ ਸਰਦਾਰ ਜੀ, ਗੱਲ ਤਾਂ ਸਿੱਧੀ ਹੈ। ਪੰਚਾਇਤ ਕਰਾਂਗੇ ਇਕੱਠੀ, ਜੱਸੇ ਦੇ ਮਾਰਾਂਗੇ 4 ਚਪੇੜਾ ਤੇ ਕੁੜੀ ਕਰਾਂਗੇ ਪੁਲਿਸ ਵਾਲਿਆਂ ਦੇ ਹਵਾਲੇ। ਓਏ ਇੰਨੇ ਤੱਕੇ ਨਹੀਂ ਵਗੀਦਾ ਨੰਬਰਦਾਰਾ, ਇੰਨੇ ਤੱਕੇ ਨਹੀਂ ਵਗੀਦਾ। ਬਈ ਦੂਰ ਦੀ ਸੋਚੀ ਦੀ ਹੈ। ਬਈ ਆਪਾਂ ਨੂੰ ਜਥੇਦਾਰ ਹਜ਼ਾਰਾ ਸੋਹ ਨੇ ਦੱਸਿਆ ਨਹੀਂ ਸੀ ਵੀ ਆਪਣੀ ਗਿਣਤੀ ਬੜੀ ਥੋੜੀ ਹੈ। ਓਏ ਅਸੀਂ ਘੱਟ ਗਿਣਤੀ ਵਿੱਚ ਆ, ਮਿਨੋਰਟੀ। ਬਈ ਇਸ ਕਰਕੇ ਆਪਣੀ ਕੌਮ ਦੀ ਆਬਾਦੀ ਵਧਣੀ ਚਾਹੀਦੀ ਹੈ। ਸਰਦਾਰ ਜੀ ਗੱਲ ਤਾਂ ਤੁਹਾਡੀ ਠੀਕ ਹੈ, ਪਰ ਆਪਣੀ ਆਬਾਦੀ ਤੋਂ ਹੁੰਦਾ ਇਹ ਮਤਲਬ ਤੇ ਨਹੀਂ ਕਿ ਦੂਜੇ ਧਰਮ ਦੀਆਂ ਜਨਾਨੀਆਂ ਚੁੱਕ ਲਿਆਓ। ਓਏ ਇੰਜ ਨਾ ਸੋਚੋ ਸਰਪੰਚ ਜੀ, ਇੰਜ ਸੋਚੋ ਵੀ ਵਾਹਿਗੁਰੂ ਨੇ ਕੋਈ ਨਾ ਕੋਈ ਢੋਹ ਟਕਾਉਣਾ ਹੁੰਦਾ ਤੇ ਉਹ ਉਹਨੇ ਟੁਕਾਤਾ। ਆ ਤੁਸੀਂ ਜੱਸੇ ਦੇ ਵੱਡੇ ਭਰਾ ਵਾਲੀ ਵੇਖ ਲਓ, ਹੈ ਬੈਠਾ ਉਮਰ ਪੱਕ ਗਈ ਹੈ ਤੇ ਜੱਸੇ ਦੀ ਮਾਂ ਕਹਿੰਦੀ ਹੈ ਵੀ ਪਹਿਲਾਂ ਵੱਡੇ ਨੂੰ ਵਿਆਹੂੰਗੀ ਫੇਰ ਛੋਟੇ ਦੀ ਵਾਰੀ ਆਊਗੀ। ਓਏ ਨਤੀਜਾ ਕੀ ਨਿਕਲਿਆ? ਵਾਟ ਇਜ਼ ਦਾ ਨੈਟ ਰਿਜ਼ਲਟ? ਸਿਰਫ ਆ ਬੈਠਾ। ਪਰ ਇਦਾਂ ਤਾਂ ਸਾਰੇ ਦੀ ਬੇਇੱਜ਼ਤੀ ਹੋਊ। ਉਹ ਪੁਲਿਸ ਆਊ ਤੇ ਧੂਕ ਸੀਟ ਕੱਢੂ ਸਾਡੀ ਵੱਖਰੀ, ਨਾਲੇ ਪਿੰਡ ਦੀ ਬਦਨਾਮੀ ਵੱਖਰੀ। ਉਹ ਪੁਲਿਸ ਤੇ ਫੌਜ ਕੌਮ ਤੇ ਪੰਥ ਨਾਲੋਂ ਕੋਈ ਬਾਹਰੀਆਂ ਨਹੀਂ ਹੁੰਦੀਆਂ। ਨਾਲੇ ਇਸ ਪਿੰਡ ਨੇ ਕੌਮ ਤੇ ਪੰਥ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਨੇ, ਉਹ ਮੈਂ ਦੇਖ ਲੂੰਗਾ। ਫਿਰ ਤੁਸੀਂ ਦੱਸੋ ਫਿਰ ਕੀ ਕਰੀਏ? ਕਰਨਾ ਕੀ ਹੈ? ਓਲਾ ਬਣੋ ਜੱਸੇ ਦਾ। ਓਲਾ ਬਣੀਏ, ਪਰ ਪਿੰਡ ਵਾਲੇ ਕੀ ਕਹਿਣਗੇ? ਉਹ ਕੁਝ ਨਹੀਂ ਕਹਿੰਦੇ ਪਿੰਡ ਵਾਲੇ। ਤੁਸੀਂ ਐਂ ਕਰੋ ਵੀ ਜੱਸੇ ਨੂੰ ਦੋ ਸ਼ਾਬਾਸ਼ੇ, ਬਈ ਮਰਦਾਂ ਵਾਲੀ ਕੀਤੀ ਹੈ। ਸਾਰਾ ਪਿੰਡ ਤੇਰੇ ਨਾਲ ਹੈ। ਚੰਗਾ ਫਿਰ ਸਰਦਾਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇਹਨੂੰ ਕਹਿੰਦੇ ਨੇ ਦਿਮਾਗ, ਹੈ ਪਾਣੀਆਂ ਦਾ ਮਹਾਨ ਮੋੜ ਦੇਣਾ। ਬਈ ਇਹ ਵੀ ਮੈਂ ਕਰਨਲ ਹੈਮਿਲਟਨ ਤੋਂ ਸਿੱਖਿਆ ਹੈ। ਆਏ ਸਨ ਜਨਾਨੀ ਨੂੰ ਘਰੋਂ ਕੱਢਾਉਣ ਲਈ ਤੇ ਤੁਰ ਗਏ ਉਹਦੇ ਰਖਵਾਲੇ ਬਣ ਕੇ। ਬਈ ਮੈਨੂੰ ਤਾਂ ਇਉਂ ਦੱਸਣ ਆਏ ਸੀ ਵੀ ਜਿੱਦਾਂ ਮੈਨੂੰ ਕੁਝ ਪਤਾ ਹੀ ਨਹੀਂ ਹੁੰਦਾ। ਉਹ ਮੈਨੂੰ ਤਾਂ ਗੱਜੀ ਮਹਿਰਾ ਪਰਸੋਂ ਹੀ ਦੱਸ ਗਿਆ ਸੀ ਵੀ ਮੀਤੋ ਦਾ ਭਰਾ ਲਗਰ ਵਰਗੀ ਕੁੜੀ ਚੁੱਕ ਕੇ ਲਿਆ, ਵੀ ਸਭ ਦੀ ਗੰਦਲ ਵਰਗੀ ਹੈ। ਪਰ ਆ ਮੀਤੋ ਸਵੇਰ ਦੀ ਕਿਤੇ ਨਜ਼ਰ ਨਹੀਂ ਆਈ। ਮੀਤੋ, ਓ ਮੀਤੋ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ੍ਰੀ ਅਕਾਲ ਵੀ। ਕੀ ਗੱਲ ਹੋ ਗਈ ਅੱਜ ਸਵੇਰੇ ਨਹੀਂ ਆਈ? ਜੀ ਘਰੇ ਤਾਂ ਬੜਾ ਸਿੜੀ ਸਿਆਪਾ ਪਿਆ ਆ। ਜੱਸਾ ਮੁਸਲਮਾਨੀ ਕੱਢ ਲਿਆ ਆ, ਵੱਡਾ ਭਰਾ ਕਲੇਸ਼ ਕਰਦਾ ਪਿਆ ਆ, ਮਾਂ ਵੱਖ ਕਲਪਣ ਡਈ ਆ। ਨਾ ਹੁਣ ਕਿਉਂ ਕਲਪਦੀ ਆ? ਜਿੱਦਣ ਲੁੱਟ ਦੇ ਮਾਲ ਦਾ ਗੱਡਾ ਭਰ ਕੇ ਲਿਆਇਆ ਸੀ ਉਦੋਂ ਤੇ ਬੜੀ ਸ਼ਾਬਾਸ਼ ਦਿੰਦੀ ਸੀ। ਅੱਛਾ ਐ ਦੱਸ ਵੀ ਤੂੰ ਕਿਹਦੇ ਵੱਲ ਆ, ਵੱਡੇ ਭਰਾ ਵੱਲ ਕਿ ਜੱਸੇ ਵੱਲ? ਮੈਂ ਤਾਂ ਜੀ ਕਿਸੇ ਵੱਲ ਵੀ ਨਹੀਂ ਆ। ਫਿਰ ਵੀ ਤੇਰਾ ਦਿਲ ਕੀ ਆਂਦਾ? ਉਦਾਂ ਤੇ ਜੀ ਜੋੜੀ ਬੜੀ ਸੋਹਣੀ ਲੱਗੂਗੀ, ਫੱਜਾਂ ਤੇ ਜੱਸੇ ਨਾਲ ਬੜੀ ਜਚੂਗੀ। ਕਿਉਂ ਕਹਿ ਨਾ, ਪਰ ਕੀ ਸਰਦਾਰ ਜੀ? ਆ ਤੈਨੂੰ ਪਤਾ ਹੀ ਹੈ ਸਰਪੰਚ ਤੇ ਨੰਬਰਦਾਰ ਆਏ ਸੀ। ਕਹਿੰਦੇ ਨੇ ਵੀ ਸਾਰਾ ਪਿੰਡ ਜੱਸੇ ਦੇ ਖਿਲਾਫ ਹੋਇਆ ਪਿਆ। ਉਹ ਕਹਿੰਦੇ ਨੇ ਜੱਸੇ ਦੇ ਮਾਰਾਂਗੇ ਜੁੱਤੀਆਂ ਤੇ ਜਨਾਨੀ ਨੂੰ ਘਸੀਟ ਕੇ ਬਾਹਰ ਕਰਾਂਗੇ। ਫਿਰ ਤਾਂ ਜੀ ਗੱਲ ਬੜੀ ਵੱਧ ਜਾਊਗੀ। ਜੱਸਾ ਤਾਂ ਪਿਸਤੌਲ ਕੱਢੀ ਫਿਰਦਾ ਆ। ਗੱਲ ਤਾਂ ਕੁੜੀਏ ਅੱਗੇ ਬੜੀ ਵਧੀ ਪਈ ਹੈ, ਪਰ ਤੈਨੂੰ ਦੇਖ ਵੀ ਮੁਲਕ 'ਚ ਕੋਹਰਾਮ ਮਚਿਆ ਹੋਇਆ। ਉੱਤੋਂ ਤੇਰੇ ਭਰਾ ਨੇ ਕਾਫਲੇ 'ਚੋਂ ਜਨਾਨੀ ਲੁੱਟ ਕੇ ਘਰ ਪਾ ਲਈ ਤੇ ਨਾਲੇ ਆ ਪਸਤੌਲਾਂ ਪੰਚਾਇਤ ਦੇ ਸਾਹਮਣੇ ਨਹੀਂ ਚੱਲਦੀਆਂ ਹੁੰਦੀਆਂ। ਸਰਦਾਰ ਜੀ ਤੁਸੀਂ ਕੋਈ ਰਾਹ ਦੱਸੋ, ਕਿਸੇ ਨਾ ਕਿਸੇ ਤਰ੍ਹਾਂ ਮੇਰੇ ਵੀਰ ਦਾ ਘਰ ਵਸ ਜੇ। ਜੇ ਤੂੰ ਕਹਿੰਦੀ ਐ ਤਾਂ ਕਰਦੇ ਆ ਕੁਝ, ਪਰ ਤੂੰ ਸਾਡਾ ਖਿਆਲ ਨਹੀਂ ਰੱਖਦੀ। ਨਹੀਂ ਸਰਦਾਰ ਜੀ, ਇਹ ਕਿਵੇਂ ਹੋ ਸਕਦਾ ਹੈ? ਨਾ ਗੱਲ ਸੁਣ, ਪਰਸੋਂ ਤੈਨੂੰ ਕਿਹਾ ਸੀ ਮੇਰੇ ਗੋਡੇ ਤੇ ਟਕੋਰ ਕਰ ਦੇ, ਹੈ ਤੂੰ ਕਰਦੀ ਕਰਦੀ ਵਿੱਚੋਂ ਹੀ ਉੱਠ ਗਈ। ਚੱਲ ਛੱਡ ਮੀਤੋ, ਮੈਂ ਤਾਂ ਤੁਹਾਡੇ ਟੱਬਰ ਦੇ ਨਾਲ ਹੀ ਹਾਂ। ਤੂੰ ਕਹਿ ਦੇ ਜੱਸੇ ਨੂੰ ਪਰਵਾਹ ਨਾ ਕਰੇ, ਬਈ ਮੈਂ ਸਮਝਾ ਦਿਆਂਗਾ ਸਰਪੰਚ ਨੂੰ ਤੇ ਬਾਕੀ ਪਿੰਡ ਵਾਲਿਆਂ ਨੂੰ ਵੀ। ਠੀਕ ਹੈ ਸਰਦਾਰ ਜੀ, ਤੁਹਾਡਾ ਹੀ ਆਸਰਾ ਹੈ। ਸਤਿ ਸ਼੍ਰੀ ਅਕਾਲ। ਇਸ ਪਿੰਡ ਦੀ ਹਰ ਸ਼ੈ ਤੇ ਨਜ਼ਰ ਹੈ ਮੇਰੀ ਮੀਤੋ ਕੁੜੀਏ, ਹਰ ਸ਼ੈ ਤੇ ਨਜ਼ਰ ਹੈ ਮੇਰੀ। ਹੁਣ ਮੈਨੂੰ ਪਤਾ ਲੱਗਿਆ ਮੈਂ ਇੱਥੇ ਕਿਉਂ ਆਇਆ। ਬਈ ਮੈਂ ਇੱਥੇ ਇਸ ਲਈ ਆਇਆ ਕਿ ਵੱਡੇ ਚੀਮਿਆਂ ਨੂੰ ਵੱਡਾ ਸਰਦਾਰ ਚਾਹੀਦਾ ਸੀ। ਜਿੱਦਾਂ ਮਰਜ਼ੀ ਕਰ ਲੋ, ਉਹ ਇੱਥੇ ਰਹਿਣੀ ਜੇ। ਇਹ ਨਹੀਂ ਦੱਸਾਂ ਕਦੀ ਹੋ ਸਕਦਾ, ਇੱਥੇ ਨਹੀਂ ਰਹਿ ਸਕਦੀ ਉਹ। ਵੇਖੋ ਜੱਸਿਆ, ਸਾਡੇ ਜਿੰਦਿਆਂ ਦੀ ਇਹ ਗੱਲ ਨਹੀਂ ਹੋ ਸਕਣੀ। ਤੇਰਾ ਵੱਡਾ ਭਰਾ ਮੈਂ। ਨਾ ਵੱਡਾ ਵਾਂ ਤੇ ਵੇਲੇ ਫਿਰ ਕੋਈ ਨਾ ਕੋਈ ਹੱਥ ਮਾਰ ਲੈਣਾ ਸੀ। ਵੇਂਦਾ ਕਿ ਰਿਹਾ ਬਤਾਉਂ ਜਿਹਾ ਬਣ ਕੇ। ਵੇਂਦਾ ਰਿਹਾ ਤੇਰਾ ਸਿਰ ਸਾਰੇ ਪਿੰਡ ਦੀ ਸੇਵ ਕਰਦਾ। ਲੋਹਾਰਾ ਤਠਾਣਾ ਤਾਵੇ ਡੰਗਰ ਸਾਹਿਬ ਦਾ ਵੇਲ ਮਿਲੀ ਕਰੀ ਸਾਨੂੰ। ਵੇ ਜੱਸਿਆ, ਇਹ ਜਿਹੜਾ ਕਾਰਾ ਤੂੰ ਕਰਨ ਗਿਆ ਨਾ, ਵੇ ਅਨਹੋਣੀ ਜੱਸਿਆ ਨਹੀਂ ਹੋਣੀ। ਵੇ ਸਾਡੇ ਰਾਮਗੜੀਆਂ ਦੇ ਘਰ ਮੁਸਲੀ ਅਰਾਈਆਂ ਦੀ ਕੁੜੀ, ਵੇ ਉੱਤਰ ਜਾਣਿਆ। ਵੇ ਅਸੀਂ ਤੇ ਨਾ ਮਰਜਣੇ ਦੇ ਘਰਾਂ ਦਾ ਰਿੱਧਾ ਪੱਕਾ ਕਦੀ ਮੂੰਹ ਨਹੀਂ ਸੀ ਲਾਇਆ, ਤੇ ਤੂੰ ਕਹਿੰਦਾ ਮੈਂ ਇਹਨੂੰ ਆਪਣੀ ਨੂੰਹ ਬਣਾ ਲਵਾਂ, ਇਹਨੂੰ ਆਪਣੇ ਚੌਂਕੇ ਚੰਦ ਰਾਂ। ਵੇ ਇਹ ਨੱਥ ਮੈਂ ਕਦੇ ਨਹੀਂ ਹੋਣ ਦੇਣਾ।
ਤੇ ਹੋਰ ਕੀ ਨੱਕ ਵੜਾ ਕੇ ਰੱਖਤੀ ਸਾਡੇ ਖਾਨਦਾਨ ਦੀ ਨੇ। ਉਹ ਕਿਹੜਾ ਖਾਨਦਾਨ ਓਏ ਕਿਸੇ ਰਾਜੇ ਮਹਾਰਾਜ ਦੀ ਲਾਜ। ਵੇ ਰਾਜੇ ਮਹਾਰਾਜ ਤਾਂ ਨਹੀਂ, ਤੇਰੇ ਦਾਦਾ ਨਿੱਕਾ ਸੋਹਣਾ ਨਾਮ ਵੱਜਦਾ ਹੁੰਦਾ ਸੀ ਚੌਂ ਪਿੰਡਾਂ 'ਚ। ਵੇ ਉਹਦੇ ਵਰਗਾ ਮਿਸਤਰੀ ਸਾਰੇ ਇਲਾਕੇ ਵਿੱਚ ਕੋਈ ਨਹੀਂ ਸੀ। ਅਲੋਕਾਰ ਚੀਜ਼ਾਂ ਬਣਾਉਂਦਾ ਹੁੰਦਾ ਸੀ ਉਹ ਵੇਖ, ਉਹ ਜਿਹੜੀ ਅੰਦਰ ਅਲਮਾਰੀ ਪਈ ਹੈ ਨਾ, ਬਿਨਾਂ ਕਿਸੇ ਕਿਲ ਦੇ ਬਣੀ ਆ। ਤੇ ਤੇਰਾ ਪਿਓ ਲਾਰ ਖਾਣੇ ਤੋਂ ਲੈ ਕੇ ਮਰੀ ਤੱਕ ਕੰਮ ਤੇ ਜਾਂਦਾ ਹੁੰਦਾ ਸੀ। ਵੇ ਉਹਦੇ ਕੰਮ ਦੀ, ਉਹਦੀ ਸ਼ਰਾਫਤ ਦੀ, ਉਹਦੀ ਇਮਾਨਦਾਰੀ ਸਹੁੰ ਖਾਂਦੇ ਹੁੰਦੇ ਸੀ ਲੋਕੀ। ਆਹੋ ਤਈਓ ਤੇ ਬੜੀਆਂ ਅਟਾਰੀਆਂ ਉਸਰੀਆਂ ਪਈਆਂ ਨਾ, ਬੜੇ ਮਹਿਲ ਬਣਾਤੇ ਉਹਨਾਂ ਨੇ। ਵੇ ਮੈਂ ਨਹੀਂ ਬਣਾਏ, ਘਰ ਤੇ ਆਪਣਾ ਹੈ ਨਾ। ਜੇ ਕਿਤੇ ਕਿਸ਼ਨਪੁਰੇ ਵਾਲਾ ਭਾਣਾ ਨਾ ਵਾਪਰਦਾ, ਉਹਨੇ ਤੇ ਘਰ ਨੂੰ ਕਿਤੇ ਦਾ ਕਿਤੇ ਲੈ ਜਾਣਾ ਸੀ। ਹਾਏ ਨੀ ਮੇਰੀਏ ਕਿਸਮਤੇ, ਕਿਸ਼ਨਪੁਰੇ ਚ 12 ਪਾਉਣ ਗਿਆ ਸੀ ਜੱਜ ਸਾਹਿਬ ਦੇ, ਉੱਤੋਂ ਹੇਠਾਂ ਡਿੱਗਿਆ, ਲੱਕ ਟੁੱਟ ਗਿਆ, 6 ਮਹੀਨੇ ਮੰਜੇ ਤੇ ਰਿਹਾ, ਰੀਂਗ ਰੀਂਗ ਕੇ ਮਰਿਆ। ਮੈਂ ਰੰਡੀ ਹੋ ਗਈ। ਵੇ ਮੈਂ ਹੀ ਜਾਣਦੀ ਆ ਮੈਂ ਕਿੱਦਾਂ ਰੰਡੇਪਾ ਕੱਟਿਆ ਤੇ ਕਿੱਦਾਂ ਤੁਹਾਨੂੰ ਪਾਲਿਆ। ਮੀਤੋ ਤੇ ਮਸਾਂ ਮਹੀਨੇ ਕਦੀ ਸੀ ਤੇ ਤੂੰ ਰੁੜ ਜਾਣਿਆ ਜੱਸਿਆ 2 ਵਰਿਆਂ ਦਾ ਵੀ ਨਹੀਂ ਸਾਂ। ਤੇ ਉਸ ਵਰੇ ਤੈਨੂੰ ਉਹ ਮਡੋੜ ਲੱਗੇ, ਮੈਂ ਜਾਣਦੀ ਜਾਂ ਮੇਰਾ ਵਾਹਿਗੁਰੂ ਰੱਬ ਨੇ ਹੱਥ ਦੇ ਕੇ ਬਚਾਇਆ ਸੀ। ਢਡਿਆਲੇ ਵਾਲੇ ਜਾਰੇ ਪੀਰ ਦਾ ਧਾਗਾ ਕਰਾ ਕੇ ਲਿਆਈ ਸਾਂ, ਫੇਰ ਬਚੇ ਸੇ ਤੂੰ। ਨਾ ਬੀਬੀ, ਉਹ ਜੇ ਉਹਨਾਂ ਨੇ ਪੀਰ ਕੋਲੋਂ ਧਾਗਾ ਕਰਾ ਸਕਦੀ ਆ ਤੇ ਉਹਨਾਂ ਦੀ ਕੁੜੀ ਨੂੰ ਨੌ ਨਹੀਂ ਬਣਾ ਸਕਦੀ। ਇਹ ਪੀਰਾਂ ਫਕੀਰਾਂ ਦੀ ਗੱਲ ਹੋਰ ਹੈ। ਨਾਲੇ ਕਾਕਾ ਅੱਖੀ ਵੇਖ ਕੇ ਮੋਹਰਾ ਤਾਂ ਨਹੀਂ ਝੱਟ ਹੁੰਦਾ। ਬੀਬੀ ਇਹ ਚੱਟਣਾ ਪੈਣਾ ਹੀ, ਤੈਨੂੰ ਨਹੀਂ ਪਤਾ ਮੈਂ ਕਿੱਦਾਂ ਲੈ ਕੇ ਆਇਆ ਉਹਨੂੰ। ਕਿੱਦਾਂ ਲਿਆਇਆ ਵੇ, ਪਤਾ ਆ ਸਾਨੂੰ। ਉਹ ਜਿਹੜਾ ਤੁਸੀਂ ਨਹਿਰ ਤੇ ਕਾਫਲਾ ਵੱਢਿਆ ਤੇ ਲੁੱਟਿਆ ਨਾ, ਉਹ ਚੋਂ ਹੀ ਆ ਕੁੜੀ। ਐਦਾਂ ਨਹੀਂ ਮਿਲੀ ਇਹਦੇ ਵਾਸਤੇ ਮੈਂ ਖੂਨ ਦਾ ਦਰਿਆ ਤਰਿਆ। ਮੈਂ ਹੀ ਜਾਣਦਾ ਕਿੱਦਾਂ ਇਹਨੂੰ ਮੈਂ ਮੀਕੇ ਪਿੰਡ ਲੈ ਕੇ ਪਹੁੰਚਿਆ ਤੇ ਕਿੱਦਾਂ ਫਿਰ ਪੰਡੋਰੀ। ਇਹ ਲੋਕੀ ਤੇ ਹਜ਼ਾਰ ਗੱਲਾਂ ਕਰਦੇ ਨੇ ਕਿ ਪੰਡੋਰੀ 'ਚ ਕੀ ਨਹੀਂ ਹੋਇਆ। ਉਹ ਬੀਬੀ ਲੋਕਾਂ ਦਾ ਕੰਮ ਹੀ ਫਜ਼ੂਲ ਦੀਆਂ ਗੱਲਾਂ ਕਰਨਾ ਵਾ। ਇਹ ਅਸੀਂ ਲੋਕਾਂ 'ਚ ਵਸਣਾ ਆ ਨਾ। ਮੈਂ ਬਰਾਦਰੀ ਨੂੰ ਕੀ ਜਵਾਬ ਦੇਵਾਂਗੀ? ਲੋਕੀ ਕੀ ਆਖਣਗੇ? ਖਜਾਲੇ ਵਾਲੇ ਮਿਸਤਰੀਆਂ ਦੇ ਦੋਤੇ ਨੇ ਮੁਸਲਮਾਨੀ ਰੱਖ ਲਈ। ਬੀਬੀ ਇਹ ਤਾਂ ਇੱਥੇ ਰਹਿਣੀ, ਜੋ ਮਰਜ਼ੀ ਕਰ ਲਾ। ਤੈਨੂੰ ਸ਼ਰਮ ਨਹੀਂ ਆਉਂਦੀ? ਇਹ ਵੱਡਾ ਭਰਾ ਵਿਆਹਣ ਵਾਲਾ ਆ, ਕੁੜੀ ਧਰੇਕ ਦੀ ਹੋਈ ਪਈ ਆ। ਨਾ ਕੁੜੀ ਧਰੇਜਦੀ ਹੋਈ ਆ ਤੇ ਫੇਰ ਉਹਨੂੰ ਸਰਦਾਰਾਂ ਵੱਲ ਕੋ ਭੇਜਦੀ ਏ। ਇਹ ਤੂੰ ਚੁੱਪ ਰਹਿ। ਉਸ ਘਰ ਦੇ ਬੜੇ ਸਹਾਨ ਆ ਸਾਡੇ ਸਿਰ ਤੇ, ਔਖੀ ਵੇਲੇ 'ਚ ਬਾਂਹ ਫੜਦੇ ਰਿਹਾ ਸਾਡੀ। ਤੂੰ ਗੱਲ ਨੂੰ ਵੜਾ ਨਾ, ਬੰਦੇ ਦਾ ਪੁੱਤ ਮਰ ਕੇ ਤੇ ਉਸ ਮੁਸਲੀ ਨੂੰ ਕੱਢ ਬਾਹਰ ਤੇ ਛੱਡ ਕੇ ਜਿੱਥੇ ਛੱਡਣੀ ਹੋ। ਬੀਬੀ 100 ਹੱਥ ਰਸਰ ਸਿਰੇ ਤੇ ਗੰਢ, ਉਹ ਇੱਥੇ ਰਹਿਣੀ ਓ। ਤੇ ਜੇ ਕਿਸੇ ਨੇ ਬੁੱਧੀ ਚੂੰਪਾ ਕੀਤੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ। ਨਾ ਮੇਰਾ ਵੀਰ ਨਾ, ਏਦਾਂ ਨਾ ਕਰੀ, ਤੈਨੂੰ ਮੈਂ ਦੱਸਦੀ ਆ ਕੀ ਕਰਨਾ ਹੈ। ਚੱਲ ਤੂੰ ਹੁਣ ਦੱਸੇ ਕਿ ਇਹੀ ਕਰਨਾ ਹੁਣ। ਮੈਂ ਨਹੀਂ, ਸਰਦਾਰ ਜੀ ਨੇ ਦੱਸਿਆ ਹੀ ਕੀ ਕਰਨਾ ਆ। ਬੀਬੀ ਉਹਨੇ ਕਿਹਾ ਵਾ ਜੱਸਾ ਰੱਖ ਲੈ ਫੱਜਾਂ ਨੂੰ, ਕੁਝ ਨਹੀਂ ਹੁੰਦਾ। ਅੱਛਾ ਇਹ ਕਿਹਾ ਆ ਸਰਦਾਰ ਦੇ ਮੁੰਡੇ ਨੇ? ਹਾਂ ਬੀਬੀ, ਛੋਟੇ ਸਰਦਾਰ ਜੀ ਨੇ ਕਿਹਾ ਵਾ। ਉਹਦਾ ਤੇ ਹੋ ਗਿਆ ਦਿਮਾਗ ਖਰਾਬ, ਪਤਾ ਨਹੀਂ ਕੀ ਗਿਟਮਿਟ ਕਰਦਾ ਰਹਿੰਦਾ। ਕੋਈ ਗਿਟਮਿਟ ਨਹੀਂ ਕੀਤੀ, ਉਹਨੇ ਤਾਂ ਸਾਫ਼-ਸਾਫ਼ ਕਿਹਾ ਹੈ ਕਿ ਮੈਂ ਸਰਪੰਚ ਨੂੰ ਤੇ ਪਿੰਡ ਵਾਲਿਆਂ ਨੂੰ ਆਪੇ ਸਮਝਾ ਲਾਂਗਾ। ਬੱਲੇ ਹੋ ਸਰਦਾਰਾ, ਅਜੇ ਤੇ ਵਰੇ ਪਹਿਲਾਂ ਦੀ ਗੱਲ ਆ। ਜਦ ਤਾਲਿਆਂ ਦੇ ਵੀ ਮਾਲੀ ਗੁੱਚੇ ਸੁਨਿਆਰੀ ਕੱਢ ਕੇ ਲੈ ਗਿਆ ਸੀ, ਉਹ ਤਾਂ ਕਹਿੰਦਾ ਜੱਟਾ ਘਰ ਸੁਨਿਆਰੀ ਵਸ ਨਹੀਂ ਸਕਦੀ ਤੇ ਉਹ ਸਿੱਖਾਂ ਘਰ ਮੁਸਲੀ ਵਸਾਉਣ ਡਿਆ। ਬੱਲੇ ਹੋਏ। ਮੇਰੀ ਗੱਲ ਕੰਨ ਖੋਲ ਕੇ ਸੋਲਾ ਭਾ ਪ੍ਰਤਾਪਿਆ। ਤੇ ਬੀਬੀ ਤੂੰ ਵੀ ਆ ਸਰਦਾਰ ਨੇ ਕਹਿਤਾ ਨਾ, ਚਲੋ ਚੰਗੀ ਗੱਲ ਆ। ਆਪਾਂ ਸਰਦਾਰ ਕਹੇ ਨਾ ਕਹੇ, ਆ ਪਿੰਡ ਵਾਲੇ ਮੰਨਣ ਨਾ ਮੰਨਣ, ਤੁਸੀਂ ਸਾਰੇ ਪਾਓ ਢੱਠੇ ਖੂਚ, ਉਹ ਇੱਥੇ ਰਹਿਣੀ ਜੇ। ਜੇ ਕਿਸੇ ਨੇ ਬਹੁਤੀ ਚੂੰਪੈਂ ਕੀਤੀ ਨਾ ਤੇ ਆਪਣਾ ਹਿਸਾਬ ਆਪੇ ਲਾ ਲਿਓ। ਅੱਛਾ ਇਹ ਤੂੰ ਹੁਣ ਸਾਨੂੰ ਮਾਰੇਗਾ? ਲੈ ਮਾਰ ਆਪਣੀ ਮਾਂ ਨੂੰ ਮਾਰ ਤੇ ਫੇਰ ਮਸਾਲੀ ਉਸ ਕੰਜਰੀ ਨੂੰ। ਛੱਡ ਬੀਬੀ, ਕੀ ਚੱਲ ਜਾ ਖਲਾਰਨ ਡਈ ਆ? ਕੋਈ ਚੱਜ ਦੀ ਗੱਲ ਕਰ ਤੇ ਗੱਲ ਨਿਬੇੜੋ। ਨੀ ਕੀ ਗੱਲ ਨਿਬੇੜਾ? ਉਸ ਮੁਸਲੀ ਨੂੰ ਆਪਣੀ ਨੂੰਹ ਬਣਾ ਲਾ, ਉਹਨੂੰ ਆਪਣੇ ਚੌਂਕੇ ਚੜਾ ਲਾ। ਹਾਏ ਵੇ ਲੋਕੋ, ਮੈਂ ਕਿਸੇ ਪਾਸੇ ਜੋਗੀ ਨਹੀਂ ਰਹਿਣਾ। ਮੇਰਾ ਪੁੱਤ, ਮੇਰਾ ਘਰ, ਮੇਰਾ ਚੌਂਕਾ ਸਭ ਪਿੱਟੇ ਜਾਣੇ ਆ। ਉਹ ਕਿਤੇ ਨਹੀਂ ਪਿੱਟੇ ਜਾਂਦੇ ਬੀਬੀ, ਉਹਨੂੰ ਆਪਾਂ ਅੰਮ੍ਰਿਤ ਛਕਾਵਾਂਗੇ, ਸਿੰਗਣੀ ਬਣਾਵਾਂਗੇ, ਕਮਾਣੀ ਤਾਂ ਪਿਆਣੇ ਸਾਹਿਬ ਤੋਂ ਇਸ਼ਨਾਨ ਕਰਾ ਕੇ ਲਿਆਵਾਂਗੇ ਬਾਬਾ ਨਾਮਦੇਵ ਦੇ ਗੁਰਦਾਰੇ ਤੋਂ। ਵੇ ਏਦਾਂ ਕੌਮਾਂ ਬਦਲ ਜਾਂਦੀਆਂ ਨੇ। ਵੇ ਤੂੰ ਜੱਸੀ ਕੋੜਿਆ ਧਰਮ ਭ੍ਰਿਸ਼ਟ ਕਰੇਗਾ ਸਾਡਾ। ਵੇ ਮੈਂ ਤੇਰੇ ਪਿਓ ਨੂੰ ਉੱਤੇ ਜਾ ਕੇ ਕੀ ਮੂੰਹ ਵਿਖਾਉਂਗੀ? ਨਾ ਬੀਬੀ, ਜੇ ਮੇਰਾ ਤੇ ਭਾ ਦਾ ਵਿਆਹ ਨਾ ਹੋਇਆ ਫੇਰ ਸਾਡੇ ਪਿਓ ਨੂੰ ਉੱਤੇ ਜਾ ਕੇ ਕੀ ਮੂੰਹ ਖਾਏਗੀ? ਬੀਬੀ ਭਾ ਠੀਕ ਕਹਿੰਦਾ ਆ। ਜਦੋਂ ਸਰਦਾਰ ਜੀ ਸਾਡੀ ਹਮਾਇਤ ਤੇ ਫਿਰ ਸਾਨੂੰ ਕਾਹਦਾ ਡਰ ਆ? ਕਰ ਲੋ, ਮਰੋ ਪਰਾਂ ਜਾ ਕੇ ਟੱਠੇ ਖੂਚ ਪਾਓ ਮੇਰੀ ਵੱਲੋਂ ਜਾ ਕੇ। ਮੈਂ ਤੇ ਆਪਣਾ ਚੌਂਕਾ ਹੀ ਵੱਖ ਕਰ ਉਹ ਲੈਣਾ। ਬੀਬੀ ਇਹ ਕਿਉਂ ਤੂੰ ਗੁੱਸੇ ਜਾਨੀ ਹੈ? ਲੈ ਭੈਣ ਮਿੱਤੋ, ਆਹ ਲੈ ਫੜ ਚਾਬੀਆਂ ਹੈ। ਉਹ ਜਿੱਦਰਾ ਖੋਲ ਤੇ ਵਿਚਾਰੀ ਨੂੰ ਪਾਣੀ ਪੂਣੀ ਪਿਆ, ਸਵੇਰ ਦੀ ਅੰਦਰ ਲੱਗੀ ਪਈ ਹੈ। ਉਹ ਬੀਬੀਏ, ਉਹ ਤੂੰ ਕੋ ਫਿਕਰ ਕਰਦੀਆਂ ਹੈ? ਉਹ ਸਭ ਕੁਝ ਉਹ ਵਾਹਿਗੁਰੂ ਤੇ ਛੱਡ ਦੇ, ਉਹ ਸਭ ਭਲੀ ਕਰੇਗਾ। ਤੂੰ ਫਿਕਰ ਨਾ ਕਰ ਬੀਬੀਏ, ਤੂੰ ਫਿਕਰ ਨਾ ਕਰ।
तोड़ के मारिया गया। या अल्लाह, मैं क्यों नहीं मर गई? इतनी खलकत मरी, मैं क्यों जीनी है? मैं क्यों नहीं मर गई? इन्हां जरवाणिया ने मेरे सामने मेरी अम्मी नू मारे, मेरे अब्बू नू मारे, मेरी तो छोटी जनते नू मारे। जनते है किसी निक्की जी मलूक जी, मैं तो पूरे 4 बरे छोटी, मैं तो गोदी च खटाया सी ओनू, पर छिटा करती आई ते ओदियां अंदरां चीर गई। राजा सुखा ऐशा किन्ने ने नहर च छाड़ा मार दित्तियां ते लोग जनानियां नू इदां पए जिवें भेडां बकरियां होण, इदां कोया जिवें शिकारी जानवर कोंदे ने। इन्ना जुल्म, इन्ना कहर, किन्ना धोखा होया। एक थानेदार दे नाल ओदी गारत सी, आके आखण लगे पैसे चाहिए। ਅਸੀਂ ਸਾਰਿਆਂ ਨੇ ਪੈਸੇ ਦਿੱਤੇ, ਕਹਿਣ ਲੱਗੇ ਸਿਰਫ 5000 ਹੋਇਆ, ਅਸੀਂ ਆਪਣੇ ਗਹਿਣੇ ਵੀ ਦਿੱਤੇ। ਕਹਿਣ ਲੱਗੇ ਤੁਸੀਂ ਇੱਥੇ ਕਮਾਦਾਂ ਚ ਲੁੱਕ ਕੇ ਬੈਠੋ, ਇੱਥੋਂ ਅੱਗੇ ਫੌਜ ਖੜੇਗੀ ਤੁਹਾਨੂੰ। ਸਾਰੀ ਰਾਤ ਉਡੀਕਦੇ ਰਹੇ। ਫੌਜ ਤੇ ਕੀ ਆਉਣੀ ਸੀ, ਆ ਗਏ ਲੁਟੇਰੇ ਤਾੜਵੀਆਂ ਕਾਲ ਅਕਾਲ ਕਰਦੇ। ਸਾਡੇ ਬੰਦੇ ਵਿਚਾਰੇ ਭੁੱਖੇ ਪਾੜੇ, ਤੂੰ ਡੰਗਾ ਤੋਂ ਕਿਸੇ ਦੀ ਰੋਟੀ ਵੀ ਨਹੀਂ ਸੀ ਖਾਦੀ। ਬੜਾ ਲੜੇ पेश जाती है पिस्तौला बंदूका सामने ते जस्सा किवें फैर करन दिया जिवें सामने बंदे ने शिकार होण। वे तुहाडा कख ना रवे, अल्लाह ताला तुहानू ओ सज़ा देवे कि देख के फरिश्ते भी कांपण। तू एक किहो जे दिन विखाउण दिया है अपनी मखलूक। अजे पिछले सियाल दी गल है, अम्मी आखदी सी फज्जा आंदे बरे तेरा निकाह कर देना, ते बरात दा भी नहीं निकलिया कि पूरा टब्बर साफ कर गया। या अल्लाह, मैं क्यों नहीं मर गई? मैं क्यों नहीं? पहाड़ पर ते गामा जे बच भी गए हो, मैनू लभ भी लैंदे। या अल्लाह, मैं की मुंह विखाऊंगी उन्होंने? मैं की बतावा बोली जाती हूँ? ये वक्त क्यों नहीं लग जाता? अल्लाह, ये वक्त क्यों नहीं लग जाता? ये वक्त क्यों नहीं लग जाता? वक्त क्यों नहीं लग जाता? लंघ जाएगा वक्त फज्जा राणीए, कभी वेड़ा भी रुकिया। मैनू मार दे, मेरा गला पड़ दे, मैं तो सुटिया मैनू, मेरी तौड़ पड़ दे, मैनू मार छोड़ दे, मैनू मार छोड़ दे। ਐਵੇਂ ਮਰ ਜਾਂਦਾ ਵਾ, ਤੈਨੂੰ ਮੈਂ ਮਾਰ ਦੇਣ ਵਾਸਤੇ ਚੁੱਕ ਨਹੀਂ ਲੈ ਕੇ ਆਇਆ। ਤੈਨੂੰ ਤੇ ਮੈਂ ਰਾਣੀ ਬਣਾ ਕੇ ਰੱਖਾਂਗਾ ਫੱਜਾ ਰਾਣੀਏ, ਰਾਣੀ। रानी बड़े जोगी हुण मैं किथे? वे तू मेरे मां प्यो, मेरे भैन भरा किसी नू नहीं बख्शे, निक्की जी जनते नू भी नहीं। वे तू ते अपने यार बशीरे दी भी जान ले लई। ਉਹਨਾਂ ਗੱਲਾਂ ਨੂੰ ਭੁੱਲ ਜਾ ਫੱਜਾ। भुल जावा, मार ते मैनू, मैं तां ही भुल सकां। ਮੈਂ ਤੈਨੂੰ ਕਿਹਾ ਨਾ ਉਹਨਾਂ ਗੱਲਾਂ ਨੂੰ ਭੁੱਲ ਜਾ। ਓਏ ਝੱਖੜ ਸੀ, ਝੁੱਲਣਾ ਤੂੰ ਝੁੱਲ ਗਿਆ, ਹੁਣ ਭੁੱਲ ਜਾ ਸਭ ਕੁਝ। या अल्लाह, मैनू इस दोज़ख चों बाहर कर। या मेरे नबी मैनू किसे पासे ला, अल्लाह नहीं ते मैनू। ਤੈਨੂੰ ਮੈਂ ਜੋ ਸਮਝਾਇਆ ਤੂੰ ਸਮਝੀ ਨਹੀਂ। ਚੱਲ ਉੱਠ ਕੇ ਨਹਾ ਧੋ, ਆ ਕੱਪੜੇ ਬਦਲ, 36 ਕੰਮ ਨਹੀਂ ਕਰਨ ਵਾਲੇ। ਗੁਰਦੁਆਰੇ ਜਾਣਾ, ਭਾਈ ਜੀ ਨੂੰ ਖਬਰ ਕਰਨੀ ਹੈ। ਨਾਲੇ ਜੋ ਮੈਨੂੰ ਬਾਰ-ਬਾਰ ਸੁਣਾਉਣ ਦੀ ਹੈ ਨਾ, ਇਹ ਮੈਨੂੰ ਸੁਣਾਉਣ ਦੀ ਲੋੜ ਨਹੀਂ ਹੈ, ਤੇ ਨਾ ਹੀ ਮੈਂ ਸੁਣਨਾ ਹੀ। ਮੈਂ ਜਰਾ ਬਾਹਰ ਨੂੰ ਚੱਲਿਆ, ਮੱਸਾ ਬੈਠਾ ਤੇਰੀ ਰਾਖੀ ਤੇ, ਜੇ ਭੱਜਣ ਦੀ ਕੋਸ਼ਿਸ਼ ਕੀਤੀ ਨਾ ਪਿੱਛੋਂ ਗੋਲੀ ਆਉ ਛੂਕਦੀ। ਨਾਲੇ ਹਾਂ, ਆ ਜਿਹੜਾ ਗੱਲ ਤੇ ਅੱਲਾ ਖੁਦਾ ਸ਼ੁਦਾ ਕਰਦੀ ਹੈ ਨਾ, ਇਹ ਸਭ ਕੁਝ ਭੁੱਲ ਜਾ। ਸਤਨਾਮ ਵਾਹਿਗੁਰੂ ਕਹਿ ਕਰ, ਸਤਨਾਮ ਵਾਹਿਗੁਰੂ। ਭੁੱਲ ਜਾਏਗੀ ਤੇ ਚੰਗੀ ਰਹੇਗੀ। ਭੁੱਲ ਜਾ ਸਭ ਕੁਝ। ਭੁੱਲ ਜਾ, 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 ਸਭ ਕੁਝ ਤੂੰ ਭੁੱਲ ਜਾ। ਭੁੱਲ ਜਾ ਮਾਂ ਪਿਓ ਸਭ ਕੁਝ ਭੁੱਲ ਜਾ। ਭੁੱਲ ਜਾ ਭੈਣ ਭਰਾ, ਭੁੱਲ ਜਾ, ਭੁੱਲ ਜਾ, ਭੁੱਲ ਜਾ, ਭੁੱਲ ਜਾ ਅੱਲਾ, ਭੁੱਲ ਜਾ ਮੌਲਾ, ਭੁੱਲ ਜਾ ਓ ਖੁਦਾ, ਭੁੱਲ ਜਾ ਅੱਲਾ, ਭੁੱਲ ਜਾ ਮੌਲਾ, ਭੁੱਲ ਜਾ ਓ ਖੁਦਾ। ਅੰਗ
भुल जा सब कुछ तू भुल जा बाड़े अग्नि नवी ते नवा चुल्ला ले तू खा बाड़े अग्नि नवी ते नवा चुल्ला ले तू खा जिंद दे तवे ते कोई रोटी नहीं पका भुल जा सब कुछ तू भुल जा भुल जावा किद्दां भुल जावा मेरे ते दम दम च वसे सारा कुछ अल्लाह असी किथे जाना अब्बा दसदा सी कि हशर दिहाड़े दोज़ख ते एक पुल पैना वालों बरीक ते तलवार दी तार तो तिखा पुल से रात हाँ पुल से रात हर बंदे नूं इहदे उत्तों दी लंघ के जाना पैना गुनाहगार थल्ले डिग पैणगे ते दोज़ख दी अग च सड़न पर या खुदा मैं की गुनाह कीता है कि तू मैनूं इस दोज़ख च सड़न ए काफिरा दा कर इस तो वड्डा दोज़ख और केड़ा हो सकदा अल्लाह किन्ने दिन हो गए ने मैं तो नमाज भी नहीं पढ़ी आज मैं किन्ने दिनों बाद नकदी क्यों ना नमाज ही पढ़ लवा अल्लाहू अकबर ਇਹ ਕੀ ਹੋ ਰਿਹਾ ਨਮਾਜ਼ ਪੜ੍ਹੀ ਜਾ ਰਹੀ ਹੈ ਤੈਨੂੰ ਮੈਂ ਜੋ ਸਮਝਾਇਆ ਸੀ ਤੂੰ ਸਮਝੀ ਨਹੀਂ ਬੋਲਦੀ ਨਹੀਂ ਹੁਣ ਗੁੰਗੀ ਹੋ ਗਈ ਹੈ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਜੇ ਇਸ ਘਰ 'ਚ ਦੁਬਾਰਾ ਨਮਾਜ਼ ਪੜ੍ਹੀ ਨਾ ਤਾਂ ਵੇਖੀ ਤੇਰਾ ਹੁੰਦਾ ਕੀ ਹੈ की कर लेगा तू मार ही देगा ना लिया तलवार ते वट सुन ਵੱਡਾ ਦਾ ਕਿਉਂ ਫੱਜਾ ਰਾਣੀਏ ਤੈਨੂੰ ਤੇ ਮੈਂ ਗੱਲ ਨਾਲ ਲਾ ਕੇ ਰੱਖਾਂਗਾ ਨਾਲੇ ਹੁਣ ਤੂੰ ਨਮਾਜ਼ ਪੜਨ ਜੋਗੀ ਰਹਿਣਾ ਹੀ ਨਹੀਂ तू किड्डा रोक सकता है दुनिया की कोई भी ताकत मैनू नमाज पढ़न तो नहीं रोक सकती ਫੱਜਾ ਰਾਣੀਏ ਤੂੰ ਹੁਣ ਨਮਾਜ਼ ਪੜਨ ਜੋਗੀ ਰਹਿਣਾ ਹੀ ਨਹੀਂ ਹੁਣੇ ਆਪਾਂ ਗੁਰਦੁਆਰੇ ਚਲੇ ਜਾਣਾ ਤੇ ਭਾਈ ਜੀ ਨੇ ਤੈਨੂੰ ਅੰਮ੍ਰਿਤ ਛਕਾ ਦੇਣਾ ਫਿਰ ਤੂੰ ਨਮਾਜ਼ ਕਿੱਦਾਂ ਪੜੇਗੀ मैं नहीं जाना कोई गुरुद्वारे मैं नहीं छकना कोई अमृत ਨਾ ਛਕਣਾ ਕਿੱਦਾਂ ਨਹੀਂ ਅੰਮ੍ਰਿਤ ਛਕੇਂਗੀ ਸਿੰਘਣੀ ਸੱਜੇਂਗੀ ਤਾਂ ਹੀ ਤੈਨੂੰ ਮੈਂ ਚੌਂਕੇ ਚੜਨ ਦਊਂ ना चढ़न दे तू मैनू चौंके कुट दे मेरा गला ਤੁਰਦੀਆਂ ਸਿੱਧੀ ਹੋ ਗਏ ਕੱਲਾ ਵਾ ਤੇਰਾ ਕਾਟਾ लाकुड़े तू चुन्नी पुरानी लाकुड़े तू चुन्नी पुरानी लाकुड़े तू लाल लिबास पुराना नी तू पैण नवा कोई वाणा नी तू लाल लिबास पुराना नी तू पैण नवा कोई वाणा नी तू हुणे नवा हुणे ताना नी जोड़ा सुहाग दा पागुणे तू लाकुड़े तू चुन्नी पुरानी लाकुड़े तू छड्डी दे राग पुराने नी सिख ले नवे तू गाने नी तू छड्डी दे राग पुराने नी सिख ले नवे तू गाने नी ए वेले अन्ने गाने नी तू गीत ये नादा गाकुड़े लाकुड़े तू चुन्नी पुरानी लाकुड़े तू चुन्नी पुरानी
तो तू फज्जा नहीं हरनाम कौर है, हरनाम कौर। देखो कैसी शाम होई फज्जा सी हर नाम होई, देखो कैसी शाम होई फज्जा सी हर नाम होई, कैसी आई हमेरी ये ते के ही ते नाम होई फज्जा सी हर नाम होई, देखो कैसी शाम होई। पाटा चक्का मुल्क दा कुछ पता न लगा कनक दा, पाटा चक्का मुल्क दा कुछ पता न लगा कनक दा, ए ताई आजादी ए ते साडे लहू दे नाम होई फज्जा सी हर नाम होई, देखो कैसी शाम होई। तुर पई केड़े राह दे उत्ते काले नाग जिते ने सुते, तुर पई केड़े राह दे उत्ते काले नाग जिते ने सुते, टुकी गई जो नीर उत्ते गल उदों ए होई फज्जा सी हर नाम होई, देखो कैसी शाम होई। ਇਹ ਕੀ ਹੋ ਗਿਆ ਕਿ ਕਦੀ ਇਦਾਂ ਵੀ ਹੁੰਦਾ ਹੈ ਕਿ 2 ਘੁੱਟ ਮਿੱਠੇ ਪਾਣੀ ਦੇ ਪਿਆ ਕੇ ਬੰਦੇ ਦਾ ਨਾਮ ਬਦਲ ਦਿੱਤਾ ਜਾਏ, ਉਹਦਾ ਦੀਨ ਈਮਾਨ ਬਦਲ ਦਿੱਤਾ ਜਾਏ। ਹੁਣ ਤੱਕ ਜੋ ਕੁਝ ਲੰਗੀ ਪੀਤੀ ਹੈ ਸਾਰੇ ਕੁਝ ਦੀ ਫੱਟੀ ਪੋਚ ਦਿੱਤੀ ਜਾਏ, ਪਰ ਹੁਣ ਤਾਂ ਇਹ ਹੋ ਗਿਆ ਹੈ ਨਾ। ਜਦੋਂ ਮੈਨੂੰ ਉਹ ਪਾਣੀ ਪਿਆਇਆ ਸੀ ਕੀ ਕਹਿੰਦੇ ਨੇ ਉਹਨੂੰ ਅੰਮ੍ਰਿਤ, ਤਾਂ ਮੈਨੂੰ ਏਦਾਂ ਲੱਗਾ ਕਿ ਇਹ ਤਾਂ ਮੇਰੇ ਗਲੇ 'ਚ ਹੀ ਅੜ ਜਾਣਾ, ਮੈਂ ਤਾਂ ਪੀਤਾ ਹੀ ਨਹੀਂ ਜਾਣਾ। ਪੀਤਾ ਗਿਆ ਹੈ ਨਾ। ਅੱਲਾ ਮੈਨੂੰ ਕੁਝ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ, ਕਦੀ ਤਾਂ ਉਸੇ ਪਲ ਮਰਨ ਨੂੰ ਜੀ ਕਰਦਾ ਹੈ ਤੇ ਕਦੀ ਨਹੀਂ। ਅੱਲਾ ਪਾਕ ਤੂੰ ਹੀ ਦੱਸ ਤੇਰੀ ਫੱਜਾ ਕੀ ਕਰੇ ਤੇਰੀ ਫੱਜਾ। ਅੱਲਾ तेनू समझाए तो तू समझ जा, हुण तू फज्जा नहीं हरनाम कौर है, मेरी हरनाम कौर। हुण तू ये अल्लाह खुदा शुदा ये सब कुछ कहना बंद कर, सतनाम वाहिगुरू क्या कर, सतनाम वाहिगुरू। चल ठीक है मेरे वालों खोल है ये विचों कदी कदी ये अल्लाह खुदा शुदा कह लिया कर, पर अंदर बढ़ के आवाज नहीं होनी चाहिए। अल्लाह इन्नी हौली हौली कहना ते बाहर निकल के उच्ची सारी सतनाम वाहिगुरू कहना। देख हरनाम खोरे हुण तेरे दुखों के दिन बीत गए ने ते मैं तेनू फुल्लां वांग रखांगा, फुल्लां वांग। फुल्ला वर्गा हुण मेरे च रह की गया। नहीं हरनाम कोरे तू हाले भी फुल है, सोना फुल ते मैं तेरे च खुशबुआं पाते देख मैं तेरे के हाथ जोड़दी, मैनू किसी तरह रावी पार करा दे, मैं सारी उम्र तेनू दुआवां देंदी रहूं। हो दुआवां तू इत्थे बैठ के कर, ते हरनाम करे तू समझ क्यों नहीं? तू हुण हरनाम कौन है मेरी तीवी। एक गल वेख ले कि इस मुल्क के 2 टोटे होने सी ते मेरा घर वसना सी ते मैं उजड़दा सी। देख हराम खोरे जिन्ना उजड़ना सी उजड़ गए, हुण तां बस वसना ही वसना है। आ देख आई दी रात मैं तेनू सोने दे नाल लद दियांगा। परे करे लुट दा माल, लुट दा माल लुट दा माल ते तू ही है हरनाम कोरे, लुट दा माल ते तू ही है, पर जेड़ा मैं लुटिया गया तेरे ते तेरे पता है बीपी ए पिंड वाले सरपंच सारे कहते सी कि इन्हू वड के नहर च सुट्टिया, पर मैं अड़ गया क्योंकि मैनू लुट लिया सी इन्हां सोहणियां सोहणियां अखां
ਦੇਖ ਹਰਨਾਮਪੁਰੇ, ਅੱਜ ਦੀ ਰਾਤ ਇਹੋ ਜਿਹੀਆਂ ਗੱਲਾਂ ਨਾ ਕਰ ਹਰਨਾਮਪੁਰੇ, ਅੱਜ ਦੀ ਰਾਤ ਇਹੋ ਜਿਹੀਆਂ ਗੱਲਾਂ ਨਾ। ਅੱਜ ਦੀ ਰਾਤ, 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 ਅੱਜ ਦੀ ਰਾਤ। ਭੁੱਲ ਜਾ ਕੱਲ ਨੂੰ ਪੜ੍ਹਦੀ ਬਾਬਾ, ਭੁੱਲ ਜਾ ਕੱਲ ਨੂੰ ਪੜ੍ਹਦੀ ਬਾਬਾ। ਅੱਜ ਦੀ ਰਾਤ, 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 ਅੱਜ ਦੀ ਰਾਤ। ਨਾ ਅੱਲਾ ਦਾ ਚੌੜਾ ਖੁਦਾ ਦੀ ਰਵਾ, ਨਾ ਅੱਲਾ ਦਾ ਚੌੜਾ ਖੁਦਾ ਦੀ ਰਵਾ। ਅੱਜ ਦੀ ਰਾਤ, 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 ਅੱਜ ਦੀ ਰਾਤ। ਰਿਸ਼ਮਾਂ ਦਾ ਪਾਣੀ ਚੰਦ ਦੀ ਪਰਾਂ, ਰਿਸ਼ਮਾਂ ਦਾ ਪਾਣੀ ਚੰਦ ਦੀ ਪਰਾਂ। ਮਹਿਕੀ ਸੁਪਨ ਸੁਦਾ, ਰਿਸ਼ਮਾਂ ਦਾ ਪਾਣੀ ਚੰਦ ਦੀ ਪਰਾਂ, ਰਿਸ਼ਮਾਂ ਦਾ ਪਾਣੀ ਚੰਦ ਦੀ ਪਰਾਂ। ਮਹਿਕੀ ਸੁਪਨ ਸੁਦਾ, ਦੇਹਾਂ ਦਾ ਖੇਲ ਹੋਵੇ ਕਰਾਵਾ। ਅੱਜ ਦੀ ਰਾਤ, ਅੱਜ ਦੀ ਰਾਤ, ਅੱਜ ਦੀ ਰਾਤ। ਪਾੜ ਸਿਰਾ, ਅੱਜ ਦੀ ਰਾਤ, ਪਾੜ ਸਿਰਾ, ਪਾੜ ਸਿਰਾ, ਪਾੜ ਸਿਰਾ। ਉਹ ਮੇਲਾ ਲੱਗਿਆ ਸ਼ਹਿਰ ਕੁਮਾਰ, ਜਿੱਥੇ ਲੋਕੀ ਆਵਣ ਜਾਣ। ਉਹ ਮੇਲਾ ਲੱਗਿਆ ਸ਼ਹਿਰ ਕੁਮਾਰ, ਜਿੱਥੇ ਲੋਕੀ ਆਵਣ ਜਾਣ। ਨਾਮਦੇਵ ਦਾ ਕੁੰਭ ਮਹਾਨ, ਲੱਗੀਆਂ ਵੱਡੀਆਂ ਵਿਕਣ ਸਮਾਨ। ਉਹ ਨਾਮਦੇਵ ਦਾ ਕੁੰਭ ਮਹਾਨ, ਲੱਗੀਆਂ ਵੱਡੀਆਂ ਵਿਕਣ ਸਮਾਨ। ਉਹ ਮੇਲਾ ਲੋਹੜੀ ਦਾ, ਉਹ ਜਾਣਾ ਲੋਹੜੀ ਦਾ, ਉਹ ਮੇਲਾ ਲੋਹੜੀ ਦਾ, ਉਹ ਜਾਣਾ ਲੋਹੜੀ ਦਾ, ਉਹ ਮੇਲਾ ਲੋਹੜੀ ਦਾ। ਕਿਉਂ ਬਈ ਜਵਾਨ? ਆਹ ਮਾਲਕੋ, ਹੁਕਮ ਕਰੋ ਮਾਲਕੋ। ਜੇ ਕਹੋ ਤੇ ਪੱਟਾਂ ਤੇ ਮੋਰਨੀਆਂ ਪਾ ਦਿਆਂ ਜੀ, ਜਾਂ ਮੋਰਾਂ ਤੇ ਘੁੱਗੀਆਂ ਪਾ ਦਿਆਂ ਜੀ, ਜਾਂ ਕੋਈ ਇੱਕ ਤੇ ਚੀਨਾ ਕਬੂਤਰ ਬਿਠਾ ਦਿਆਂ ਜੀ। ਉਹ ਨਹੀਂ ਨਹੀਂ, ਘੁੱਗੀਆਂ ਮੋਰਨੀਆਂ ਛੱਡ, ਬਸ ਆ ਸਰਦਾਰਨੀ ਦੀ ਬਾਤ ਦੋ ਅੱਖਰ ਪਾਉਣੇ ਆ। ਦੋ ਕੀ ਮਾਲਕੋ, ਚਾਕ ਪਾ ਲਓ। ਨਾਲੇ ਕੀ ਲਿਖਾਂਗੇ? ਸਤਨਾਮ ਵਾਹਿਗੁਰੂ ਲਿਖ ਦਿਆਂ ਜੀ, ਜਾਂ ਹਰੀਓਮ। ਠਹਿਰ ਠਹਿਰ, ਇਹ ਆ ਵੇ, ਆ ਕੀ ਲਿਖਿਆ ਕਾਗਜ਼ ਤੇ? ਪੜ੍ਹ ਲੇਗਾ? हाँ माँ को पढ़ लांगा, मैं सब पढ़ लेना, उर्दू फारसी सब। दस पर की लिखिया? माँ को ये लिखा है एक ओंकार। हाँ,
बस यही दी बाह ते पा दे। ਬੰਦ ਨਾ ਮਾਰ ਦੋ ਨਾਲੇ ਕੁਝ ਹੋਰ ਪਾ ਦਾਂਗੇ ਕੋਈ ਸੱਪ ਕੋਈ ਠੂਆ ओ नहीं नहीं हाले ही आ चल हरनाम करे आजा ਆ ਜਾ ਬੀਬੀ ਜੀ ਆ ਜਾ आजा ਬੈਠ लिख दे 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 दीगणी ते लिख दे कुमकार लिख दे कुमकार ए कुमकार लिख दे कुमकार ए कुमकार लिख दे कुमकार लिख दे नैना च लिख दे मेरे नैना दी पुकार मेरे नैना दी पुकार लिख दे सीने ते लिख दे प्रेम मेरे दी सार प्रेम मेरे दी सार लिख दे तन ते लिख दे देश धर्म दी कार देश धर्म दी कार लिख दे सावण भादों लिख दे बसंत बहार लिख दे बसंत बहार लिख दे दी गई त लिख दे ए मेरी है नार वो लिख दे ये कुमकार लिख दे कुमकार ये कुमकार लिख दे कुमकार इट्टा ला ला के इट्टा आगे हो गए ने हाथ एक दिन च 2000 इट ला सकता मैं कि जे किते नीयां भरनियां होन ते पूरा 5000 इट दा रिकॉर्ड ने ते फिर मुसले किन्ने वड्डे ना हत्थां ने ਕੀ ਗੱਲ ਦੱਸਿਆ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਕੱਲਾ ਕੱਲਾ ਹੀ कुछ नहीं पा प्रतापिया सोचने कि ये हाथी है ना ये हाथी है ना जेड़े घर भी बनाते ने ते बंदे भी वढ़ते ने ਭਾਈ ਤੇਰੇ ਘਰ ਪੁੱਤ ਜੰਮ ਪਿਆ ਨਾ ਮੋਹਨ ਗੁਰਦੁਆਰੇ ਜਾਣ ਲੱਗ ਪਈ ਐ ਸਤਨਾਮ ਵਾਹਿਗੁਰੂ ਬੋਲਦੀ ਆ ਤੇ ਬੀਬੀ ਪੋਤੇ ਨੂੰ ਖਿਡਾਉਂਦੀ ਨਹੀਂ ਥੱਕਦੀ तेरी गल ठीक है पा तेन पता है 4-5 दिन पहला की गल है कोठे ते सुत्ते पे सी एकदम मेरी जाग खुल गई तारे चमकन डे सी ते मेरी नजर सरवन दी वेंगी ते जट गई ते वेंदिया वेंदिया उन्हां चों एक तारा अहमद बन गया ते दूजा बशीरा ते बाकी सारे तारे जिवें साले मुसलमान बन गए होन ते एक पल वास्ते मैनूं इदां लगा कि ये तारे दी फौज या अली करदे मेरे ते हमला बोल देगी पा ਉਹ ਮੁਸਲੇ ਤੇ ਸਾਰੇ ਚਲੇ ਗਏ ਨੇ ਹੁਣ ਪਊ ਤੇ ਅਸੀਂ ਆ ਆਪਾਂ ਤਾਂ ਹੈਗੇ ਆਪਾਂ ਮੁਸਲੇ ਸਾਰੇ ਚਲੇ ਗਏ ਪਰ ਸਾਲੇ ਹਾਲੇ ਵੀ ਰਾਤੀ ਸੁਪਨਿਆਂ ਚ ਆਉਂਦੇ ਉਹ ਸੁਪਨਿਆਂ 'ਚ ਤਾਂ ਫਿਰ ਜੀਤਾ ਸ਼ਾਹ ਕੋਟੀਆ ਵੀ ਆਉਂਦਾ ਹੂੰ ਹਾਂ ਮੈਂ 2 ਵਾਰ ਨੂੰ ਮਿਲਣ ਵਾਸਤੇ ਗਿਆ ਸਾਲਾ ਚੱਜ ਨਾਲ ਬੋਲਦਾ ਹੀ ਨਹੀਂ ਯਾਰ ਕੀ ਕਹਿੰਦਾ ਓਏ ਅੱਗੇ ਤਾਂ ਮੈਨੂੰ ਮਿਲਣ ਵਾਸਤੇ ਨਾ ਆਈ ਜੇ ਮੈਨੂੰ ਮਿਲਣਾ ਮੇਰੇ ਤੋਂ ਬੁਰਾ ਕੋਈ ਨਹੀਂ ਹੂੰ ਪਤਾ ਨਹੀਂ ਕੀ ਗੱਲ ਹੋਈ ਲੱਗਦਾ ਕਿਸੇ ਨੇ ਉਹਦੇ ਕੰਨ ਭਰੇ ਹੁਣ ਤਾਂ ਇਹ ਪਤਾ ਨਹੀਂ ਲੱਗਦਾ ਕਿ ਇਹ ਜੀਤਾ ਯਾਰ ਹੈ ਕਿ ਵੈਰੀ ਓਏ ਯਾਰ ਤੇ ਯਾਰ ਹੁੰਦੇ ਨੇ ਵੈਰੀ ਤੇ ਵੈਰੀ ਆ ਨਹੀਂ ਪਾ ਨਹੀਂ ਇਹ ਯਾਰ ਇਹ ਵੈਰੀ ਸਾਰੇ ਹਰਾਮਜ਼ਾਦੇ ਨੇ ਰਾਤੀ ਸੁਪਨਿਆਂ ਦੇ ਵਿੱਚ ਭੂਤਾਂ ਵਾਂਗ ਬੰਦੇ ਦੇ ਦਿਵਾਲੇ ਹੋਏ ਰਹਿੰਦੇ ਨੇ नाही मरदे वेरी पुराने नाही मरदे यार जागदिया सौंदिया नाल ने रहंदे करदे बचन विचार ना जिउंदे ना जीण दिंदे अजब ये नादी का फिर वड्डा फिर जिउंदे फिर दे मामा
ਬਹਿ ਜਾ ਆਪਣਾ ਕੰਮ ਕਰ ਬਹਿ ਕੇ ਵਾਹ ਤੂੰ ਤਾਂ ਕਰ ਤੂੰ ਜਾ ਕੇ ਸਰਦਾਰ ਨੂੰ ਲੈ ਕੇ ਆ ਜਾ ਸਰਦਾਰ ਨੂੰ ਲੈ ਕੇ ਮੰਗਦਾ ਹੋ ਭਾ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਕੀ ਗੱਲ ਜੀ ਇਹ ਪੁਲਿਸ ਸਾਡੇ ਘਰ ਜੀ ਕਿਉਂ ਤੁਹਾਡੇ ਘਰ ਬਣਾਈ ਆ ਕੋਈ ਬਦਮਾਸ਼ੀਆਂ ਕਰੋ ਖਲਕਤ ਨੂੰ ਲੁੱਟੋ ਤੇ ਫੇਰ ਪੁੱਛਦਾ ਪੁਲਿਸ ਸਾਡੇ ਘਰ ਨਹੀਂ ਜਨਾਬ ਅਸੀਂ ਬਦਮਾਸ਼ ਕਿਤੇ ਜੀ ਭਰਾ ਮੇਰਾ ਸੇਵ ਕਰਦਾ ਅਸੀਂ ਜਨਾਬ ਦਿਹਾੜੀਦਾਰ ਬੰਦੇ ਆ ਜਨਾਬ ਬਕਵਾਸ ਬੰਦ ਕਰੋ ਆਰਾਮ ਦਿਆ ਉਹ ਜਨਾਨੀ ਪੇਸ਼ ਕਰੋ ਜਨਾਨੀ ਜਿਹੜੀ ਲੁੱਟ ਕੇ ਲਿਆਂਦੀ ਹੈ ਹਾਜ਼ਰ ਕਰੋ ਉਹਨੂੰ ਕਿਹੜੀ ਜਨਾਨੀ ਜਨਾਬ ਇਸ ਘਰ 'ਚ ਇੱਕ ਮੇਰੀ ਬੀਬੀ ਹੈ ਤੇ ਇੱਕ ਮੇਰੀ ਘਰ ਵਾਲੀ ਹਰਨਾਮ ਕੌਰ ਹੈ ਜੀ ਹਾਂ ਓਏ ਉਹੀ ਹਰਨਾਮ ਕੌਰ ਜਿਹਨੂੰ ਆਪਣੀ ਘਰ ਵਾਲੀ ਬਣਾਈ ਫਿਰਦਾ ਹਾਜ਼ਰ ਕਰੋ ਉਹਨੂੰ ਫਿਰ ਵੇਖਦੇ ਆ ਉਹ ਹਰਨਾਮ ਕੌਰ ਆ ਜਾਂ ਕੋਈ ਹੋਰ ਆ ਨਹੀਂ ਮੇਰੇ ਬੱਚਿਆ ਮੈਂ ਸੱਚ ਬੋਲਦੀ ਆ ਉਹ ਪੱਕੀ ਸਿੱਖਣੀ ਹੈ ਡੇਰੇ ਬਾਬੇ ਨਾਨਕ ਕੋਲ ਪਿੱਪ ਕੇ ਆਉਦੇ ਆ ਰਾਵੀ ਦੇ ਪਾਰ ਉਹ ਤੂੰ ਰਹਿਣ ਦੇ ਬੀਬੀ ਸਾਨੂੰ ਪੱਕੀ ਖਬਰ ਹੈ ਇਸ ਬਦਮਾਸ਼ ਨੇ ਮੁਸਲਮਾਨ ਨਹੀਂ ਰੱਖੀ ਹੈ ਬਦਮਾਸ਼ ਨਹੀਂ ਜਨਾਬ ਅਸੀਂ ਤੇ ਜਨਾਬ ਸ਼ਰੀਫ ਬੰਦੇ ਆ ਜੀ ਉਹ ਸ਼ਰੀਫ ਤੇ ਤੂੰ ਉਹ ਤੈਨੂੰ ਮੈਂ ਜਾਣਦਾ ਵੱਡੇ ਸ਼ਰੀਫ ਨੂੰ ਉਹ ਤੂੰ ਜੀਤੇ ਸ਼ਾਹ ਕੋਟੀਏ ਦੇ ਨਾਲ ਦਾ ਹੀ ਹੈ ਨਾ ਜੀ ਜਨਾਬ ਓਏ ਕੰਨ ਖੋਲ ਕੇ ਸੁਣ ਲਓ ਅਸੀਂ ਪਾਕਿਸਤਾਨੋਂ ਆਏ ਆ ਤੇ ਸਾਨੂੰ ਖਬਰ ਮਿਲੀ ਹੈ ਕਿ ਤੂੰ ਮੁਸਲਮਾਨਾਂ ਦੀ ਕੁੜੀ ਚੁੱਕ ਕੇ ਆਪਣੇ ਘਰੇ ਪਾਲੀ ਹੈ ਉਹ ਨਹੀਂ ਜਨਾਬ ਮੁਸਲਮਾਨੀ ਨਹੀਂ ਹੈ ਜੀ ਉਹ ਪੱਕੀ ਸਿੱਖਣੀ ਹੈ ਜਨਾਬ ਉਹਦੀ ਬਾਂਹ ਤੇ ਏਕਮਕਾਰ ਵੀ ਲਿਖਿਆ ਜੀ ਉਹ ਪੱਕੀ ਸਿੱਖਣੀ ਹੈ ਜਨਾਬ ਉਹ ਸਿੱਖਣੀ ਹੈ ਜਾਂ ਮੁਸਲਮਾਨੀ ਹੈ ਇਹਦਾ ਫੈਸਲਾ ਹੀ ਆਪੇ ਕਰਾਂਗੇ ਤੇ ਫੇਰ ਚੌਧਰੀ ਸਾਹਿਬ ਕੀ ਕਰਨਗੇ ਜੀ ਮੈਂ ਕੀ ਕਰਨਾ ਹੈ ਮੈਂ ਇਹਨੂੰ ਉਹਦੇ ਵਤਨ ਲੈ ਕੇ ਜਾਊਂਗਾ ਪਾਕਿਸਤਾਨ ਦੇ ਵਿੱਚ ਜਿੱਥੇ ਉਹ ਆਪਣੇ 'ਚ ਰਹੇਗੀ ਆਪਣੇ ਦੀਨ ਵਾਲਿਆਂ ਨਾਲ ਆਪਣੀ ਕੌਮ ਵਾਲਿਆਂ ਨਾਲ ਉਹ ਇੱਥੇ ਆਪਣਿਆਂ 'ਚ ਰਹਿ ਰਹੀ ਹੈ ਜਨਾਬ ਕਿਉਂ ਕਿਸੇ ਗਰੀਬ ਦਾ ਘਰ ਉਜਾੜਦੇ ਹੋ ਜਨਾਬ ਤੁਸੀਂ ਹੋ ਜਨਾਬ ਇਹ ਸਰਦਾਰ ਜੋਗਿੰਦਰ ਸਿੰਘ ਨੇ ਸਰਦਾਰ ਰਾਏ ਬਹਾਦਰ ਇੰਦਰ ਹੋਣਾ ਦੇ ਪੋਤਰੇ ਇਹਨਾਂ ਦੇ ਵਾਲ ਸਾਹਿਬ ਜੈਲਦਾਰ ਰਹੇ ਨੇ ਤੇ ਸਰਦਾਰ ਹੁਣੀ ਅੰਗਰੇਜ਼ ਦੀ ਫੌਜ ਕਪਤਾਨ ਨੇ ਸਲਾਮ ਸਰਦਾਰ ਸਾਹਿਬ ਪਰ ਦੇਖੋ ਜਨਾਬ ਕੁੜੀ ਤੇ ਅਸੀਂ ਹਰ ਹਾਲ 'ਚ ਬਰਾਮਦ ਕਰਨੀ ਹੈ ਜ਼ਰੂਰ ਬਰਾਮਦ ਕਰਿਓ ਚੌਧਰੀ ਸਾਹਿਬ ਪਰ ਜੇ ਕੁੜੀ ਮੁਸਲਮਾਨ ਹੋਈ ਤਾਂ ਹੀ ਨਾ ਸਾਨੂੰ ਪੱਕੀ ਖਬਰ ਹੈ ਕਿ ਕੁੜੀ ਮੁਸਲਮਾਨ ਹੈ ਇਹਨਾਂ ਨੂੰ ਕਹੋ ਕਿ ਵਕਤ ਨਾ ਬਰਬਾਦ ਕਰਨ ਤੇ ਕੁੜੀ ਨੂੰ ਹਾਜ਼ਰ ਕਰਨ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਓਏ ਇੰਨੇ ਕਾਲੇ ਨਾ ਵਗੋ ਚੌਧਰੀ ਸਾਹਿਬ ਉਹ ਇਸ ਪਿੰਡ ਦੀ ਨੂੰਹ ਹੈ ਤੇ ਸਾਡੀ ਇੱਜ਼ਤ ਆਬਰੂ ਦਾ ਸਵਾਲ ਹੈ ਅਸੀਂ ਵੀ ਇੱਜ਼ਤ ਆਬਰੂ ਵਾਲੇ ਹਾਂ ਸਰਦਾਰ ਸਾਹਿਬ ਜਨਾਬ ਮੈਂ ਤੁਹਾਡੇ ਪੈਰੀ ਪੈਣਾ ਜੀ ਮੇਰਾ ਘਰ ਨਾ ਉਜਾੜੋ ਜਨਾਬ ਮੇਰਾ ਘਰ ਨਾ ਉਜਾੜੋ ਉਹ ਅਸੀਂ ਕਿਸੇ ਦਾ ਘਰ ਕਿਉਂ ਝਾੜਨਾ ਅਸੀਂ ਤੇ ਆਪ ਇੱਧਰੋਂ ਉਜੜ ਕੇ ਉੱਧਰ ਗਏ ਹਾਂ। ਸਾਡਾ ਪਿੱਛਾ ਜਲੰਧਰ ਦੇ ਇਲਾਕੇ ਦਾ ਹੈ ਇੱਧਰ ਸਰਕਾਰੀ ਨੌਕਰ ਸਾਂ ਉੱਧਰ ਵੀ ਹੋ ਗਏ ਵੇਖ ਜਵਾਨਾ ਕੁੜੀ ਤੈਨੂੰ ਪੇਸ਼ ਕਰਨੀ ਪੈਣੀ ਹੈ ਓਏ ਤੁਸੀਂ ਸਾਰੇ ਕੰਨ ਖੋਲ ਕੇ ਮੇਰੀ ਗੱਲ ਸੁਣ ਲਓ ਭਲੇ ਮਾਨਸ ਬਣ ਕੇ ਕੁੜੀ ਪੇਸ਼ ਕਰ ਦਿਓ ਜਾਂ ਤੁਹਾਡੀ ਤਲਾਸ਼ੀ ਲੈਣੀ ਪਊ ਉਹ ਜੱਸੇ ਆਪਣੀ ਬੀਬੀ ਨੂੰ ਕਹਿ ਵੀ ਹਰਨਾਮ ਕੌਰ ਦਿਖਾ ਦੇ ਸਰਦਾਰ ਜੀ ਨਾਲ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਸਰਪੰਚ ਸਾਹਿਬ ਸਾਡੀਆਂ ਨੂੰਹਾਂ ਧੀਆਂ ਪੁਲਿਸ ਦੇ ਪੇਸ਼ ਹੋਇਆ ਕਰਨਗੀਆਂ ਉਹ ਬੀਬੀ ਇਹ ਕੋਈ ਅਲੋਕਾਰ ਗੱਲ ਨਹੀਂ ਹੁੰਦੀ ਇਹ ਵੇਲੇ ਹੀ ਇਦਾਂ ਦੇ ਨੇ ਜਾ ਬੁਲਾ ਆਪਣੀ ਨੌਂ ਨੂੰ ਫਿਰ ਵੇਖਦੇ ਹੋ ਮੁਸਲਮਾਨ ਆ ਜਾਂ ਕੋਈ ਹੋਰ ਆ ਆਇਓ ਰੱਬਾ ਕਿਉਂ ਜਿਹੇ ਦਿਨ ਵਿਖਾਉਣ ਡਿਆ ਤੂੰ ਸਾਨੂੰ ਉਹ ਬੜਾ ਟਾਈਮ ਲਾਤਾ ਬੀਬੀ ਨੇ ਵੇਖੋ ਜਾ ਕੇ ਕਿਤੇ ਭਜਾ ਨਹੀਂ ਦਿੱਤੀ ਕਿਹੋ ਜਿਹਾ ਗੱਲਾਂ ਕਰਦੇ ਸਰਦਾਰ ਜੀ ਤੁਹਾਡੇ ਨਾਲ ਪਿੰਡ ਦੀ ਪੂਰੀ ਪੰਚਾਇਤ ਖਲੋਤੀ ਏ ਸਤਿ ਸ੍ਰੀ ਅਕਾਲ ਬਲਾ ਕੁੜੀਏ ਸਤਿ ਸ੍ਰੀ ਅਕਾਲ ਹਾਂ ਕੁੜੀਏ ਦੱਸ ਵੀ ਕਿੱਥੋਂ ਦੇ ਰਹਿਣ ਵਾਲੀ ਹੈ ਤੂੰ ਜੀ ਪੱਖੋਵਾਲ ਦੀ ਕਿੱਥੇ ਪੈਂਦਾ ਪਿੰਡ ਜੀ ਇਹ ਜਨਾਬ ਡੇਰਾ ਬਾਬਾ ਨਾਨਕ ਲੱਗ ਗਿਆ ਜੀ ਓਏ ਮੈਂ ਤਫਤੀਸ਼ ਕੁੜੀ ਤੋਂ ਕਰ ਰਿਹਾ ਤੇਰੇ ਤੋਂ ਨਹੀਂ ਆ ਕੁੜੀ ਕਿਹੜਾ ਥਾਣਾ ਲੱਗਦਾ ਇਹਨੂੰ ਥਾਣਾ ਜਨਾਬ ਇਹਨੂੰ ਡੇਰਾ ਹੀ ਲੱਗਦਾ ਹੋਣਾ ਇਹਨੂੰ ਵਿਚਾਰੇ ਨੂੰ ਕੀ ਪਤਾ ਵੀ ਤਹਿਸੀਲ ਕੀ ਤੇ ਥਾਣਾ ਕੀ ਉਹ ਪਤਾ ਕਿਉਂ ਨਹੀਂ ਹੈ ਕੁੜੀ ਨੂੰ ਬੋਲਣ ਤੇ ਦਿਓ ਦੇਖੋ ਸਰਦਾਰ ਸਾਹਿਬ ਇਦਾਂ ਤਫਤੀਸ਼ ਨਹੀਂ ਹੋ ਸਕਦੀ ਮੈਂ ਕੁੜੀ ਨਾਲ ਇਕੱਲਾ ਗੱਲ ਕਰਨੀ ਚਾਹੁੰਦਾ ਕਰ ਲੋ ਜਨਾਬ ਨਾਲ ਉਹਦੀ ਸੱਸ ਖਲੋ ਜਾਂਦੀ ਏ ਹਰਗਿਜ਼ ਨਹੀਂ ਇਦਾਂ ਵੀ ਨਹੀਂ ਹੋਣਾ ਤੁਸੀਂ ਇਸ ਤਰ੍ਹਾਂ ਕਰੋ ਕਿ ਇਹ ਪੰਚਾਇਤ ਦੇ ਬੰਦੇ ਜਿਹੜੇ ਤੇ ਘਰ ਦੇ ਮੈਂਬਰ ਬਾਹਰ ਚਲੇ ਜਾਓ ਮੈਂ ਕੁੜੀ ਨਾਲ ਇਕੱਲਾ ਗੱਲ ਕਰਾਂਗਾ ਤੇ 1 ਮਿੰਟ ਦੇ ਵਿੱਚ ਸੱਚ ਕੀ ਹੈ ਪਤਾ ਲਾ ਲਾਂਗਾ ਠੀਕ ਹੈ ਚੌਧਰੀ ਸਾਹਿਬ ਕਰ ਲਓ ਗੱਲ ਤੁਸੀਂ ਅਸੀਂ ਸਾਰੇ ਬੰਦੇ ਬਾਹਰ ਖਲੋਨੇ ਆ ਜੇ ਗੱਲ ਕਿਸੇ ਪਾਸੇ ਲੱਗਦੀ ਠੀਕ ਹੈ ਨਹੀਂ ਤਾਂ ਮੇਰੀ ਕੋਠੀ ਚੱਲ ਕੇ ਬੈਠਨੇ ਆ ਚਲੋ ਬਈ
ਹਾਂ ਕੁੜੀਏ ਕੀ ਨਾਂ ਤੇਰਾ? ਹਰਨਾਮ ਕੌਰ ਹੈ ਜੀ। ਪਿਓ ਦਾ ਨਾਂ ਕੀ ਹੈ? ਪਿਓ ਦਾ ਨਾਂ ਕੀ ਹੈ? ਦਲੀਪ ਸਿੰਘ ਹੈ ਜੀ। ਮਾਂ ਦਾ ਨਾਂ? ਮਾਂ ਦਾ ਨਾਂ ਕੀ ਹੈ? ਕਰਮ ਕੌਰ ਹੈ ਜੀ। ਮਜ਼ਹਬ ਕੀ ਹੈ ਤੇਰਾ? ਸਿੱਖ ਹੈ ਜੀ। ਸਿੱਖ ਤਾਂ ਸਿੱਖਾਂ ਦੇ ਪਾਠ ਦੀਆਂ 2 ਸਤਰਾਂ ਤੇ ਸੁਣਾ। ਜੀ ਮੈਂ ਕਿਹਾ ਹੈ ਕਿ ਕੋਈ ਸ਼ਬਦ ਸੁਣਾ ਜਿਹੜਾ ਭਾਈ ਸਵੇਰੇ ਸਵੇਰੇ ਉੱਠ ਕੇ ਗੁਰਦੁਆਰੇ ਪੜਦਾ ਹੈ। ਜੀ ਉਹ ਤੇ ਮੈਨੂੰ ਨਹੀਂ ਆਉਂਦਾ। ਮੈਨੂੰ ਪਤਾ ਹੈ ਕਿ ਤੈਨੂੰ ਨਹੀਂ ਆਉਂਦਾ। ਝੂਠ ਬੋਲ ਰਹੀ ਹੈ ਤੂੰ। ਤੇਰੇ ਦੀਆਂ ਔਰਤਾਂ ਦੀਨ ਦੇ ਮੂੰਹ ਤੇ ਕਾਲਖ ਮਲ ਰਹੀਆਂ। ਤੈਨੂੰ ਪਤਾ ਕਿ ਕਿੰਨੀਆਂ ਕੁਰਬਾਨੀਆਂ ਦੇ ਕੇ ਅਸੀਂ ਆਪਣਾ ਵਤਨ ਹਾਸਲ ਕੀਤਾ, ਕਿੰਨੇ ਲੋਕ ਸ਼ਹੀਦ ਹੋਏ ਨੇ, ਤੇ ਤੂੰ ਇਹਨਾਂ ਕਾਫਰਾਂ ਦੇ ਲਈ ਝੂਠ ਬੋਲ ਰਹੀ ਹੈ ਜਿਨ੍ਹਾਂ ਤੇਰੇ ਉੱਤੇ ਨਾਲ ਜ਼ੁਲਮ ਕੀਤਾ ਹੈ। ਕੀ ਕਰਾਂ ਭਰਾਵਾ, ਕੀ ਕਰਾਂ? ਕਰਨਾ ਕੀ ਹੈ? ਸੱਚ ਬੋਲ, ਨਹੀਂ ਤੇ ਮੇਰੇ ਕੋਲ ਕੁਰਾਨ ਨਹੀਂ ਹੈ, ਮੰਗਾਵਾਂ? ਨਾ ਭਰਾਵਾ, ਮੈਂ ਇੰਨੀ ਪਲੀਤ ਇੰਨੀ ਦੁਰਕਾਰੀ ਆ, ਮੈਂ ਇੰਨੀ ਪਾਕ ਕਿਤਾਬ ਤੇ ਹੱਥ ਰੱਖਣ ਜੋਗੀ ਕਿੱਥੇ ਆ? ਤਾਂ ਫਿਰ ਸੱਚ ਬੋਲ, ਸਿਰਫ ਸੱਚ। ਨਹੀਂ ਤਾਂ ਚੌਧਰੀ ਨੂਰ ਮੁਹੰਮਦ ਨੂੰ ਸੱਚ ਬੋਲਣਾ ਚੰਗੀ ਤਰ੍ਹਾਂ ਆਉਂਦਾ ਹੈ। ਕੀ ਸੱਚ ਬੋਲਾਂਗੀ ਮੇਰੇ ਭਰਾ? ਤੂੰ ਜਾਣਦਾ ਹੈ, ਸਾਰਾ ਪਿੰਡ ਜਾਣਦਾ ਹੈ, ਸਾਰਾ ਜਹਾਨ ਜਾਣਦਾ ਹੈ, ਮੈਂ ਜਾਣਦੀ ਹਾਂ, ਮੇਰਾ ਅੱਲਾ ਜਾਣਦਾ ਹੈ ਕਿ ਮੈਂ ਮੁਸਲਮਾਨ ਹਾਂ। ਤੇ ਇਦਾਂ ਬਕ ਨਾ ਕਿ ਤੂੰ ਮੁਸਲਮਾਨ ਹੈ। ਕਦੋਂ ਦੀ ਝੂਠ ਬੋਲੀ ਜਾ ਰਹੀ ਹੈ? ਸਾਰਾ ਪਿੰਡ ਝੂਠ ਬੋਲ ਰਿਹਾ, ਸਾਰੀ ਪੰਚਾਇਤ ਝੂਠ ਬੋਲ ਰਹੀ ਹੈ। ਹੋਰ ਬੋਲਣ ਲਈ ਰਹਿ ਕੀ ਗਿਆ? ਮੈਂ ਨਕਤੀ ਕਰਮਾਂ ਦੀ ਮਾਰੀ ਨੇ ਹੋਰ ਕੀ ਬੋਲਣਾ? ਮੇਰੇ ਮਾਂ ਪਿਓ, ਮੇਰੇ ਭੈਣ ਭਰਾ, ਇਹਨਾਂ ਨੇ ਮੇਰੇ ਸਾਹਮਣੇ ਮਾਰੇ। ਮੇਰੇ ਤੋਂ ਛੋਟੀ ਜੰਦੇ ਮੇਰੇ ਸਾਹਮਣੇ ਕੋਈ। ਉਸ ਤੋਂ ਬਾਅਦ ਮੇਰੇ ਨਾਲ ਕੀ ਨਹੀਂ ਹੋਇਆ? ਯਾ ਮੇਰੇ ਖੁਦਾ। ਤੇ ਇੰਨਾ ਕੁਝ ਤੇਰੇ ਨਾਲ ਹੋ ਗਿਆ ਤੇ ਫਿਰ ਵੀ ਤੂੰ ਇਹਨਾਂ ਕੁੱਤੇ ਕਾਫਰਾਂ ਦੇ ਨਾਲ ਰਹਿਣਾ ਚਾਹੁੰਦੀ ਹੈ? ਕੀ ਕਰਾਂ ਮੈਂ? ਕਰਨਾ ਕੀ ਹੈ? ਦੇਖ ਮੇਰੇ ਨਾਲ ਚੱਲ। ਹੁਣ ਆਪਣਾ ਵਤਨ ਹੈ, ਆਪਣੀ ਜ਼ਮੀਨ ਹੈ, ਪਾਕਿਸਤਾਨ ਹੈ ਆਪਣਾ। ਹੁਣ ਆਪਣੀ ਸਰਕਾਰ ਹੈ, ਆਪਣਾ ਝੰਡਾ ਹੈ। ਹੁਣ ਨਾ ਭਰਾਵਾ, ਹੁਣ ਤੱਕ ਜੋ ਕੁਝ ਮੇਰੇ ਨਾਲ ਹੋਇਆ ਹੈ ਨਾ, ਉਸ ਤੋਂ ਬਾਅਦ ਨਾ ਤਾਂ ਕਿਸੇ ਦਾ ਕੋਈ ਦੀਨ ਇਮਾਨ ਰਹਿੰਦਾ ਹੈ ਤੇ ਨਾ ਹੀ ਕੋਈ ਵੇਖ ਭਰਾਵਾ, ਇੱਥੇ ਮੇਰਾ ਘਰ ਹੈ, ਮੇਰਾ ਪਰਿਵਾਰ ਹੈ, ਮੇਰਾ ਛੋਟਾ ਜਿਹਾ ਬੱਚਾ ਹੈ। ਮੈਂ ਤੇਰੇ ਅੱਗੇ ਹੱਥ ਜੋੜਦੀ, ਮੈਂ ਤੇਰੇ ਅੱਗੇ ਚੋਲੀ ਅੱਡ ਕੇ ਭੀਖ ਮੰਗਦੀ ਆ। ਮੈਨੂੰ ਇੱਥੇ ਰਹਿਣ ਦੇ, ਮੈਂ ਕਿਤੇ ਨਹੀਂ ਜਾਣਾ, ਮੈਂ ਕਿਤੇ ਨਹੀਂ ਜਾਣਾ। ਦੇਖ ਕੁੜੀਏ, ਇਹ ਤਾਂ ਹਰਗਜ਼ ਨਹੀਂ ਹੋਣਾ। ਵਾਪਸ ਤੈਨੂੰ ਮੇਰੇ ਨਾਲ ਜਾਣਾ ਪੈਣਾ ਹੈ। ਸਰਕਾਰ ਦਾ ਇਹ ਹੁਕਮ ਹੈ। ਇਸ ਵੇਲੇ ਦੀ, ਇਸ ਪਲ ਦੀ ਸਰਕਾਰ ਤੂੰ ਹੈ ਭਰਾਵਾ। ਜਿਹੜਾ ਫੈਸਲਾ ਤੂੰ ਕਰੇਗਾ ਉਹੀ ਹੋਊਗਾ। ਫੈਸਲਾ? ਕਿਹੜਾ ਫੈਸਲਾ? ਫੈਸਲਾ ਹੋ ਚੁੱਕਾ ਹੈ ਬੀਬੀ, ਲੀਕ ਵਗ ਚੁੱਕੀ ਹੈ। ਤੇ ਨਾਲੇ ਫੈਸਲਾ ਵੱਡੇ ਲੋਕ ਕਰਦੇ ਨੇ। ਵੱਡੇ ਵੀ ਕਰਦੇ ਨੇ ਤੇ ਛੋਟੇ ਵੀ ਕਰਦੇ ਨੇ। ਮੇਰੇ ਲਈ ਤਾਂ ਤੂੰ ਹੀ ਵੱਡਾ ਹੈ, ਬਹੁਤ ਵੱਡਾ। ਅੱਛਾ, ਜੇ ਵੱਡਾ ਕੀ ਨਹੀਂ ਹੈ ਨਾ, ਤਾਂ ਮੇਰੀ ਗੱਲ ਬੜੇ ਗੌਰ ਨਾਲ ਸੁਣ। ਦੇਖ ਮੈਂ ਤੇਰੀ ਪੂਰੀ ਮਦਦ ਕਰੂੰਗਾ। ਮੈਂ ਤੇਰੇ ਭਰਾ ਵਰਗਾ ਹਾਂ। ਜੇ ਪੜ੍ਹਨ ਨਹੀਂ ਲੱਗਾ ਤੇ ਫਿਰ ਭਰਾ ਨਾ ਬਣ। ਲੈ ਚੱਲ ਮੈਨੂੰ ਤੇ ਮੇਰੇ ਪੁੱਤ ਨੂੰ ਤੇ ਪਾ ਲੈ ਆਪਣੇ ਘਰ। ਕੀ ਬਕਵਾਸ ਕਰ ਰਹੀ ਹੈ ਤੂੰ? ਮੈਂ ਅੱਗੇ ਵਿਆਹਿਆ, 2 ਬੱਚੇ ਨੇ ਮੇਰੇ। ਫੇਰ ਕੀ ਹੋਇਆ? ਸਾਡੇ 'ਚ 4 ਵਿਆਹਾਂ ਦਾ ਹੱਕ ਹੈ। ਬੇਸ਼ੱਕ ਹੱਕ ਹੈ, ਪਰ ਇਹ ਹਰਗਜ਼ ਨਹੀਂ ਹੋ ਸਕਦਾ। ਮੇਰੀ ਘਰਵਾਲੀ ਉਹ ਬੰਗੇ ਤੇ ਚੌਧਰੀ ਦੀ ਧੀ ਹੈ। ਮੈਂ ਉਹਦੀ ਬਾਂਦੀ ਬਣ ਕੇ ਰਹੂੰਗੀ, ਤੁਹਾਡੇ ਦੋਹਾਂ ਦੇ ਪੈਰ ਧੋ ਹੋਈ ਪੀਊਂਗੀ, ਗੋਹਾ ਕੂੜਾ ਕਰੂੰਗੀ, ਝਾੜੂ ਪੋਚਾ ਕਰੂੰਗੀ, ਜੋ ਕਹੋਗੇ ਮੈਂ ਕਰੂੰਗੀ। ਬਸ ਮੇਰੇ ਨਾਲ ਨਿਕਾਹ ਕਰ ਲੈ। ਹਰਗਜ਼ ਨਹੀਂ, ਕਦੇ ਵੀ ਨਹੀਂ। ਮੈਂ ਚੌਧਰੀਆਂ ਦਾ ਪੁੱਤਰ ਤੇ ਕਾਫਰਾਂ ਦੀਆਂ ਜਲੀਲ ਕੀਤੀ ਔਰਤ ਨੂੰ ਆਪਣੇ ਘਰੇ ਪਾ ਲਾਂ। ਹਾਂ, ਹੁਣ ਸੱਚ ਤੇਰੀ ਜ਼ਬਾਨ ਤੇ ਆਇਆ ਹੈ ਨਾ। ਇਹੀ ਹੈ ਸੱਚ। ਤੇ ਉਧਰ ਵੀ ਲੋਕਾਂ ਨੇ ਹੀ ਕੁਝ ਕਹਿਣਾ। ਵੇਖ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ। ਇੱਥੇ ਮੇਰਾ ਘਰ ਹੈ, ਮੇਰਾ ਨਿੱਕਾ ਜਿਹਾ ਬੱਚਾ ਹੈ। ਮੇਰਾ ਬੱਚਾ ਜਿੱਥੇ ਰਹੂਗਾ ਹੁਣ ਉਹੀ ਮੇਰਾ ਮੁਲਕ ਹੈ, ਉਹੀ ਮੇਰਾ ਮੁਲਕ ਹੈ। ਦੇਖੋ ਬੱਚਾ ਕਾਫਰਾਂ ਦੀ ਔਲਾਦ ਹੈ। ਉਹ ਹਰਾਮ ਦਾ ਤੁਖ ਮੈਂ ਤੇਰੇ ਵਾਸਤੇ ਹਰਾਮ ਹੈ ਕੁੜੀਏ। ਨਾ ਭਰਾਵਾ, ਉਹਨੂੰ ਹਰਾਮ ਨਾ ਕਹਿ। ਤੂੰ ਅਜੇ ਉਹਨੂੰ ਵੇਖਿਆ ਨਹੀਂ। ਚੀਜ਼ ਹੈ ਕਿਸ ਦਾ ਭਲਾ ਹੈ, ख्वाब है, ਕਿਹੋ ਜਿਹਾ ਹੈ ਬਾਬ ਹੈ, ਕਿਸ ਦੀ ਹੈ ਤਮੰਨਾ ਹੈ, ਕਿਸ ਦੀ ਹੈ ਨੀਂਦ ਹੈ। ਇਹ ਮੁਲਕ की चीज है, देश की चीज है। की इसका पेश है, की इसकी जात है। ये पुल सिरात है।
ਦੱਸੋ ਚੌਧਰੀ ਸਾਹਿਬ ਕੀ ਫੈਸਲਾ ਕੀਤਾ ਹੈ ਤੁਸੀਂ? मैं तफ्तीश कर ली है सरदार साहब, ते इस नतीजे ते पहुंचे कि कुड़ी इससे वतन दी ये मुसलमाना दी धी नहीं, ये मोमना दी धी नहीं। नहीं मोमन दी थी, नहीं मोमन दी थी, नहीं पाक धरती लई नमाज इसने नहीं करी, पाक गुण नहीं रही। नहीं मोमन दी थी, नहीं मोमन दी थी, मौली नहीं महदी नहीं, जानती नहीं कहती नहीं, औरत नहीं कहानी है, मेरे रूंदी पानी है, चादर मेरी ओढ़ रही। ये नहीं मोमन दी थी, ये नहीं मोमन दी थी। ये कौन है, कौन है, ये कौन है, कौन है, ये नहीं मोमन दी थी। दो पुत्तां दी मां बन गई हां, हर कोई खुश है, मैं भी बड़ी खुश हां। पर हे वाहिगुरू, ये तेरी किहो जी रज़ा है? एक पासे इन्नियां खुशियां ते दूजे पासे सुन उजाड़, एक पासे चंन वर्गे पुत्त मिर्चा वारदियां, डरदियां कि किते मेरी नजर ना लग जाए। पर सोचदी हां कल नूं मेरे पुत्त वड्डे होणगे, मैनूं पुछणगे साडे नानके कित्थे ने, कित्थे ने साडे नानी नाना, मामे मामियां? तां की जवाब दूंगी? जस्सा की जवाब दूंगा? रोज गुरुद्वारे जानी, मत्था टेकदी, वीरवार दे वीरवार पिंडों बाहर पिपली वाले फकीर दी मड़ी ते दीवा भी जगानी, पर मन नूं चैन नहीं मिलता। तुरकियां बारे सोचती हां तां रोण निकल जांदा। इदां लगदा है जिवें किसी अन्ने खूह च झाक रही होवां, जिहदे च पानी नहीं, तुर गईयां रूहां बैठियां होण ते मैनूं आवाज़ां मार रहीआं होण। हे वाहिगुरू, हे वाहिगुरू, मेरे बच्चों ते मेर भरिया हाथ रखी, हुण इह घर ही मेरा घर। अल्लाह इस घर ते अपनी छां हमेशा बनाई रखी। अल्लाह मेरे मौला इस घर ते करी तू छां, देवी वेड़े च खुशियां, वसे खेड़ा करा, वसे मेरे सिर दा साईं, वसे ओदी मां, वसन पुत्तर मेरे, वसे सारा जहां। देवी दो डंग दी रोटी, करी रिजक दे ना, दुध पुत खसम कोल मेरे, गल करदी मैं डरा, वेले कंडियां वालड़े, किथे मैं पैर धरा। अल्लाह मेरे मौला इस करते करी तू छां, इस करते करी तू छां, इस करते करी तू छां। अल्लाह इस कर नूं नजर ना लग जाए, मौला इस कर नूं नजर ना लग जाए। चिराग तेरिया मेहरा दा मेरे कर जब नेड़े ते जग जाए। अल्लाह इस कर नूं नजर ना लग जाए, मौला इस कर नूं नजर ना लग जाए। इन्ना कुछ चलिया अपने ते चली आया बड़ी राहते, चली आया बड़ी राहते, बसे साईं मेरे सिरदा, बसे ओदी मां, बसनी सोने पुत मेरे ते, बसे मेरा जहां। ए करियो पराए
ਉਹ ਜੱਸਿਆ ਉਹ ਜੱਸਿਆ ਉਹ ਜੱਸਿਆ ਜੀਤਾ ਸ਼ਾਹ ਕੋਠੀ ਆ ਗਿਆ ਜੀਤਾ ਸ਼ਾਹ ਕੋਠੀਆ ਕੀ ਕਹਿੰਦੇ ਭਾ ਹਾਲੇ 6.5 ਮਹੀਨੇ ਦੀ ਕੈਦ ਬਾਕੀ ਆ ਓਏ ਮੈਂ ਆਪ ਵੇਖਿਆ ਵੀ ਅੱਖਾਂ ਨਾਲ ਫਿਰਨੀ ਤਾਂ ਤੁਰੇ ਆਉਂਦਾ ਨੂੰ ਭੱਠੀ ਛੱਡ ਕੇ ਭੱਜਾਂ ਮੈਂ ਪਿੰਡ ਜਾ ਕੇ ਕੰਮ ਕਰਦਾ ਕੀ ਹਾਲ ਆ ਜੱਸਿਆ ਸੁਣਿਆ ਅੱਜ ਕੱਲ ਬੜੀਆਂ ਮਹਿਫਲਾਂ ਸ਼ਹਿਫਲਾਂ ਲੱਗਦੀਆਂ ਓਏ ਤੇਰੇ ਬਿਨਾ ਕਾਦੀਆਂ ਮਹਿਫਲਾਂ ਮੇਰੇ ਯਾਰਾ ਤੇਰੇ ਬਿਨਾ ਕਾਦੀਆਂ ਮਹਿਫਲਾਂ ਕਾਦੀ ਯਾਰੀ ਓਏ ਸਿਰਫ 2 ਵਾਰੀ ਮਿਲਣਾ ਆ ਏ ਜਿੱਤਿਆ ਰੋਲਿਆਂ 'ਚ ਹਰ ਪਲ ਪਰਛਾਵੇਂ ਵਾਂਗ ਮੈਂ ਤੇਰੇ ਨਾਲ ਰਿਹਾ ਫਿਰ ਇਸੇ ਕਰਕੇ ਕੰਜਰਾ 1-2 ਵਾਰੀ ਮਿਲਣਾ ਆ ਤੂੰ ਔਰ ਮੈਂ ਦਿਹਾੜੀਦਾਰ ਬੰਦਾ ਜਿੰਨੀ ਵਾਰ ਮੇਰੇ ਕੋਲ ਜਾ ਗਿਆ ਮੈਂ ਗਿਆ ਨਾਲੇ ਪਿਛਲੀ ਵਾਰ ਤੂੰ ਆਪ ਹੀ ਮਨਾ ਕੀਤਾ ਸੀ ਕਿ ਦੁਬਾਰਾ ਮਿਲਣਾ ਸੀ ਓ ਜੱਸਿਆ ਓਏ ਅਸੀਂ ਤੇ ਦਾਰੂ ਸੁੰਘ ਕੇ ਲਾ ਦੇਈਦਾ ਓਏ ਇਹਦੇ ਵਿੱਚ ਕਿੰਨਾ ਕ ਨਸ਼ਾ ਓਏ ਜੇ ਤੈਨੂੰ ਕਿਹਾ ਸੀ ਤੇ ਤੂੰ ਮੁੜ ਕੇ ਮੂੰਹ ਹੀ ਨਹੀਂ ਵਿਖਾਇਆ ਪਤੰਦਰਾ ਹੈ ਓ ਤੈਨੂੰ ਪਤਾ ਹੋਣਾ ਚਾਹੀਦਾ ਕਿ ਤੈਨੂੰ ਕਿਉਂ ਕਿਹਾ ਸੀ ਉਹ ਮੈਨੂੰ ਲੱਗਦਾ ਹੈ ਜਿਵੇਂ ਤੂੰ ਮੇਰੇ ਨਾਲ ਗੁੱਸੇ ਆ ਹਾਂ ਗੁੱਸੇ ਆ ਓਏ ਮੈਂ ਤੇ ਡਰਦਾ ਸਾਂ ਕਿਤੇ ਤੈਨੂੰ ਮੁਲਾਕਾਤ ਵਾਲੀ ਕੋਠੀ 'ਚ ਤੇਰੀ ਗਿੱਚੀ ਨਾ ਮਰੋੜ ਦਿਆਂ ਮੇਰੀ ਗਿੱਚੀ ਕੋ ਮਰੋੜਨੀ ਸੀ ਭਰਾ ਮੈਂ ਤਾਂ ਕੀ ਵਿਗਾੜਿਆ ਓ ਤੂੰ ਵਿਗਾੜ ਕੀ ਸਕਦਾ ਓਏ ਓ ਮੈਂ ਜੀਤਾ ਬੱਲੇ ਓ ਤੇਰੇ ਘਰ ਮਿਲ ਵਧਾਈਆਂ ਓ ਤੇਰੇ ਘਰ ਪੈਣ ਪੰਗੜੇ ਤੇ ਮੈਂ ਉਧਰ ਜੇਲ੍ਹ 'ਚ ਵੇਖ ਜੀਤਿਆ ਉਹ ਵਾਹਿਗੁਰੂ ਨੇ ਮਿਹਰ ਕੀਤੀ ਉਹ ਮੇਰਾ ਘਰ ਵਸ ਗਿਆ ਮੇਰੇ ਯਾਰਾ ਬੱਲੇ ਓਏ ਵਾਹਿਗੁਰੂ ਨੇ ਮਿਹਰ ਕੀਤੀ ਇਸੇ ਲਈ ਤੂੰ ਲੁੱਟ ਦਾ ਮਾਲ ਲੈ ਉੱਡਿਆ ਓਏ ਇਸੇ ਲਈ ਸਾਰਿਆਂ ਦਾ ਉਸਤਾਦ ਨਿਕਲਿਆ ਤੂੰ ਮੈਨੂੰ ਸਭ ਪਤਾ ਉਸ ਰਾਤ ਮੈਂ ਤੇ ਦੀਪਾ ਲੜ ਪਏ ਓਏ ਮੇਰੇ ਹੱਥੋਂ ਦੀ ਬਾਹ ਵੱਡੀ ਗਈ ਉਹਦੇ ਭਰਾਵਾਂ ਨੇ ਮੈਨੂੰ ਢਾਲਿਆ ਤੇ ਤੂੰ ਲੁੱਟ ਦਾ ਮਾਲ ਲੈ ਕੇ ਤੇ ਜਨਾਨੀ ਲੈ ਕੇ ਫੁਰ ਹੋ ਗਿਆ ਫੁਰ ਉਹ ਨਹੀਂ ਕੀਤਾ ਤੇਰੇ ਕਿਸੇ ਨੇ ਗਲਤ ਕੰਨ ਭਰੇ ਆ ਉਹ ਦੀਪੇ ਨੇ ਮੇਰੇ ਨਾਲ ਵੀ ਗੱਦਾਰੀ ਕੀਤੀ ਉਹ ਤੁਸੀਂ ਮੈਨੂੰ ਹਵੇਲੀ ਦੇ ਕਮਰੇ ਡੱਕਤਾ ਆਪ ਦੀ ਫੱਜਾਂ ਨੂੰ ਪੈ ਗਏ ਤੇ ਫੇਰ ਤੁਹਾਡੀ ਜਦੋਂ ਲੜਾਈ ਹੋਈ ਤੇ ਕਿਸੇ ਨੇ ਬੂਹਾ ਖੋਲਤਾ ਤੇ ਮੈਂ ਮਹਾ ਉੱਥੋਂ ਫੱਜਾਂ ਨੂੰ ਲੈ ਕੇ ਨਿਕਲਿਆ ਗਹਿਣੇ ਮੈਨੂੰ ਕਿਹਨੇ ਲਿਆਉਣੇ ਸੀ ਭਰਾ ਉੱਥੇ ਸਾਰਾ ਟੱਬਰ ਸੀ ਨਿੱਕੀ ਹੋਣਾ ਦਾ ਓਏ ਕਿਆ ਝੂਠ ਬੋਲਦਾ ਜੱਸਿਆ ਸਾਰਾ ਪਿੰਡ ਆਂਦਾ ਤੂੰ ਫੱਜਾਂ ਨੂੰ ਗਹਿਣਿਆਂ ਨਾਲ ਲਾਤਾ ਗਹਿਣਿਆਂ ਨਾਲ ਉਹ ਸਾਰੇ ਝੂਠ ਬੋਲਦੇ ਨੇ ਉਹ ਮੇਰੇ ਕੋ ਗਹਿਣੇ ਕਿੱਥੇ ਸੀ ਭਰਾ ਲੈ ਦੇ ਕੇ ਮੇਰੇ ਕੋਲ 2 ਹੀ ਟੂਮਾਂ ਸਨ ਉਹ ਵੀ ਬਰਿਆਰਾਂ ਵੱਲੋਂ ਆਉਂਦੇ ਟੱਬਰ ਕਲੋਟੀਆਂ ਸਨ ਉਹਨਾਂ ਕੋਲ ਹੈ ਕੀ ਸੀ ਭੁੱਖਿਆ ਨੰਗਿਆ ਕੋਲ ਲੱਗਦਾ ਤੂੰ ਏਦਾਂ ਨਹੀਂ ਮੰਨੇਗਾ ਓ ਬੜਿਆ ਫੜਾ ਨਹੀਂ ਜਾ ਉਹ ਜਿੱਤਿਆ ਉਹ ਜੇ ਮੇਰੇ ਕੋਲ ਗਹਿਣੇ ਹੁੰਦੇ ਮੈਂ ਚਾਹੀਦਾ ਘਰ ਨਾ ਬਣਾਉਂਦਾ ਮੇਰੇ ਯਾਰ ਨਾ ਇਦਾਂ ਨਾ ਕਰ ਓ ਜੱਸਿਆ ਮੇਰਾ ਨਾਂ ਜੀਤਾ ਹੈ ਜੀਤਾ ਓਏ ਪੱਥਰ ਤੇ ਪੈਰ ਰੱਖ ਦਿਆ ਨਾ ਉਹਦੇ ਚੋਂ ਵੀ ਪਾਣੀ ਸਿੰਮਣ ਲੱਗ ਪੈਂਦਾ ਓਏ ਤੂੰ ਪਤੰਦਰਾ ਚੀਜ਼ੀ ਕੀ ਹੈ ਉਹ ਨਾ ਜੀਤਿਆ ਇਦਾਂ ਨਾ ਕਰ ਓ ਜੀਤਿਆ ਇਦਾਂ ਨਾ ਕਰ ਓ ਜੀਤਿਆ ਇਦਾਂ ਨਾ ਕਰ ਓ ਜੀਤਿਆ ਉਦਾਂ ਨਾ ਕਰ ਓ ਫੇਰ ਜੀਤਾ ਕਿੱਦਾਂ ਕਰੂ ਓ ਤੂੰ ਹੀ ਦੱਸ ਦੇ ਇਹਨੇ ਕੀ ਕੀਤਾ ਛੱਡੋ ਓਏ ਹੁਣੇ ਦੱਸ ਦਿੰਦੇ ਆ ਫੱਜਾ ਰਾਣੀ ਇਹਨੇ ਕੀ ਕੀਤਾ ਲਓ ਭਾਈ ਫੱਜਾ ਰਾਣੀ ਵੀ ਹੋ ਗਈ ਛੁਰੀ ਮਾਰ ਦੇਗਾ ਆ ਨਿਕਲੋ ਮੈਂ ਤੇਰਾ ਬੜਾ ਪੂਰਾ ਕੀਤਾ ਪਰ ਤੂੰ ਤੰਨੇ ਦੀ ਪੀੜ ਜ਼ਰੂਰ ਪਾਈ ਮੈਂ ਕੀ ਕਰਦਾ ਨਾ ਉਹ ਵੇਲੇ ਹੀ ਐਸੇ ਸੀ ਨਾ ਉਹ ਵੇਲੇ ਹੀ ਐਸੇ ਸੀ ਨਾ ਉਹ ਵੇਲੇ ਹੀ ਐਸੇ ਸੀ ਤੂੰ ਵੀ ਰੋਣੀ ਕੁੜੀਏ ਰੋਣੀ ਕਰਮਾ ਮਾਰੀਏ ਨੀ ਤੇਰੇ
ਪੱਥਰ ਹੋਈ ਪਈ ਏ ਨੀ 500 ਚੂੜੀਆਂ ਨੀ ਮਰ ਜਾਣੀਏ ਤੇਰਾ ਕਸਮ ਮਰ ਗਿਆ ਈ ਤੇਰਾ ਕਸਮ ਖਸਮ ਕਿਹਦਾ ਖਸਮ ਮਰਿਆ ਕੌਣ ਮਰਿਆ ਕਿੱਥੇ ਮਰਿਆ ਪ੍ਰੀਤੂ ਤੁਹਾਡਾ ਪਾਪਾ ਆਇਆ ਪਾਣੀ ਪਿਆਓ ਉਹਨੂੰ ਹਾਂ ਪਾਣੀ ਪਿਆਓ ਜੱਸੇ ਨੂੰ ਪਾਣੀ ਪਿਆਓ ਜੱਸੇ ਨੂੰ ਹਾਂ ਪਾਣੀ ਪਿਆਓ ਜੱਸੇ ਨੂੰ ਪਾਣੀ 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 ਪਿਆਓ ਜੱਸੇ ਨੂੰ ਪਾਣੀ ਪਿਆਓ ਜੱਸੇ ਨੂੰ ए किसने मारी चीख है विच वादे वजीली है रंग के हयात बिखार ही की गलत ते की ठीक है कहंदी वाहे गुरु हे खुदाया की जिंद नू तू दिखलाया लिखे मत के गए नसीब तू बाई हत्थां ते के ही लीक है ਓਏ ਇੰਨੇ ਮਨੇਰੀ ਆ ਕੌਣ ਤੁਰੀ ਜਾਂਦੀ ਹੈ ਓਏ ਦਿਸਦਾ ਨਹੀਂ ਏ ਨਾਮੋ ਏ ਨਾਮੋ ਓਏ ਉਹ ਤਾਂ ਐ ਤੁਰੀ ਜਾਂਦੀ ਜਿਵੇਂ ਕਿਤੇ ਹਨੇਰੀ ਆ ਗਈ ਹੋਵੇ ਮੈਂ ਇੱਕ ਗੱਲ ਤਾਂ ਦੱਸ ਇੰਨੀ ਸਵੇਰੇ ਸਵੇਰੇ ਕਿੱਥੇ ਤੁਰੀ ਫਿਰਦੀ ਏ ਸਵੇਰੇ ਸਵੇਰੇ ਸੂਏ ਤੇ ਜਾਂਦੀ ਏ ਸੂਏ ਤੇ ਉੱਥੇ ਕੀ ਕਰਦੀ ਏ ਜਾ ਕੇ ਨਾਲੇ ਇਸ਼ਨਾਨ ਕਰੀ ਜਾਊ ਨਾਲੇ ਆਵਾ ਤਵਾ ਬੋਲੀ ਜਾਊ ਨਾਮੋ ਪੱਕੀ ਸਿੱਖ ਹੈ ਨਾਮੋ ਰੋਜ਼ ਤੜਕੇ ਉੱਠਦੀ ਏ ਇਸ਼ਨਾਨ ਕਰਦੀ ਏ ਗੁਰਦੁਆਰੇ ਵਾਲਾ ਭਾਈ ਇਸ਼ਨਾਨ ਵੀ ਨਹੀਂ ਕਰਦਾ ਨਾਮੋ ਰੋਜ਼ ਪਾਠ ਕਰਦੀ ਏ ਭਾਈ ਗੁਰਦੁਆਰੇ ਵਾਲਾ ਪਾਠ ਵੀ ਨਹੀਂ ਕਰਦਾ ਹੁਣ ਨਾਮੋ ਲੱਗੀ ਜੇ ਨਹਾਉਣ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨੀ ਤੂੰ ਇੱਥੇ ਸੂਏ ਤੇ ਕੀ ਕਰਨ ਡਈ ਏ ਨੀ ਮੈਂ ਨਿਆਣਿਆਂ ਨੂੰ ਸਾਂਭਾ ਕੇ ਤੈਨੂੰ ਵੇਖਾਂ ਮੁਕੱਦਮਾ ਪਿਆ ਚੱਲਦਾ ਏ ਪ੍ਰਤਾਪੇ ਦੀ ਗਵਾਹੀ ਹੋ ਗਈ ਏ ਮੇਰੀ ਅਜੇ ਹੋਣੇ ਬਾਕੀ ਏ ਸਰਦਾਰ ਆਖਦਾ ਏ ਕਿ ਭੇਜੇਗਾ ਕਿਸੇ ਨੂੰ ਮੇਰੇ ਨਾਲ ਜੀਤੇ ਸ਼ਾਹ ਕੁੱਟ ਕੇ ਹੁਰੀ ਬੜੇ ਜ਼ੋਰ ਵਾਲੇ ਬੰਦੇ ਨੇ ਪੁਲਿਸ ਨਾਲ ਰਲੇ ਨੇ ਅਸਲ ਇਨਸਾਫ ਦਾ ਤੇ ਕਿਤੇ ਕੋਈ ਨਾ ਹੀ ਨਹੀਂ ਜੀਤਾ ਤੇ ਅਦਾਲਤ ਵਿੱਚ ਛੀ ਵਾਂਗੂ ਘੁੰਮਦਾ ਏ ਖੁੱਲਾ ਤੇ ਨਾਲ ਬਦਮਾਸ਼ਾਂ ਦੀ ਹੇੜ ਨੀ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਆ ਮੰਗ ਕੇ ਨਾ ਖਾਇਆ ਕਰ ਨੀ ਚੱਲ ਘਰ ਨੀ ਰੋਟੀਆਂ ਮੈਂ ਤੈਨੂੰ ਇੱਕ ਦੀ ਥਾਂ 2 ਦੇਵਾਂ ਦੋ ਬੀਬੀ ਨਾਮੋ ਦੀਆਂ 2 ਸੱਸਾਂ ਨਾਮੋ ਦੀਆਂ 2 ਨਾਮੋ ਨਾਮੋ ਦੇ 2 ਪੁੱਤ ਨਾਮੋ ਦੇ 2 ਖਸਮ ਨਾਮੋ ਦੀਆਂ 2 ਨਾਮੋ ਨਾਮੋ ਦੇ 2 ਮੁਲਕ ਨਾਮੋ ਦੇ 2 ਵਾਹਿਗੁਰੂ ਬੀਬੀ ਬੀਬੀ ਉੱਧਰ ਵੇਖ ਅੱਲਾ ਤੇ ਵਾਹਿਗੁਰੂ ਲੜ ਪਏ ਬੀਬੀ ਢਾਈ ਉਹਨਾਂ ਨੂੰ ਢਾਈ ਸਰਦਾਰ ਜੀ ਆਓ ਲੜ ਪਏ ਜੀ ਢਾਈ ਕੀ ਆਵਾ ਤਵਾ ਬੋਲਦੀ ਰਹਿਨੀ ਏ ਬੀਬੀ ਮੈਂ ਨਾ ਅੱਜ ਸ਼ਾਮ ਨੂੰ ਨਾ ਮੇਲੇ ਜਾਣਾ ਏ ਉੱਥੇ ਜਾ ਕੇ ਮੈਂ ਇਸ਼ਨਾਨ ਕਰਨਾ ਏ ਹਾਂ ਗੁਰਦੁਆਰੇ ਵਾਲਾ ਭਾਈ ਇਸ਼ਨਾਨ ਵੀ ਨਹੀਂ ਕਰਦਾ ਨਾਮੋ ਰੋਜ਼ ਇਸ਼ਨਾਨ ਕਰਦੀ ਏ ਪੱਕੀ ਸਿੱਖ ਹੈ ਪੱਕੀ ਸਿੱਖ ਹਾਂ ਅਜੇ ਤੇ ਵਾਹ ਵਗਣੀ ਏ ਅਜੇ ਤੇ ਨੇਰੀ ਝੁੱਲਣੀ ਏ ਨੀ ਹੋਰ ਕੀ ਨੇਰੀ ਝੁੱਲਣੀ ਏ ਅਜੇ ਤਾਈ ਓ ਤਾਈ ਤੇਰੀ ਧੀਮੀ ਤੋਂ ਨੇ ਸਤਾਰੇ ਦੇ ਖੁਸ਼ ਛਾਲ ਮਾਰ ਕੇ ਜਾਨ ਦੇਤੀ ਹੈ ਓਏ ਮੈਂ ਮਰ ਗਈ ਨੀ ਮੇਰੀਆਂ ਬੱਚੀਆਂ ਮੈਂ ਕੀ ਕਰਾਂ ਮੀਤੋ ਵੀ ਗਈ ਜੰਤੇ ਵੀ ਗਈ ਐਸ਼ਾਂ ਵੀ ਗਈ ਸੁੱਖਾਂ ਵੀ ਗਈ ਫੱਜਾਂ ਵੀ ਗਈ ਨਾਮੋ ਨੇ ਨਹੀਂ ਜਾਣਾ ਕਿਤੇ ਨਾਮੋ ਪੱਕੀ ਸਿੱਖ ਹੈ ਨਾਮੋ ਰੋਜ਼ ਤੜਕੇ ਉੱਠ ਕੇ ਇਸ਼ਨਾਨ ਕਰਦੀ ਏ ਗੁਰਦੁਆਰਾ
ਭਾਈ ਇਸ਼ਨਾਨ ਵੀ ਨਹੀਂ ਕਰਦਾ। ਨਾਮੋ ਨੇ ਨਹੀਂ ਕਿਤੇ ਵੀ ਜਾਣਾ। ਹਾਂ, ਨਾਮੋ ਨੇ ਕਿਤੇ ਨਹੀਂ ਜਾਣਾ। ਨਾਮੋ ਨੇ ਨਹੀਂ ਜਾਣਾ ਕਿਤੇ ਵੀ। ਓਏ ਉਹ ਜਿਹੜੀ ਪਰੇ ਕਮਲੀ ਬੈਠੀ ਹੈ ਨਾ, ਉਹਦੇ ਨਿਆਣੇ ਕੱਲ ਸੂਏ ਤੇ ਘੁੰਮਣ ਡੇ। ਆਹੋ ਮੁਸਲੀ ਦੇ। ਆਹੋ ਮੁਸਲੀ ਦੇ। ਨਾਲੇ ਗੱਲ ਸੁਣ, ਨਿਆਣੇ ਤੇ ਮੁਸਲੀ ਦੇ ਆ, ਪਰ ਭਤੀਏ ਤੇ ਆਪਣੇ ਸਰਦਾਰ ਦੇ ਹੀ ਆ ਨਾ। ਓਏ ਆਪਣੇ ਸਰਦਾਰ ਦੇ ਭਤੀਏ, ਇਹ ਕਿਹੜਾ ਸਾਗ ਬਣਦਾ ਵੀ। ਉਹ ਵੇਖ, ਇਹਦੇ ਮੁੰਡਿਆਂ ਦੀ ਭੂਆ ਦੀ ਤੇ ਸਰਦਾਰ ਦੀ ਤਾਰ ਖੜਕਦੀ ਸੀ। ਤੇਰੇ ਮੁੰਡੇ ਭਤੀਏ ਆ ਮੀਤੋ ਦੇ, ਤੇ ਆਪਣੇ ਸਰਦਾਰ ਦੇ ਵੀ ਭਤੀਏ ਲੱਗੇ ਨਾ। ਤੇ ਫਿਰ ਉਹਨਾਂ ਮੁੰਡਿਆਂ ਨੂੰ ਤੂੰ ਪੁੱਛਿਆ ਨਹੀਂ ਵੀ ਅੱਜ ਕੱਲ ਤਾਰ ਕਿਵੇਂ ਖੜਕਦੀ? ਪੁੱਛਿਆ ਕਿ ਮੈਂ ਉਹਦੇ ਕੋਲ ਗਿਆ। ਮੈਂ ਕਿਹਾ ਪੁੱਤ ਤੇਰਾ ਕੀ ਨਾਂ ਹੈ? ਮੈਨੂੰ ਕਹਿੰਦਾ ਮੇਰਾ ਨਾਂ ਹੈ ਧੰਨਾ। ਮੈਂ ਕਿਹਾ ਪੁੱਤ ਧੰਨਾ ਤੇਰੀਆਂ ਕਿੰਨੀਆਂ ਰੰਨਾਂ? ਅੱਗੇ ਕੁਝ ਬੋਲੇ ਹੀ ਨਾ। ਮੈਂ ਕਿਹਾ ਬੋਲ ਪੁੱਤ ਧੰਨਿਆ, ਤੇਰੀ ਭੂਆ ਨੇ ਛੋਟਾ ਸਰਦਾਰ ਜੀ ਬੰਨਿਆ। ਫਿਰ ਉਹਦੇ ਵੱਡੇ ਭਰਾ ਨੇ ਵੀ ਕੁਝ ਗਿਆ, ਮੇਰੇ ਨਾਲ ਲੜਨ ਲੱਗ ਗਿਆ। ਮੇਰੇ ਉਹ ਛੋਟੇ ਭਰਾ ਨੂੰ ਨਾ ਛੇੜੋ, ਮੈਂ ਚਪੇੜ ਮਾਰਨੀ ਜੇ। ਮੈਂ ਕਿਉਂ ਨਾ ਛੇੜੋ? ਮਾਰਿਆ ਪ੍ਰੀਤੂਆ ਪਟਾਕੇ ਆ ਜਾ। ਮੈਂ ਇੱਟੇ ਮਾਰ ਕੇ ਸਿਰ ਪਾੜ ਦੇਣਾ। ਮੇਰੇ ਪੁੱਤਾਂ ਨੂੰ ਛੇੜਿਆ ਤੇ। ਹਾਂ ਮੇਰੇ ਪੋਤਿਆ, ਹੁਣੇ ਜੱਸੇ ਨੇ ਆਉਣਾ। ਮੈਂ ਜੱਸੇ ਨੂੰ ਦੱਸੂਗੀ, ਉਹਨੇ ਤੁਹਾਡਾ ਦੋਹਰਾ ਖੂਨ ਪੀ ਜਾਣਾ ਵਾ। ਨਾ ਮੁਸਲੇ ਨਹੀਂ ਹੋਏ, ਨਾ ਮਕਮਲੇ ਹੋਏ। ਛੋਲਿਆਂ ਦੀ ਦਾਲ ਕਰਾਰੀ ਤੜਕਾ ਲਾ ਨਾਮੋ, ਤੇ ਤੇਰੀ ਚੁੰਨੀ ਕਿੰਨੇ ਪਾੜੀ ਤੜਕਾ ਲਾ ਨਾਮੋ। ਨਾ ਮੁਸਲੇ ਨਹੀਂ ਹੋਏ, ਮੁਸਲੇ ਨਹੀਂ ਹੋਏ, ਉਹ ਨਾ ਮੁਸਲੇ ਨਹੀਂ ਹੋਏ। ਮੈਂ ਜੱਸੇ ਨੂੰ ਦੱਸੂਗੀ। ਹਾਂ ਉਹਨੇ ਤੁਹਾਨੂੰ ਦੋਵਾਂ ਨੂੰ ਨਹੀਂ ਛੱਡਣਾ, ਉਹਨੇ ਕਿਸੇ ਨੂੰ ਨਹੀਂ ਛੱਡਣਾ। ਹਾਂ ਤੂੰ ਮੇਰੇ ਪੁੱਤਾਂ ਨੂੰ ਛੇੜਿਆ ਤੇ। ਹਾਂ ਹੁਣੇ ਆਉਣਾ ਸਾਰਿਆਂ ਨੇ। ਅਜੇ ਤੇ ਧਰਤੀ ਨੇ ਲਾਲ ਹੋਣਾ, ਜੇ ਤੇ ਧਰਤੀ ਤੇ ਭੁਚਾਲ ਹੋਣਾ। ਮੈਂ ਫੱਜਾਂ ਹਰਨਾਮ, ਮੈਂ ਲਵਾਂ ਵਾਹਿਗੁਰੂ ਦਾ ਨਾਮ। ਵੈਣ ਵੇਲੇ ਦੇ ਵਗਦੇ ਰਹਿਣ ਸਦਾ, ਪੱਤੇ ਚੜ੍ਹਦੇ ਵਰੇ ਨਵੇਂ ਆਮਦੇ ਨੇ। ਵਰੇ ਲੰਗੇ ਤਾਹੀ ਇਸ ਵੇਲੇ ਗੀਤ ਬੱਚੇ ਜਵਾਨੀ ਦਾ ਗਾਉਂਦੇ ਨੇ। ਬੀਜ ਨਫ਼ਰਤਾਂ ਦੇ ਬੀਜੇ ਅਸਾਂ ਡੂੰਘੇ, ਫੜ ਕੇ ਵੇਲੇ ਲਿਆਮਦੇ ਤੀਹ ਵਰੇ ਹੋ ਗਏ। ਕੱਲ ਗੁਰਦੁਆਰੇ ਵਾਲਾ ਭਾਈ ਆਖਦਾ ਸੀ, ਮਾਤਾ ਜੀ 30 ਵਰੇ ਹੋ ਗਏ ਜੱਸੇ ਦੇ ਕਤਲ ਹੋਇਆ। 30 ਵਰੇ ਪਹਿਲਾਂ ਮੇਰਾ ਜਵਾਨ ਪੁੱਤ ਕੋਸ ਉੱਠਿਆ ਜਨਮਾਣਿਆ। 30 ਵਰੇ ਪਹਿਲਾਂ ਮੇਰੀ ਧੀ ਕੂਚ ਡੁੱਬ ਹੋਈ। 30 ਵਰੇ ਰੁੱਤਾਂ ਨੇ ਗੇੜ ਖਾਦੇ। ਵਾਹਿਗੁਰੂ ਨੇ ਕੀ ਨਹੀਂ ਕਹਿ ਢਾਏ ਸਾਡੇ ਤੇ, ਚੈਨ ਤੇ ਹੁਣ ਵੀ ਨਹੀਂ। ਪ੍ਰੀਤੂ ਹੁਣ 32-33 ਵਰਿਆਂ ਦਾ ਹੋ ਗਿਆ ਹੈ। ਆਪਣੇ ਤਾਏ ਨਾਲ ਹੀ ਸੇਬ ਦਾ ਕੰਮ ਕਰਾਉਂਦਾ ਹੈ। ਬੜਾ ਸਿਆਣਾ ਹੈ। ਆਪਣੇ ਪਿਓ ਤੇ ਗਿਆ ਹੈ ਧੰਨੇ ਕੋਲ ਜੀ ਦਲਹਾਰਾ ਤਰਖਾਣਾ ਕੰਮ। ਆਪਣੀ ਮਾਂ ਦਾ ਬੜਾ ਖਿਆਲ ਰੱਖਦਾ ਹੈ। 4 ਜਮਾਤਾਂ ਪੜ੍ਹਿਆ ਵੀ ਹੈ। ਮਾਂ ਨੂੰ ਪ੍ਰੀਤੂ ਹੀ ਸਾਂਭਦਾ ਹੈ। ਪ੍ਰੀਤੂ ਪੁੱਤ ਪ੍ਰੀਤੂ, ਇਹ ਵੇਖ ਵੇ ਤੇਰੀ ਬੀਬੀ ਕੁੱਤੇ ਤੁਰੀ ਜਾਂਦੀ ਆ। ਇਹ ਮੇਰੇ ਕੋਲ ਨਹੀਂ ਭੱਜਿਆ ਜਾਂਦਾ ਹੁਣ ਇਹਦੇ ਮਗਰ ਮਗਰ। ਬੀਬੀ ਬੀਬੀ ਇੱਥੇ ਬਹਿ ਜਾ, ਬਹਿ ਜਾ ਬੀਬੀ, ਕਿਧਰ ਨੀ ਜਾਣਾ। ਨਹੀਂ ਮੈਂ ਨਾ ਸੂਏ ਤੇ ਜਾਣਾ ਹੈ। ਮੈਂ ਉੱਥੇ ਜਾ ਕੇ ਇਸ਼ਨਾਨ ਕਰਨਾ ਹੈ। ਗੁਰਦੁਆਰੇ ਵਾਲਾ ਭਾਈ ਇਸ਼ਨਾਨ ਵੀ ਨਹੀਂ ਕਰਦਾ। ਹਾਂ ਨਾ ਮੋਹ ਪੱਕੀ ਸਿੱਖ ਹੈ। ਬੀਬੀ ਕੋਈ ਇਸ਼ਨਾਨ ਸ਼ੁਰੂ ਨਹੀਂ ਕਰਨਾ, ਇੱਥੇ ਬਹਿ ਜਾ, ਬਹਿ ਜਾ। ਪ੍ਰੀਤੂ ਇੱਧਰ ਵੇਖ, ਤੇਰਾ ਪਾਪਾ ਆਇਆ ਈ। ਉਹ ਬੀਬੀ ਕੀ ਬਕਵਾਸ ਕਰਨੀ ਹੈ?
ਉਹ ਭਾਪੇ ਨੂੰ ਮਰੇ ਮੁੱਤਾਂ ਹੋ ਗਈਆਂ ਨੇ। ਨਹੀਂ, ਉਹ ਨਹੀਂ ਮਰ ਸਕਦਾ। ਹਾਂ, ਉਹ ਨਹੀਂ ਮਰ ਸਕਦਾ ਕਦੀ ਵੀ। ਸ਼ੇਰ ਆ ਸ਼ੇਰ, ਬੱਬਰ ਸ਼ੇਰ, ਬੰਦੇ ਖਾ ਜਾਂਦਾ ਉਹ। ਮੈਨੂੰ ਆਪ ਵੇਖਿਆ ਉਹਨੇ ਹੁਣੇ ਆਉਣਾ ਘੋੜੇ ਤੇ ਚੜ ਕੇ, ਉਹਦੇ ਹੱਥ 'ਚ ਤੀਰ ਹੋਣੇ ਆ, ਤਲਵਾਰ ਹੋਣੀ ਆ, ਉਹਨੇ ਕਿਸੇ ਨੂੰ ਨਹੀਂ ਛੱਡਣਾ, ਸਾਰਿਆਂ ਨੂੰ ਮਾਰ ਦੇਣਾ ਉਹਨੇ। ਹਾਂ, ਕਿਸੇ ਨੂੰ ਨਹੀਂ ਛੱਡਣਾ। ਠੀਕ ਹੈ ਬੀਬੀ, ਪਾਪਾ ਨਹੀਂ ਮਰਿਆ, ਠੀਕ ਹੈ ਪਾਪਾ ਨਹੀਂ ਮਰਿਆ, ਛੱਡਣਾ ਚਲ ਪਾਪਾ ਨਹੀਂ ਮਰਿਆ, ਬਹਿ ਜਾ ਬਹਿ ਜਾ। ਹਾਂ, ਹਾਂ, ਤੇ ਜੇ ਤੇਰਾ ਮਾਮਾ ਬਸ਼ੀਰਾ ਆ ਗਿਆ ਫੇਰ? ਕਿਹੜਾ ਮਾਮਾ ਬੀਬੀ ਹੈ? ਲੱਗਦੀ ਕੁਝ ਮਾਮਿਆਂ ਦੀ। ਬਕਵਾਸ ਬੰਦ ਕਰ। ਪ੍ਰੀਤੂ ਉੱਧਰ ਵੇਖ, ਤੇਰਾ ਮਾਮਾ ਬਸ਼ੀਰਾ ਆਇਆ ਈ ਸੇਰੇ ਬੰਨ ਕੇ। ਦੇਖ ਨਿੱਕੀ ਜੰਤੇ ਗਿੱਧਾ ਪਾਉਣ ਡਈ। ਜੰਤੇ ਗੀਤ ਗਾ, ਭਰਾ ਦਾ ਵਿਆਹ ਵਾ। ਹਾਂ ਬੀਬੀ, ਮੀਤੋ ਨੂੰ ਸੱਦੋ, ਭਾਈ ਜੀ ਨੂੰ ਸੱਦੋ, ਲਾਵਾਂ ਆਪਣੇ। ਬੀਬੀ, ਬਸ਼ੀਰਾ ਆਇਆ ਬੀਬੀ ਸੇਰੇ ਬੰਨ੍ਹ ਭੂਆ ਦਾ ਨਾਂ ਨਹੀਂ ਲੈਣਾ। ਹਾਂ, ਸੇਰੇ ਬੰਨ ਕੇ ਆਇਆ ਬੀਬੀ ਵਾ। ਭੂਆ ਦਾ ਨਾਂ ਨਹੀਂ ਲੈਣਾ, ਮੈਂ ਤੇਰੀ ਜ਼ਬਾਨ ਵੱਢ ਦੇਣੀ ਤੇਰੀ। ਮੈਂ ਭੂਆ ਦਾ ਨਾਂ ਨਹੀਂ ਲੈਣਾ। ਕਿਉਂ ਮਾਰਦਾ ਏ ਕਮਲੀ ਨੂੰ? ਵੇ ਸਿਆਣਾ ਬੇੜਾ ਹੋ ਕੇ ਆਪਣੀ ਮਾਂ ਦੇ ਹੱਥ ਚੁੱਕਦਾ ਏ। ਮੈਂ ਨਹੀਂ ਕੋ ਸਿਆਣਾ ਬੈਣਾ। ਇਹਨੇ ਕਮਲੀ ਨੇ ਸਾਨੂੰ ਵੀ ਕਮਲੇ ਕਰ ਦੇਣਾ ਵਾ। ਵੇ ਨਾ ਮਾਰ ਵੇ ਮਰ ਜੂਗੀ, ਰੱਬ ਦਾ ਜੀ ਹੈ। ਮੇਰੀ ਜ਼ਬਾਨ ਹੀ ਵੱਢ ਦੇਣੀ, ਮੇਰੀ ਜ਼ਬਾਨ ਵੱਢ ਦੇਣੀ। ਵੇ ਮਾਂ ਦੀ ਜੀ ਵੱਢ ਕੇ ਜੋਦਾ ਬਣਨਾ ਈ। ਵੇ ਨਾ ਮਾਰ, ਜੇ ਮਾਰ ਨਹੀਂ ਤੇ ਜਾ ਮਾਰ ਆਪਣੇ ਪਿਓ ਦੇ ਕਾਤਲ ਨੂੰ ਮਾਰ। ਵੇ ਜਾ ਮਾਰ ਉਸ ਨਖੱਤੇ ਸਰਦਾਰ ਨੂੰ ਮਾਰ। ਜਾ ਮਾਰ ਮੈਨੂੰ ਮਾਰ ਕਰਮਾ ਮਾਰੀ ਨੂੰ। ਵੇ ਮੇਰੇ ਮਰਨ ਦਾ ਵੇਲਾ ਈ। ਵੇ ਇਹਨੂੰ ਕਮਲੀ ਨੂੰ ਕਿਉਂ ਮਾਰਦਾ ਏ? ਮੈਂ ਕਮਲੀ ਇਹ ਕਿ ਸੀ, ਇਹਨੇ ਕਮਲੀ ਨੇ ਸਾਨੂੰ ਵੀ ਕਮਲੇ ਕਰਤਾ ਵਾ। ਮੈਂ ਹੀ ਕੋਤਰੇ ਜਾਣਾ ਬੀਬੀ, ਕਿਉਂ? ਮੈਂ ਹੀ ਕੋਤਰੇ। ਕਿਤੇ ਵਲਿਆਤ ਚਲਿਆ ਜਾਣਾ ਏ ਤੇ ਇਹਨੂੰ ਨਕਰਮਣੀ ਨੂੰ ਕੌਣ ਸਾਂਭੂ? ਜਿਹੜਾ ਮਰਦੀ ਸਾਂਭੋ, ਮੈਨੂੰ ਕੋਈ ਨਹੀਂ ਪਤਾ। ਮੈਂ ਬੀਬੀ ਘਰੋਂ ਚੱਲੇ। ਮੈਂ ਮਾਂ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦਾ। ਮੈਂ ਮਾਂ ਨੂੰ ਬੜਾ ਪਿਆਰ ਕਰਦਾ, ਪਰ ਮੈਂ ਕੀ ਕਰਾਂ? ਮੈਂ ਲੋਕਾਂ ਦੇ ਮਿਹਣਿਆਂ ਤੋਂ ਤੰਗ ਆ ਗਿਆ। ਕੋਈ ਮੈਨੂੰ ਕਹਿੰਦਾ ਕਿ ਤੂੰ ਮੁਸਲੀ ਦਾ ਮੁੰਡਾ ਹੈ, ਤੇ ਕੋਈ ਕਹਿੰਦਾ ਕਿ ਤੇਰੀ ਭੂਆ ਪਿੰਡ ਦੇ ਸਰਦਾਰ ਨੇ ਖਰਾਬ ਕਰਤੀ। ਮੈਂ ਜਾਣਾ ਨਹੀਂ ਚਾਹੁੰਦਾ। ਪਰ ਬੀਬੀ ਮੈਂ ਚੱਲਿਆ ਬੀਬੀ। ਵੇ ਪ੍ਰਤਾਪਿਆ, ਵੇ ਰੋਕ ਵੇ ਇਹਨੂੰ। ਵੇ ਕਿੱਥੇ ਚੱਲਿਆ? ਵੇਖ ਉੱਠ ਕੇ। ਜਾਣਾ ਲੈ ਢੱਡੇ ਖੂਜਾ, ਬੜੇ ਨਾਨਕੇ ਉਡੀਕਦੇ ਨਾ ਵੱਡੇ ਚੌਧਰੀ ਨੂੰ। ਤਾਇਆ ਬਕਵਾਸ ਨਾ ਕਰ, ਮੇਰੇ ਕੋਲ ਲੈਣਾ ਬੈਠੀ। ਉਹ ਕੀ ਕਰੇਗਾ ਤੂੰ? ਹਾਂ, ਇਹ ਅੱਖਾਂ ਜਿਹਾ ਕਿਹਨੂੰ ਖਾਉਂਦਾ? ਪਿਓ ਤੇ ਕਿਹਾ ਹਰਾਮ ਦਾ ਤੂੰ ਖਾਵਾਂ। ਤਾਇਆ ਬਕਵਾਸ ਨਾ ਕਰ, ਮੇਰੇ ਤੋਂ ਬੜਾ ਕੋਈ ਨਹੀਂ। ਮਾਰ ਸਾਨੂੰ, ਮਾਰ ਆਪਣੇ ਵੱਡੇ ਤਾਈ ਨੂੰ ਮਾਰੇਗਾ। ਸਾਰੇ ਟੱਬਰ ਦੇ ਰਲ ਕੇ ਮਾਰਿਆ ਤੁਹਾਨੂੰ। ਨਾ ਬੋਲਦੇ, ਇਹ ਜੇ ਪਾਲ ਨੂੰ ਚੰਗਾ ਜੰਮਦੇ ਦਾ ਗਲਾ ਹੀ ਘੁੱਟ ਦਿੱਤੇ। ਵੇ ਸੁੱਖ ਬੋਲ, ਤੇ ਵੇ ਤੇਰਾ ਮੂੰਹ ਵੇਖ ਕੇ ਜੀਂਦੇ ਆ। ਮੈਂ ਚੱਲਿਆ ਬੀਬੀ। ਵੇ ਕਿੱਥੇ ਜਾਣਾ ਏ ਤੂੰ? ਵੇ ਕਿੱਥੇ ਜਾਣਾ ਏ ਤੂੰ? ਕਿੱਥੇ ਜਾਣਾ ਤੂੰ ਬੰਦਿਆ, ਕਿੱਥੇ ਜਾਣਾ ਤੂੰ? ਕਿੱਥੇ ਜਾਣਾ ਤੂੰ ਬੰਦਿਆ, ਕਿੱਥੇ ਜਾਣਾ ਤੂੰ? ਦੇ ਕੰਨਾਂ ਵਿੱਚ ਰੂਹ ਬੰਦਿਆ, ਕਿੱਥੇ ਜਾਣਾ ਤੂੰ? ਕਿੱਥੇ? ਜਿੱਥੇ ਨਾ ਹੋਵਣ ਇਹ ਗੱਲਾਂ, ਖੋਲ ਦੇ ਪਾਣੀ ਦੀਆਂ ਛੱਲਾਂ। ਨਾ ਕੋਈ ਪੁੱਛੇ ਪਿੰਡ ਠਿਕਾਣਾ, ਨਾ ਕੋਈ ਪੁੱਛੇ ਕੌਣ ਹੈ ਤੂੰ। ਕਿੱਥੇ ਜਾਣਾ ਤੂੰ ਬੰਦਿਆ, ਕਿੱਥੇ ਜਾਣਾ ਤੂੰ? ਕਿੱਥੇ ਜਾਣਾ ਤੂੰ ਬੰਦਿਆ? ਦੁਖੇ ਨਾ ਜਿੱਥੇ ਅੱਗ ਬੀਤੇ ਦੀ, ਪੁਰਖਿਆਂ ਦੇ ਕਾਏ ਕੀਤੇ ਦੀ। ਨਾ ਕੋਈ ਪੁੱਛੇ ਉਹਨਾਂ ਬਾਰੇ, ਕੀ ਲੱਗਦਾ ਉਹਨਾਂ ਦਾ ਤੂੰ। ਦੇ ਕੰਨਾਂ ਵਿੱਚ ਰੂਹ ਬੰਦਿਆ, ਕਿੱਥੇ ਜਾਣਾ ਤੂੰ? ਦੇ ਕੰਨਾਂ ਵਿੱਚ ਰੂਹ ਬੰਦਿਆ, ਕਿੱਥੇ ਜਾਣਾ ਤੂੰ? ਕਿੱਥੇ ਜਾਣਾ ਤੂੰ ਬੰਦਿਆ, ਕਿੱਥੇ ਜਾਣਾ ਤੂੰ? ਕਿੱਥੇ? ਸਾਨੇ 1984 ਟੁਕਿਆ ਦੇ
ਨਿਕਲਿਆ ਬਈ ਰੱਬ ਦੇ ਰੰਗ। ਉਹ ਦੋ ਪੋਤਿਆ ਇਸ ਕਮਲੀ ਦੇ, ਇੱਕ ਕਹਿੰਦੇ ਆ ਟਰੱਕਾਂ ਤੇ ਤੁਰਿਆ ਫਿਰਦਾ ਤੇ ਦੂਜਾ ਆ ਸੰਤਾਂ ਦੇ ਡੇਰੇ ਤੇ ਤੁਰਿਆ ਫਿਰਦਾ ਹੀ। ਤੈਨੂੰ ਬੜਾ ਹੇਲ ਹੁੰਦਾ ਕਮਲੀ ਦਾ। ਓ ਚੱਲ ਛੱਡ। ਮੈਂ ਕਿਹਾ ਨਾਮੋ ਉਹ ਕਿੱਥੇ ਗਿਆ ਪੀਤੂ? ਪ੍ਰੀਤੂ ਹਾਂ ਪ੍ਰੀਤੂ ਨਾ ਮੇਰਾ ਪੋਤਿਆ ਉਹ ਨਾ ਆਪਣੇ ਨਾਨਕੇ ਗਿਆ ਵਾ, ਆਪਣੀ ਨਾਨੀ ਨੂੰ ਮਿਲਣ, ਆਪਣੀ ਮਾਸੀ ਨੂੰ ਮਿਲਣ ਨਾਨਕੇ ਗਿਆ ਆਪਣੇ ਉਹ। ਹਾਂ ਉਹ ਕਿਹੜੇ ਨਾਨਕੇ ਕਮਲੀਏ? ਉਹ ਸੰਤਾਂ ਦੇ ਡੇਰੇ ਤੇ ਬੈਠਾ ਹੀ ਖਾਂਦਾ ਲੰਗਰ ਦੀਆਂ ਰੋਟੀਆਂ। ਬੰਦੂਕ ਚੁੱਕ ਲਈ ਤੇ ਅੱਤਵਾਦੀ ਬਣ ਗਿਆ ਮੁੰਡਾ ਤੇਰਾ। ਤੈਨੂੰ ਨਹੀਂ ਪਤਾ ਉਹ ਕਿੱਥੇ ਗਿਆ ਵਾ? ਦੱਸਾਂ, ਉਹ ਨਾ ਆਪਣੇ ਪਾਪੇ ਨੂੰ ਮਿਲਣ ਗਿਆ ਵਾ। ਉਹਨਾਂ ਦੋਵਾਂ ਨੇ ਆਉਣਾ ਹੁਣੇ। ਹਾਂ, ਜੱਸੇ ਨੇ ਵੀ ਆਉਣਾ ਤੇ ਪ੍ਰੀਤੂ ਨੇ ਵੀ ਆਉਣਾ। ਘੋੜੇ ਤੇ ਚੜ ਕੇ ਆਉਣਾ ਰਾਵੀ ਤੋਂ ਪਾਰ। ਉਹ ਕਿਸੇ ਨੇ ਨਹੀਂ ਆਉਣਾ ਕਮਲੀਏ, ਕਿਸੇ ਨੇ ਨਹੀਂ ਆਉਣਾ। ਮੈਂ ਤੇਰੀ ਚਿੱਠੀ ਬਣਾ ਦੇਣੀ ਆ। ਕਿੱਥੇ ਕੋ ਮੈਂ ਮਾਰ ਕੇ ਤੇਰਾ ਸਿਰ ਮਾਰ ਦੇਣਾ ਹੁਣੇ ਆਉਣਾ। ਉਹ ਫੜ ਲੱਗੀ ਮੱਥਾ ਪਾੜ, ਫੜ ਪਾ ਬਨੀਏ ਨੂੰ ਹੈ। ਉਹ ਲੋਕਾਂ ਨੂੰ ਇੱਥੇ ਮਾਰ ਦਿੱਤੀ ਐ, ਐਵੇਂ ਸੱਟ ਪੇਟ ਲਾਉਗੇ। ਉਹ ਜਹਾਂ ਦਿਓ ਸਰਦਾਰ ਜੀ, ਉਹ ਰਹਿਣ ਦਿਓ, ਉਹ ਰਹਿਣ ਦਿਓ ਸਰਦਾਰ ਜੀ, ਇਹ ਤੇ ਅੱਗੇ ਹੀ ਵੇਲੇ ਦੀ ਮਾਰੀ ਹੈ। ਉਹ ਵੇਲੇ ਦਾ ਕਸੂਰ ਨਹੀਂ ਕੱਢੀ ਦਾ ਭਾ, ਵੇਲਾ ਤੇ ਬੰਦੇ ਦੇ ਹੱਥਾਂ ਦੀ ਮੈਲ ਹੁੰਦਾ। ਉਹ ਬੰਨ ਕੇ ਰੱਖ ਇਹਨੂੰ, ਐਵੇਂ ਕਿਸੇ ਦੇ ਨਿਆਣੇ ਨੂੰ ਸੱਟ ਪਾਊਗੀ। ਇਹਨੂੰ ਬੰਨ ਕੇ ਰੱਖੋ, ਇਹਨੂੰ ਬੰਨ ਕੇ ਰੱਖੋ, ਮੂੰਹ ਇਹਦਾ ਬੰਨ ਦਿਓ, ਮੂੰਹ ਇਹਦਾ ਬੰਨ ਦਿਓ, ਹੱਥ ਇਹਦੇ ਜੋੜ ਦਿਓ, ਪੈਰ ਇਹਦੇ ਜੋੜ ਦਿਓ। ਇਹ ਹੁਕਮ ਹੈ, ਆਦੇਸ਼ ਹੈ, ਤਨ ਇਸ ਦਾ ਬਾਗੀ ਦੇਸ਼ ਹੈ। ਹਾਂ, ਬੰਨ ਦਿਓ ਇਹਨੂੰ, ਨੂੜ ਦਿਓ ਇਹਦੀਆਂ ਲੱਤਾਂ, ਬੰਨ ਦਿਓ ਇਹਦਾ ਮੂੰਹ ਕਰਮਾ ਮਾਰੀ ਦਾ। ਜਾਣਦੇ ਜੀ ਕੌਣ ਹੈ? ਮੇਰੀ ਨੂੰਹ ਹੈ, ਮੇਰੀ ਨੂੰਹ। ਜ਼ਬਰਦਸਤੀ ਬਣਾਈ ਮੇਰੀ ਨੂੰਹ, ਮੇਰੀ ਕੁੱਖੋਂ ਜਾਏ ਨੇ ਇਹਦੇ ਤੇ ਜ਼ੁਲਮ ਕੀਤਾ ਤੇ ਜ਼ੁਲਮ ਕੀਤਾ ਮੈਂ। ਇਹਦਾ ਨਾਂ ਬਦਲਿਆ, ਇਹਦਾ ਧਰਮ ਬਦਲਿਆ, ਪਰ ਕੀ ਸਿਲਾ ਮਿਲਿਆ ਇਹਨੂੰ ਨਾਂ ਬਦਲਦਾ, ਧਰਮ ਬਦਲਦਾ। ਇਹ ਤੀਵੀਂ ਹੈ, ਤੀਵੀਂ ਤਾਂ ਚੰਗੀ ਭਲੀ ਵੀ ਪਾਗਲ ਹੁੰਦੀ ਹੈ, ਆਪਣੇ ਘਰ ਵਾਲੇ ਤੇ ਆਪਣੇ ਨਿਆਣਿਆਂ ਦੇ ਪਿਆਰ ਵਿੱਚ ਪਾਗਲ। ਉਹਨੂੰ ਪਿਆਰ ਮਿਲਦਾ ਹੈ, ਇੱਜ਼ਤ ਮਿਲਦੀ ਹੈ, ਪਰ ਇਸ ਰੱਬ ਦੀ ਬੰਦੀ ਨੂੰ ਕੀ ਮਿਲਿਆ? ਇੱਟਾਂ ਰੋੜੇ ਗਾਲਾਂ, ਪਿੰਡ ਵਰਗਿਆਂ ਦਾ ਕੁੱਤਿਆਂ ਵਰਗਾ ਹਾਸਾ। ਹਾਂ, ਬੰਦਿਓ ਇਹਨੂੰ ਤੇ ਨਾਲ ਹੀ ਬੰਦਿਓ ਮੈਨੂੰ। ਮੈਂ ਤੇਰੀ ਗੁਨਾਹਗਾਰ ਆ ਮੇਰੀਏ ਬੱਚੀਏ, ਓਏ ਮੇਰਾ ਮਾਲਕਾ। ਜਗ ਜਹਾਨ ਦਿਆ ਵਾਲੀਆ, ਕੀ ਕੀਤੀਆਂ ਤੂੰ ਇਸ ਅੱਲਾ ਦੀ ਜਾਈ ਦੇ ਨਾਲ? ਕੀ ਕੀਤੀਆਂ? ਕਿਸ ਜਨਮ ਦੇ ਬਦਲੇ ਲੈ ਤੂੰ ਸਾਡੇ ਤੋਂ? ਵੇ ਤੁਹਾਡਾ ਕੱਖ ਨਾ ਰਹੇ, ਮੇਰੀ ਧੀ ਨੂੰ ਬੰਨਣ ਵਾਲਿਓ ਤੁਹਾਡਾ ਕੱਖ ਨਾ ਰਹੇ। ਆਈ ਸੰਨ 84, ਆਈ ਸੰਨ 84। ਵਾਹ ਬਈ ਪ੍ਰੀਤਮ ਸਿਆ, ਤੇਰੀ ਬਹਾਦਰੀ ਦੇ ਤੁਮਾ ਹਰ ਪਾਸੇ ਨੇ। ਪੰਥ ਦੇ ਕਿੰਨੇ ਦੋਖੀ ਸੋਧੇ ਨੇ ਤੂੰ। ਤੇ ਉਹ ਕੜਿਆਂ ਵਾਲਾ ਥਾਣੇਦਾਰ, ਉਹ ਤਾਂ ਸੁਣਿਆ ਆਪਣੇ ਕਮਰੇ ਦੇ ਵਿੱਚ ਦੋ ਗਨਮੈਨ ਨਾਲ ਸੌਂਦਾ ਹੈ। ਤੇ ਪਿੰਡ ਦਾ ਉਹ ਸਰਦਾਰ ਜਿੰਨੇ ਮੇਰੀ ਭੂਆ ਦੀ ਪੱਤ ਰੋਲੀ ਸੀ, ਉਹਨੂੰ ਹੀ ਕਿਸ ਤਰ੍ਹਾਂ ਸੋਧਿਆ ਤੂੰ। ਤੇ ਤੇਰੀ ਇਸੇ ਬਹਾਦਰੀ ਤੋਂ ਖੁਸ਼ ਹੋ ਕੇ ਵੱਡੇ ਜਰਨੈਲ ਨੇ ਤੈਨੂੰ ਇਸ ਏਰੀਆ ਦਾ ਡਿਪਟੀ ਕਮਾਂਡਰ ਬਣਾਇਆ। ਉਸ ਅਕਾਲ ਪੁਰਖ ਦੀ, ਉਸ ਬਾਜਾ ਵਾਲੇ ਦੀ ਮਿਹਰ। ਪਰ ਅੱਜ ਮਾਂ ਨੂੰ ਮਿਲਣ ਨੂੰ ਬੜਾ ਜੀ ਕਰ ਰਿਹਾ। ਭਾਵੇਂ ਵਿਚਾਰੀ ਕਮਲੀ ਏ, ਪਰ ਹੈ ਤਾਂ ਮਾਂ ਹੀ। ਮੈਂ ਮਾਂ ਨੂੰ ਮਿਲਣ ਵਾਸਤੇ ਕੱਲ ਹੀ ਪਿੰਡ ਜਾਵਾਂਗਾ।
ਮਾਂ ਮਾਂ ਤੈਨੂੰ ਕਿੰਨੇ ਬੰਨੇ ਮਾਂ ਹੁਣ ਪੁੱਤ ਮਾਂ 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 ਤੈਨੂੰ ਕਿੰਨੇ ਬੰਨੇ ਪ੍ਰੀਤੂ ਮੇਰੇ ਬੱਚੇ ਦੇਖ ਲੈ ਬੀਬੀ ਤੂੰ ਨਹੀਂ ਪਛਾਣਿਆ ਪਰ ਮੈਨੂੰ ਮਾਂ ਨੇ ਪਛਾਣਿਆ ਪ੍ਰੀਤੂ ਮਾਂ ਮਾਂ ਤੂੰ ਠੀਕ ਹੈ? ਵੇ ਕਿੱਦਾਂ ਨਾ ਪਛਾਣਦੀ ਮਾਵਾਂ ਤੇ ਪੁੱਤਰਾਂ ਦੇ ਪਛਾਵਿਆਂ ਨੂੰ ਵੀ ਪਛਾਣ ਲੈਂਦੀਆਂ ਨੇ ਮਾਂ ਦੇ ਦੀਦੇ ਨਾ ਵੀ ਹੋਣ ਤਾਂ ਵੀ ਉਹਨੂੰ ਪਤਾ ਲੱਗ ਜਾਂਦਾ ਹੈ ਇਹ ਧੀ ਪੁੱਤ ਮੇਰਾ ਹੀ ਹੈ ਵੇ ਮਾਵਾਂ ਤੇ ਪੁੱਤਾਂ ਦੇ ਪੋਟੇ ਟੋਕੇ ਦੱਸ ਦਿੰਦੀਆਂ ਨੇ ਪ੍ਰੀਤੂ ਕਿ ਇਹ ਪੁੱਤ ਮੇਰਾ ਹੀ ਹੈ ਪ੍ਰੀਤੂ ਮੇਰੇ ਬੱਚੇ ਪ੍ਰੀਤੂ ਮੈਂ ਚਾਹ ਬਣਾਵਾਂ ਹਾਂ ਬੀਬੀ ਹਾਂ ਮਾਂ ਪ੍ਰੀਤੂ ਹਾਂ ਮਾਂ ਤੂੰ ਜੱਸੇ ਨੂੰ ਨਾਲ ਕਿਉਂ ਨਹੀਂ ਲੈ ਕੇ ਆਇਆ ਤੂੰ ਜੱਸਾ ਕਿੱਥੇ ਆ ਹੈ ਜੱਸੇ ਨੂੰ ਨਾਲ ਕਿਉਂ ਨਹੀਂ ਲੈ ਕੇ ਆਇਆ ਤੂੰ ਕੱਲਾ ਕਿਉਂ ਆਇਆ ਹੈ ਪ੍ਰੀਤੂ ਤੂੰ ਕੱਲਾ ਕਿਉਂ ਆਇਆ ਹੈ ਮਾਂ ਮੈਂ ਇਕੱਲਾ ਨਹੀਂ ਹਾਂ ਮੈਂ ਇਕੱਲਾ ਨਹੀਂ ਹਾਂ ਮਾਂ ਮੇਰੇ ਨਾਲ ਬਹੁਤ ਸਾਰੇ ਨੇ ਗੁਰੂ ਦੇ ਸਿੱਖ ਸਰਦਾਰ ਹਾਂ ਜੱਸਾ ਵੀ ਸਰਦਾਰ ਏ ਮੇਰਾ ਪੁੱਤ ਪ੍ਰੀਤੂ ਵੀ ਸਰਦਾਰ ਏ ਹਾਂ ਮੈਂ ਤੇ ਹੁਣ ਜੱਸੇ ਨਾਲ ਜੀਣਾ ਸੀ ਮੈਂ ਤੇ ਆਪਣੇ ਪੁੱਤ ਪ੍ਰੀਤੂ ਨਾਲ ਜੀਣਾ ਸੀ ਹੈ ਤੂੰ ਉਹਨੂੰ ਕਿਉਂ ਨਹੀਂ ਲੈ ਕੇ ਆਇਆ ਰਾਵੀ ਤੋਂ ਪਾਰ ਪੁਲ ਸਿਰਾਤ ਦੇ ਪੁਲ ਤੋਂ ਪਾਰ ਆ ਕੀ ਲੈ ਕੇ ਆਇਆ ਹੈ ਮਾਂ ਇਹ ਸਾਡੇ ਹਥਿਆਰ ਨੇ ਇਹਨੂੰ AK-47 ਕਹਿੰਦੇ ਨੇ ਹਾਂ 47 ਹੈ ਪ੍ਰੀਤੂ 47 ਹੈ ਹੁਣ ਫੇਰ 47 ਪ੍ਰੀਤੂ मेरी मम्मी मेरा अब्बू मेरा बाप बशीरा मेरी निक्की जी जनते मेरा जस्सा और प्रीतू भी 47 और प्रीतू और तू भी 47 ਨਹੀਂ ਮਾਂ ਹੁਣ 47 ਨਹੀਂ ਹੁਣ 47 ਨਹੀਂ ਮਾਂ ਹੁਣ ਤਾਂ 84 ਹੈ ਮਾਂ 84 भी 47 है 47 भी 84 इधर ਮੈਂ ਕੀ ਕਰਨੀ ਹੈ ਉਹ ਸਾਡੇ ਨੂੰ ਬਾਤ ਚੱਲਦੀ ਜਦੋਂ ਮਾਂ ਕਮਲੀ ਨਹੀਂ ਸੀ ਹੋਈ ਤਾਂ ਮਾਂ ਇੱਕ ਗੱਲ ਸੁਣਦੀ ਹੁੰਦੀ ਸੀ ਕਿ ਹਸ਼ਰ ਦਿਹਾੜੇ ਦੋਜ਼ਖ ਤੇ ਪੁੱਲ ਪੈਣਾ ਵਾਲੋਂ ਬਰੀਕ ਤੇ ਖੱਡਿਓ ਤਿੱਖਾ ਪੁੱਲ ਸਿਰਾ ਤੇ ਹਸ਼ਰ ਦਿਹਾੜੇ ਸਾਨੂੰ ਸਭ ਨੂੰ ਉਸ ਤੋਂ ਲੰਘਣਾ ਪੈਣਾ ਉਹ देखो माँ पुल से रात ते तुरी जा रही पर माँ दे पैर को खड़े किते माँ डेगी ना पाए माँ
पंजाब वे पंजाब वे। मैं कौन? मैं फज्जा या हरनाम नहीं, हिंदू सिख या मुसलमान नहीं। मैं औरत हूं, लुट्टी पुट्टी गई ते फिर वसी। मैं अपने न्याणियां दी मां, अपने खावन दी घरवाली। मैं वंडे होए पंजाब दी रूह, टकरे टकरे हुई तर। मैं मिट्टी, अज़ला तो मेरे च भी पैंदे ने ते मैं भी कबूल करदी। ते उत्थे वेला ते रुख उगदे ने, वेला ते रुख उगदे ने ते ओह वड्डे हुंदे ने, वड्डे हुंदे ने ते ओह कट दित्ते जाते ने। ते मैं फेर तो हो जानी आ उजाड़ बियाबान तर, धरती देश पंजाब दी, होशा तो विरवी मिट्टी देश पंजाब दी। मैं मौल दियां ते डोल दी, हसदियां ते रोनियां। मैं पगला जानियां ते कंधा च सिर पटक पटक के लहू लुहान हो जानी। मैं मर मर के जीवनी, पल पल पुल से रात ते तुरदी। मेरी जिंदगी पुल से रात, वाड़ों बरीक ते तलवार दी तार तो तिखी। पुल से रात ते तुरदी हुई मैं माया पंजाब। पुल से रात ते तुरदी हुई मैं तियां पंजाब दी। पुल से रात ते तुरदी हुई मैं माया पंजाब दी। पंजाब वे पंजाब वे। कौन लिखेगा वार पंजाब दी। लहू नल परे इस बाप दी। कौन गल करे पुल सिरात दी। तुर रही बंदे दी जात दी। कौन सिरा कौन सिरा कौन सिरा। दो इतिहासक घटनावां की खूबसूरत पेशकारी पुलिस रात के रूप में तुसीं देखी। इस नाटक के लेखक ते निर्देशक वास्ते एक बार फिर जोरदार तालियां। मैं सत्तर पंजाबी अकादमी श्री द्वारका मंजी को बेनती करांगी कि वो इस नाटक के लेखक भी साडे विच मौजूद ने डॉक्टर सवराज वीर। उन्होंने ते अज के मुख्य मेहमान पंजाबी अकादमी की गवर्निंग कौंसल के मैंबर ते दिल्ली यूनिवर्सिटी पंजाबी डॉक्टर मनजीत सिंह जी केवल धालीवाल जी का फुल्ला नाल सम्मानित करेंगे और वार्ता मंजी डॉक्टर सवराज वीर। केवल धालीवाल जी ने बेनती है कि वो अपने कलाकारों के नाल जान पहचान कराओ। मेरे नाल कलाकार जिहड़े सब तो पहले इस नाटक के लेखक डॉक्टर सवराज वीर, डॉक्टर सवराज वीर, जंग बहादुर, सिद्धर वीर, मनजिंदर अंजाम, पवेल संधू, बेबी,
गुरबेल शामनगर, सरबजीत लाडा, सुखविंदर विल, गुरतेज मान और इस नाटक की नायिका अमनदीप बल, जितेंद्र सेठी और इस नाटक के संगीत के जी खूबसूरत आवाज़ सुन रहे थे लखबीर लोगों के सतनाम। नाटक ਲਈ मैं एक गल सारे दसनी साझी करनी चाहता। ये नाटक भाजी गुरशरण सिंह की याद ये बहुत चिर की गल है। भाजी गुरशरण सिंह ने कहा कि केवल नूं कि एक नाटक स्वराजवीर का पेश करो मेरे सामने। ये नाटक वो वास्ते लिखा सी पर गल जी पूरी ना हो। ये साडे पिंड की मेरे माता जी इत्थे बैठे ये साडे पिंड सच्ची कहानी। सब का बहुत बहुत शुक्रिया जी। पंजाबी अकादमी इसी तरह प्रोग्राम करती रहेगी और तुहाडे सब के सहयोग की लोड़ है। एक अनाउंसमेंट है कि 30-31 मई नूं इंडिया इंटरनेशनल सेंटर के विच ट्रेडिशनल म्यूजिक ऑफ पंजाब प्रोग्राम किया जा रहा है 30 और 31 मई शाम को 6:30 बजे। तो सारिਆਂ ਨੂੰ हार्दिक सदा है और जिन्होंने कार्ड चाहिए होने एक बार साड़ी ईमेल पर जाके रिक्वेस्ट भेज सकते हैं। थैंक यू वेरी मच। थैंक्स टू ऑल ऑफ यू। सुराज माता जी कितने है? सुराज माता जी कहाँ है? माता जी कितने हैं?
Just speechless. I'm just. I'm not. I can. Nothing can be spoken about. Wonderful and wonderfully done. ठीक है तुसी दसो कितने आओ तुसी अच्छा 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 केड़े गांव में तुसी रहंदे महाराज जी बहुत बढ़िया केवल बहुत बढ़िया मजा आ गया मेरे बैग में कुछ हैगा जी हाँ देखो ये जी कहानी है सांझे पंजाब की कहानी सन 47 का जो दुकान है वो कहानी ये जो दुकान है वो एडा वड्डा दुकान है जो सारी दुनिया में कभी भी यही गल कभी भी इदा की गल नहीं होई कि चंगे भले सांझे तौर पर वास्ते लोगों ने शिकार और वो लीक मार दी गई अचनचेत जोड़े लोग वास्ते से गुजर गए उधरों इधर आए इधरों वो गए ये जो दुकान से ये पंजाबियों के शरीर तो लिखा पंजाबियों तो पंजाबियों और इस दुख ने मैं लगता है पंजाब में बहुत देर तक याद आएगा ठीक है आज तो ठीक है अजीत सिंह जी हाँ हाँ जे 1907 वो तो मिल जाएगी तो मिल जाएगी जे 1907 के बाद जो हुए थे टैग बिल्कुल दिखाओगे एक्चुअली वो कैप्चर करना है तो क्लीन होएगा बाकी सारी टीम इसको लड़के भी पढ़ोगे फिर बॉम्बे जाना होगा दर्शन हो गए फिर मैं निकलता हूँ मैं तो केवल उनको मिल लिया पिंडा में आम वाली पिंडा में बड़ा कुछ वापरिया